साडे सिर ते यारो पर किधर है इसदी छां इंसाना दे नाम गवाचे रिश्ते अदा की रखिए ना इंसाना दे नाम गवाचे रिश्ते अदा की रखिए ना दुख ता साडे सिर ते यारो पर किधर है इसदी छां इंसाना दे नाम गवाचे रिश्ते अदा की रखिए ना इंसाना दे नाम गवाचे रिश्ते अदा की रखिए ना। ਸਵਾਗਤ ਹੈ ਦੋਸਤੋ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਉਮੀਦ ਆ ਸਾਰੇ ਤੁਸੀਂ ਖੁਸ਼ੀ ਹੋਵੋਗੇ, ਠੀਕ ਠਾਕ ਹੋਵੋਗੇ। ਸੋ ਪਿਆਰੇ ਰੰਗ ਕਰਮੀਓ, ਦੋਸਤੋ, ਮਿੱਤਰੋ, ਅੱਜ ਵੀ ਮੰਚ ਵੱਲੋਂ ਜਿਹੜਾ ਆਨਲਾਈਨ ਥੀਏਟਰ ਫੈਸਟੀਵਲ ਲਗਾਤਾਰ ਚੱਲ ਰਿਹਾ, ਅੱਜ ਉਸ ਦਾ 24ਵਾਂ ਦਿਨ ਆ। ਅਸੀਂ 24ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਸੋ ਇੱਕ ਬੜਾ ਲੰਮਾ ਕਾਫਲਾ ਸੀ ਸਾਡੇ ਨਾਲ। ਬੜੀਆਂ ਵੱਡੀਆਂ ਸ਼ਖਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉੱਥੇ ਦੂਜੇ ਪਾਸੇ ਨੌਜਵਾਨ ਰੰਗ ਕਰਮੀ ਆਪਣੀਆਂ ਪੇਸ਼ਕਾਰੀਆਂ ਔਰ ਆਪਣੇ ਕੰਮਾਂ, ਆਪਣੇ ਵਿਚਾਰਾਂ ਨਾਲ ਸਾਡੇ ਰੂਬਰੂ ਹੋਏ। ਸੋ ਬੇਸ਼ੱਕ ਇਹ ਕਰੋਨਾ ਦੇ ਦੌਰ ਦੇ ਵਿੱਚ ਅਸੀਂ ਇੱਕ ਆਨਲਾਈਨ ਤਕਨੀਕ ਦੇ ਜ਼ਰੀਏ ਹੱਲ ਲੱਭਿਆ। ਸਾਡੇ ਗੁਰਵਿੰਦਰ ਹੋਰਾਂ ਨੇ ਜਲੰਧਰ ਤੋਂ ਇੱਕ ਬਹੁਤ ਹੀ ਭਰਵੀਂ ਅਤੇ ਖੂਬਸੂਰਤ ਕੋਸ਼ਿਸ਼ ਕੀਤੀ। ਅਸੀਂ ਅੱਜ ਕਰੋਨਾ ਦੇ ਸੰਕਟ ਵਿੱਚ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਇਹ ਗੱਲਾਂ ਨਹੀਂ ਕਰਾਂਗੇ। ਅੱਜ ਅਸੀਂ ਸਿੱਧਾ ਹੀ ਆਪਣੇ ਮੁੱਦੇ 'ਤੇ ਆਵਾਂਗੇ, ਕਿਉਂਕਿ ਇਸ ਦੇ ਫਾਇਦੇ ਨੁਕਸਾਨ ਭਵਿੱਖ ਦੇ ਵਿੱਚ ਹੋਣਗੇ। ਪਰ ਇੱਕ ਖੂਬਸੂਰਤ ਯਤਨ ਆ। ਕਿਸੇ ਸ਼ਾਇਰ ਨੇ ਬੜੀਆਂ ਖੂਬਸੂਰਤ ਸਤਰਾਂ ਲਿਖੀਆਂ। ਮਾਲੀ ਦਾ ਕੰਮ ਪਾਣੀ ਲਾਉਣਾ, ਉਹ ਭਰ ਮਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਉਹ ਲਾਵੇ ਜਾਂ ਨਾ ਲਾਵੇ। ਸੋ ਅਸੀਂ ਮਾਲੀਆਂ ਵਾਂਗ ਇਹਨਾਂ ਬੂਟਿਆਂ ਨੂੰ ਪਾਣੀ ਦੇ ਰਹੇ ਹਾਂ, ਫਲ ਉਸ ਮਾਲਕ ਨੇ ਲਾਉਣਾ। ਹਾਲਾਂਕਿ ਇਹ ਗੱਲ ਇੱਕ ਫਿਲੋਸਫੀਕਲ ਗੱਲ ਹੈ, ਪਰ ਸਾਡੇ ਮੈਥੋਲੋਜੀ ਆ, ਸਾਡੇ ਮੱਧਕਾਲ ਦੇ ਵਿੱਚ ਸਾਨੂੰ ਇਹ ਚੀਜ਼ਾਂ ਤਾਕਤ ਦਿੰਦੀਆਂ ਨੇ, ਜਿਉਣ ਦੀ ਇੱਕ ਹੌਸਲਾ ਦਿੰਦੀਆਂ ਨੇ। ਸੋ ਇਸੇ ਤਰ੍ਹਾਂ ਅੱਜ ਦੇ ਆਪਾਂ ਇਸ ਪ੍ਰੋਗਰਾਮ ਵੱਲ ਵੱਧਦੇ ਹਾਂ ਅੱਗੇ। ਅਤੇ ਜਿਵੇਂ ਤੁਹਾਨੂੰ ਪਤਾ ਹੀ ਆ, ਸਾਡੇ ਅੱਜ ਇਸ 24ਵੇਂ ਦਿਨ ਦੇ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ। ਸਾਡੇ ਇਸ ਪ੍ਰੋਗਰਾਮ ਦੇ 4 ਭਾਗ ਨੇ, 4 ਸੈਗਮੈਂਟ ਨੇ। ਹਰ ਰੋਜ਼ ਪਹਿਲਾ ਸੈਗਮੈਂਟ ਸਾਡਾ ਹੁੰਦਾ ਸੁਨਹਿਰੀ ਬੋਲ, ਖੂਬਸੂਰਤ ਬੋਲ। ਕਿਸੇ ਵੱਡੀ ਸ਼ਖਸੀਅਤ ਵੱਲੋਂ ਸੁਨਹਿਰੀ ਬੋਲ, ਆਪਣੇ ਕੁਝ ਸ਼ਬਦ ਆ ਜਿਹੜੇ ਆਸ਼ੀਰਵਾਦ ਵਜੋਂ ਸਾਨੂੰ ਬੋਲੇ ਜਾਂਦੇ ਆ ਸਾਡੇ ਲਈ। ਦੂਸਰਾ ਹੁੰਦਾ ਸਾਡੇ ਕੋਲੇ ਰੂਬਰੂ, ਜਿਹਦੇ 'ਚ ਅਸੀਂ ਕਿਸੇ ਰੰਗ ਕਰਮੀ ਨੂੰ, ਨੌਜਵਾਨ ਰੰਗ ਕਰਮੀ ਨੂੰ ਜਿਹੜੇ ਕਰੰਟ ਹੁਣ ਰੰਗਮੰਚ ਕਰ ਰਹੇ ਆ, ਉਹਨਾਂ ਨਾਲ ਗੱਲਬਾਤ ਵੀ ਕਰਦੇ ਆ, ਤੁਹਾਡੀ ਰੂਬਰੂ ਕਰਾਉਂਦੇ ਉਹਨਾਂ ਨਾਲ ਤੁਹਾਡਾ, ਔਰ ਨਾਲ ਹੀ ਉਹਨਾਂ ਦੀ ਇੱਕ 20 ਤੋਂ 25-30 ਮਿੰਟ ਤੱਕ ਦੀ ਇੱਕ ਪੇਸ਼ਕਾਰੀ ਹੁੰਦੀ ਹੈ। ਠੀਕ ਆ, ਉਹ ਪੇਸ਼ਕਾਰੀ ਵਾਲਾ ਭਾਗ ਸਾਡਾ ਪੇਸ਼ੇ ਨਜ਼ਰ ਵਿੱਚ ਹੋ ਜਾਂਦਾ। ਪੇਸ਼ਕਾਰੀ ਹੁੰਦੀ ਆ, ਔਰ ਉਸ ਤੋਂ ਬਾਅਦ ਪੇਸ਼ਕਾਰੀ 'ਤੇ ਔਰ ਉਸ ਜਿਹੜਾ ਸਾਡਾ ਰੰਗ ਕਰਮੀ ਹੁੰਦਾ ਉਹਦੇ ਨਾਲ ਸਵਾਲ ਜਵਾਬ, ਜਿਹੜੇ ਵਿਚਾਰ ਚਰਚਾ ਵਾਲਾ ਸਾਡਾ ਚੌਥਾ ਸੈਗਮੈਂਟ ਹੈ, ਚੌਥਾ ਭਾਗ ਹੁੰਦਾ। ਸੋ ਇਸ ਤਰੀਕੇ ਨਾਲ ਹੀ ਅੱਜ ਵੀ ਸਾਡੇ ਇਸ ਜਿਹੜਾ ਪ੍ਰੋਗਰਾਮ ਅੱਜ ਦਾ, ਇਹਦੇ ਵਿੱਚ 4 ਸੈਗਮੈਂਟ ਹੋਣਗੇ। ਅੱਜ ਸੁਨਹਿਰੀ ਬੋਲ ਦੇ ਵਿੱਚ ਜਿਹੜੀ ਸ਼ਖਸੀਅਤ ਸਾਨੂੰ ਆਸ਼ੀਰਵਾਦ ਵਜੋਂ ਜਿਹੜੇ ਕੁਝ ਸ਼ਬਦ ਸਾਡੇ ਨਾਲ ਬੋਲਣ ਜਾ ਰਹੇ ਨੇ, ਉਹਨਾਂ ਦਾ ਨਾਮ ਹੈਗਾ ਡਾਕਟਰ ਦਵਿੰਦਰ ਕੁਮਾਰ। ਡਾਕਟਰ ਦਵਿੰਦਰ ਕੁਮਾਰ ਜੀ ਪੰਜਾਬੀ ਦੇ ਇੱਕ ਨਾਟਕਕਾਰ ਨੇ। ਵਿਹੜਾ ਆਪਣਾ, ਧਰਤ ਪਰਾਈ, ਬਹੁਤ ਹੀ ਖੂਬਸੂਰਤ ਨਾਟਕ, ਔਰ ਅਨੇਕਾਂ ਨਾਟ ਮੰਡਲੀਆਂ ਨੇ ਪੰਜਾਬ ਦੇ ਵਿੱਚ ਖੇਡਿਆ। ਇਸ ਤੋਂ ਇਲਾਵਾ ਹੋਰ ਉਹਨਾਂ ਦੇ ਕੁਝ ਪ੍ਰਸਿੱਧ ਨਾਟਕ ਸੀਗੇ, ਪਿੰਜਰੇ ਦੇ ਆਰ ਪਾਰ, ਦਲਦਲ, ਕਾਲੀ ਰਾਤ ਦਾ ਚੰਨ, ਬੜਾ ਹੀ ਪਿਆਰਾ ਅਤੇ ਖੂਬਸੂਰਤ ਨਾਟਕ ਸੀਗਾ, ਹੈ ਨਾ, ਪਰਚਮ। ਸੋ ਅਨੇਕਾਂ ਇਹਨਾਂ ਨੇ ਨਾਟਕ ਲਿਖੇ। ਡਾਕਟਰ ਦਵਿੰਦਰ ਕੁਮਾਰ ਜੀ ਮੌਜੂਦਾ ਸਮੇਂ ਦੇ ਵਿੱਚ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਦੇ ਵਿੱਚ ਬਤੌਰ ਪ੍ਰੋਫੈਸਰ ਕੰਮ ਕਰ ਰਹੇ ਨੇ।
ਇਸ ਤੋਂ ਪਹਿਲਾਂ ਵੀ ਉਹ ਅਧਿਆਪਨ ਦੇ ਖੇਤਰ ਦੇ ਨਾਲ ਜੁੜੇ ਰਹੇ ਨੇ। DAV ਕਾਲਜ ਗੜ੍ਹਸ਼ੰਕਰ, ਸਿੱਖ ਨੈਸ਼ਨਲ ਕਾਲਜ ਬੰਗਾ, ਅਜਿਹੀਆਂ ਸੰਸਥਾਵਾਂ ਦੇ ਵਿੱਚੋਂ ਵੱਧਦੇ ਹੋਏ ਅੱਜ ਕੱਲ੍ਹ ਯੂਨੀਵਰਸਿਟੀ ਦੇ ਵਿੱਚ ਬਿਰਾਜਮਾਨ ਨੇ। ਡਾਕਟਰ ਦਵਿੰਦਰ ਕੁਮਾਰ ਹੋਣਾ ਦੀ ਜਿਹੜੀ ਵਿਸ਼ੇਸ਼ਤਾ ਖਾਸੀਅਤ ਆ ਕਿ ਉਹਨਾਂ ਦਾ ਜਿਹੜਾ ਰੰਗਮੰਚ ਪ੍ਰਤੀ, ਨਾਟਕ ਪ੍ਰਤੀ ਜਿਹੜਾ ਕੰਮ ਆ ਉਹ ਬਹੁਤ ਵਧਾਈ ਹੈ। ਮਤਲਬ ਅਨੇਕਾਂ ਤਰ੍ਹਾਂ ਦੇ ਕਾਰਜ ਉਹਨਾਂ ਨੇ ਕੀਤੇ ਆ। ਜਿੱਥੇ ਉਹ ਇੱਕ ਨਾਟਕਕਾਰ ਵੀ ਨੇ, ਉੱਥੇ ਇੱਕ ਉਹ ਵੱਖ-ਵੱਖ ਨਾਟ ਪੁਸਤਕਾਂ ਵੀ ਆਲੋਚਨਾ ਦੀਆਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ। ਮੇਰੇ ਕੋਲ ਨਿੱਕੀ ਜਿਹੀ ਇੱਕ ਲਿਸਟ ਆ, ਮੈਂ ਤੁਹਾਡੇ ਨਾਲ ਜੇ ਸਾਂਝੀ ਕਰ ਲਾਂ, ਕਿਉਂਕਿ ਸਾਡੇ ਖੁਜਾਰਥੀਆਂ ਲਈ ਇਹ ਚੀਜ਼ਾਂ ਬਹੁਤ ਕੰਮ ਦੀਆਂ ਨੇ। ਰੰਗਮੰਚ, ਰੇਡੀਓ ਅਤੇ TV, ਸਿਧਾਂਤ ਤੇ ਵਿਹਾਰ, ਪੰਜਾਬੀ ਨਾਟਕ ਵਿਰਸਾ ਤੇ ਵਰਤਮਾਨ, ਪੰਜਾਬੀ ਰੰਗਮੰਚ, ਪਿਛੋਕੜ ਤੇ ਪਰਿਪੇਖ, ਗੁਰਦਿਆਲ ਸਿੰਘ ਫੁੱਲ, ਜੀਵਨ ਤੇ ਰਚਨਾ। ਸੋ ਇਸ ਤਰ੍ਹਾਂ ਦੀਆਂ ਨਾਟ ਆਲੋਚਨਾ ਦੀਆਂ ਕਿਤਾਬਾਂ ਨੇ। ਦੂਜੇ ਪਾਸੇ ਇਹਨਾਂ ਦਾ ਕੰਮ ਬਹੁਤ ਸਾਰੇ ਇਹਨਾਂ ਨੇ ਆਰਟੀਕਲ, ਖੋਜ ਪੱਤਰ ਵੀ ਲਿਖੇ ਨੇ। ਪਿਛਲੇ 45 ਸਾਲ ਤੋਂ ਮਤਲਬ ਇਹ ਰੰਗਮੰਚ ਨਾਲ ਜੁੜੇ ਹੋਏ ਨੇ। ਖੁਦ ਦਾ ਇਹਨਾਂ ਦਾ ਇੱਕ ਹੈਗਾ ਥੀਏਟਰ ਗਰੁੱਪ ਜਿਸ ਦਾ ਨਾਮ ਹੈਗਾ ਕਲਾ ਸੰਪਰਕ ਥੀਏਟਰ ਗਰੁੱਪ ਨਵਾਂ ਸ਼ਹਿਰ, ਤੇ ਉਸ ਤੋਂ ਇਲਾਵਾ ਹੋਰ ਅਨੇਕਾਂ ਰੰਗ ਕਰਮੀਆਂ ਨੂੰ ਆਸ਼ੀਰਵਾਦ ਵੀ ਦੇ ਰਹੇ ਨੇ ਔਰ ਉਹਨਾਂ ਲਈ ਇੱਕ ਪ੍ਰੇਰਨਾ ਸਰੋਤ ਵੀ ਬਣੇ ਹੋਏ ਨੇ। ਸੋ ਇਸ ਤਰੀਕੇ ਨਾਲ ਅੱਜ ਆਪਾਂ ਜਿਹੜੇ ਸਾਡੇ ਨਾਟਕਕਾਰ ਨੇ ਡਾਕਟਰ ਦਵਿੰਦਰ ਕੁਮਾਰ ਜੀ, ਉਹਨਾਂ ਦੇ ਸੁਨਹਿਰੀ ਬੋਲ ਸੁਣਾਂਗੇ। ਬਹੁਤ ਹੀ ਸਾਡੇ ਪੰਜਾਬੀ ਰੰਗਮੰਚ ਦਾ ਮਾਣ ਨੇ, ਖੂਬਸੂਰਤ ਨਾਟਕ ਝੋਲੀ ਪਾਏ ਨੇ। ਆਓ ਸੁਣਦੇ ਹਾਂ ਸੁਨਹਿਰੀ ਬੋਲ ਡਾਕਟਰ ਦਵਿੰਦਰ ਕੁਮਾਰ ਜੀ ਦੀ। ਪੰਜਾਬੀ ਰੰਗਮੰਚ ਦੇ ਵਿਕਾਸ ਯਾਤਰਾ ਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ ਨੇ। ਇਸ ਦਾ ਕਾਰਨ ਸਾਫ਼ ਹੈ ਕਿ ਕੋਈ ਵੀ ਜੋ ਪਰਫਾਰਮਿੰਗ ਆਰਟ ਹੈ ਉਸ ਦਾ ਜਨ ਸਮੂਹ ਨਾਲ ਸਿੱਧਾ ਰਿਸ਼ਤਾ ਹੁੰਦਾ ਹੈ। ਜੋ ਰੰਗਮੰਚ ਹੈ ਇਸ ਦਾ ਤੇ ਖਾਸ ਕਰਕੇ ਸਿੱਧਾ ਉਸ ਵਿਸ਼ਾਲ ਜਨ ਸਮੂਹ ਦੇ ਨਾਲ ਵਾਬਸਤਗੀ ਜੋ ਹੈ ਬੜੀ ਨੇੜੇ ਦੀ ਵਾਬਸਤਗੀ ਹੈ। ਜਦੋਂ ਪੰਜਾਬੀ ਰੰਗਮੰਚ ਦੇ ਕੋਲ ਅਜੇ ਆਰਥਿਕਤਾ ਦਾ ਅਭਾਵ ਕਿਹਾ ਜਾ ਸਕਦਾ ਹੈ, ਤੇ ਉਸ ਵਕਤ ਪੰਜਾਬੀ ਰੰਗਮੰਚ ਦੇ ਕੋਲ, ਉਸ ਰੰਗਮੰਚ ਨੇ ਜੋ ਆਪਣਾ ਰੂਪ ਅਖਤਿਆਰ ਕੀਤਾ ਉਹ ਸੀ ਯਥਾਰਥਵਾਦੀ ਰੰਗਮੰਚ। ਲੰਬਾ ਸਮਾਂ ਯਥਾਰਥਵਾਦੀ ਰੰਗਮੰਚ ਪੰਜਾਬੀ ਰੰਗਮੰਚ ਦਾ ਹਿੱਸਾ ਬਣਿਆ ਰਿਹਾ। ਜਿਉਂ-ਜਿਉਂ ਤਕਨੀਕੀ ਯੁਕਤਾਂ ਦਾ ਵਿਕਾਸ ਹੋਣਾ ਸ਼ੁਰੂ ਹੋਇਆ, ਉਹ ਤਕਨੀਕੀ ਯੁਕਤਾਂ ਰੰਗਮੰਚ ਦਾ ਹਿੱਸਾ ਬਣਦੀਆਂ ਚਲੀਆਂ ਗਈਆਂ। ਉਸ ਦੇ ਨਾਲ ਰੰਗਮੰਚ ਦਾ ਰੂਪ ਬਦਲਿਆ ਤੇ ਪ੍ਰਯੋਗਵਾਦੀ ਰੰਗਮੰਚ ਸਾਹਮਣੇ ਆਉਣ ਸ਼ੁਰੂ ਹੋਇਆ। ਜਦੋਂ ਯੂਨੀਵਰਸਿਟੀ ਦੇ ਯੁਗ ਭਲਾਈ ਵਿਭਾਗਾਂ ਦੇ ਵੱਲੋਂ ਯੁਗ ਮੇਲਿਆਂ ਦਾ ਆਯੋਜਨ ਕੀਤਾ ਜਾਣ ਲੱਗਾ, ਉਸ ਵੇਲੇ ਇੱਕ ਨਵੀਂ ਫਾਰਮ ਦਾ ਜੋ ਰੰਗਮੰਚ ਸਾਹਮਣੇ ਆਇਆ, ਉਸ ਰੰਗਮੰਚ ਦੀਆਂ ਤਕਨੀਕ ਹੋਰ ਸੀ, ਉਸ ਰੰਗਮੰਚ ਦੀਆਂ ਯੁਗਤਾਂ ਹੋਰ ਰੂਪ ਦੇ ਵਿੱਚ ਸੀ। ਉਸ ਰੰਗਮੰਚ ਦੀਆਂ ਜੋ ਪੇਸ਼ਕਾਰੀਆਂ ਸੀ ਉਹ ਉਹਨਾਂ ਵਿਦਿਆਰਥੀਆਂ ਨੂੰ ਦਰਸ਼ਕ ਮੰਨ ਕੇ ਰੱਖ ਕੇ ਤਿਆਰ ਕੀਤੀਆਂ ਸੀ। ਸੋ ਡਿਜ਼ਾਈਨਿੰਗ ਜਿਹੜੀ ਹੈ ਉਸ ਦੇ ਮੁਤਾਬਕ, ਉਹਨਾਂ ਸਥਿਤੀਆਂ ਦੇ ਮੁਤਾਬਕ ਰਹੀ ਹੈ। ਇਸੇ ਤਰੀਕੇ ਨਾਲ ਜਦੋਂ ਪੰਜਾਬ ਸੰਕਟ ਦਾ ਦੌਰ ਆਇਆ, ਉਸ ਵੇਲੇ ਵੀ ਇੱਕ ਲੱਗਦਾ ਸੀ ਕਿ ਰੰਗਮੰਚ ਦੇ ਅੱਗੇ ਚੁਣੌਤੀ ਹੈ ਕਿ ਸ਼ਾਇਦ ਰੰਗਮੰਚ ਦੇ ਅੱਗੇ ਕੋਈ ਖੜੋਤ ਆ ਜਾਵੇਗੀ, ਪਰ ਨਹੀਂ ਹੋਇਆ। ਅੰਕੜੇ ਦੱਸਦੇ ਨੇ ਕਿ ਸਗੋਂ ਉਹਨਾਂ ਸਮਿਆਂ ਦੇ ਵਿੱਚ ਵੀ ਰੰਗਮੰਚ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਗਤੀ ਦੇ ਨਾਲ ਆਪਣਾ ਕੰਮ ਕੀਤਾ ਹੈ। ਸੋ ਅੱਜ ਦੀ ਜੋ ਸਥਿਤੀ ਹੈ, ਇਹ ਸਥਿਤੀ ਪਹਿਲੀ ਵਾਰ ਇਸ ਰੂਪ ਦੇ ਵਿੱਚ ਵਾਪਰੀ ਹੈ ਕਿ ਜਦੋਂ ਸਾਰਾ ਵਿਸ਼ਵ ਇੱਕ ਥਾਂ ਤੇ ਰੁਕ ਗਿਆ ਹੈ ਇਸ ਕੋਰੋਨਾ ਸੰਕਟ ਦੇ ਕਾਰਨ, ਤਾਂ ਜਿਹੜੀਆਂ ਪਰਫਾਰਮਿੰਗ ਆਰਟਸ ਦੇ ਨਾਲ ਜੁੜੇ ਜਿੰਨੇ ਵੀ ਸੀ ਸਾਡੇ ਅਦਾਕਾਰ, ਕਲਾਕਾਰ, ਨਾਟਕਕਾਰ ਜਾਂ ਇਹਦੇ ਨਾਲ, ਇਹਨਾਂ ਸਾਰੇ ਦੇ ਸਾਹਮਣੇ ਇੱਕ ਚਿੰਤਾ ਸੀ, ਇੱਕ ਪ੍ਰਕਾਰ ਦਾ ਡਰ ਸੀ ਕਿ ਇਹ ਕਿਵੇਂ ਹੋ ਸਕਦਾ ਹੈ, ਕਿਉਂਕਿ ਦਰਸ਼ਕ ਤੋਂ ਬਿਨਾਂ ਰੰਗਮੰਚ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਜੇ ਦਰਸ਼ਕ ਨਹੀਂ ਹੈ ਤਾਂ ਰੰਗਮੰਚ ਕਿਵੇਂ ਹੋ ਸਕਦਾ? ਜੇ ਮੰਚ ਹੀ ਨਹੀਂ ਹੈ ਸਾਡੇ ਕੋਲ ਤੇ ਰੰਗਮੰਚ ਕਿਵੇਂ ਹੋ ਸਕਦਾ ਹੈ? ਸੋ ਇਸ ਸਮੇਂ ਦੇ ਵਿੱਚ ਇੱਕ ਨਵਾਂ ਕਨਸੈਪਟ ਜੋ ਨਿਕਲ ਕੇ ਸਾਹਮਣੇ ਆਇਆ, ਇੱਕ ਉਸ ਚੁਣੌਤੀ ਦੇ ਵਿੱਚੋਂ ਇੱਕ ਸੰਭਾਵਨਾ ਦੇ ਰੂਪ ਦੇ ਵਿੱਚ ਇੱਕ ਨਵਾਂ ਜੋ ਜੁਗਤ ਸਾਹਮਣੇ ਆਈ, ਉਸ ਨੂੰ ਬੋਹੇਮੀਅਨ ਵਰਚੁਅਲ ਰੰਗਮੰਚ ਦੇ ਨਾਂ ਤੇ ਜੋ ਇੱਕ ਥੀਏਟਰ ਫੈਸਟੀਵਲ ਦੇ ਤਰੀਕੇ ਨਾਲ ਸ਼ੁਰੂ ਕੀਤਾ। ਗੋਵਿੰਦਰ ਸਿੰਘ ਹੁਣੀ ਇੱਕ ਨਵਾਂ ਕਨਸੈਪਟ ਲੈ ਕੇ ਆਏ, ਉਹਨਾਂ ਨੇ ਇੱਕ ਨਵਾਂ ਪ੍ਰਯੋਗ ਕਰਨ ਦਾ ਜੁਗਤ ਲੱਭੀ, ਤਰੀਕਾ ਲੱਭਿਆ। ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਸੀ ਤੇ ਬੜਾ ਸਫਲ ਪ੍ਰਯੋਗ ਹੋਇਆ। ਉਹ ਚਿੰਤਾ ਕਿ ਇਸ ਵੇਲੇ ਰੰਗਮੰਚ ਖੜੋਤ ਵਿੱਚ ਆ ਸਕਦਾ, ਰੰਗਮੰਚ ਵਿੱਚ ਜਮੂਦ ਦੀ ਸਥਿਤੀ ਆ ਸਕਦੀ ਹੈ, ਤੇ ਉਹ ਚਿੰਤਾ ਖਤਮ ਹੋਈ, ਜਮੂਦ ਦੀ ਸਥਿਤੀ ਭੰਗ ਹੋਈ। ਰੰਗਮੰਚ ਨੇ ਦੁਬਾਰਾ ਤੋਂ ਆਪਣੀ ਗਤੀ ਫੜਨੀ ਸ਼ੁਰੂ ਕਰ ਦਿੱਤੀ ਇੱਕ ਨਵੀਆਂ ਸੰਭਾਵਨਾਵਾਂ ਨਾਲ। ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਇੱਕ ਐਸਾ ਕਦਮ ਹੈ ਕਿ ਮੰਚ ਤੋਂ
ਬਿਨਾਂ ਦਰਸ਼ਕਾਂ ਦੀ ਹਾਜ਼ਰੀ ਤੋਂ ਬਿਨਾਂ ਰੰਗਮੰਚ ਨੇ ਆਪਣੀ ਆਪਣੀ ਜਿਹੜੀ ਹਾਜ਼ਰੀ ਲਵਾਈ ਹੈ ਤੇ ਆਪਣੀ ਗਤੀ ਨੂੰ ਕਾਇਮ ਰੱਖਿਆ ਹੈ, ਇੱਕ ਨਵੇਂ ਰੂਪ ਦੇ ਵਿੱਚ ਕਾਇਮ ਹੋਇਆ। ਇਹ ਸੰਭਾਵਨਾ ਇਸ ਰੂਪ ਦੇ ਵਿੱਚ ਵੀ ਸਾਹਮਣੇ ਆਈਆਂ ਕਿ ਹੁਣ ਜਿਹੜੀ ਨਾਟਕਕਾਰ ਆ ਉਹ ਆਪਣੀ ਜਿਹੜੀਆਂ ਨਾਟਕ੍ਰਿਤਾਂ ਹਨ ਉਹ ਇਸ ਰੂਪ ਦੇ ਵਿੱਚ ਲੈ ਕੇ ਆਉਣਗੇ। ਇੱਕ ਪਾਤਰੀ ਨਾਟਕ ਹੋ ਸਕਦੇ ਨੇ ਜਾਂ ਦੋ ਪਾਤਰੀ ਨਾਟਕ ਹੋ ਸਕਦੇ ਨੇ। ਇੱਕ ਇਹਦੇ ਵਿੱਚ ਇਹ ਸੰਭਾਵਨਾ ਹੋਰ ਵੱਡੀ ਸਾਹਮਣੇ ਆਈ ਕਿ ਦਰਸ਼ਕ ਨੂੰ ਇੱਕ ਖੁੱਲ੍ਹ ਮਿਲੀ ਕਿ ਉਹ ਆਪਣੇ ਅਦਾਕਾਰ ਦੇ ਨਾਲ, ਅਭਿਨੇਤਾ ਦੇ ਨਾਲ ਉਸ ਰੂਬਰੂ ਦੇ ਰਾਹੀਂ ਆਪਣੇ ਮਨ ਦੀ ਗੱਲ ਉਸ ਦੇ ਨਾਲ ਸਿੱਧੀ ਕਰ ਸਕਦਾ, ਸਿੱਧਾ ਸੰਵਾਦ ਰਚਾ ਸਕਦਾ, ਜਦੋਂ ਕਿ ਦੂਸਰੇ ਰੰਗਮੰਚ ਦੇ ਵਿੱਚ ਇਹ ਖੁੱਲ੍ਹ ਨਹੀਂ ਹੁੰਦੀ ਕਿ ਦਰਸ਼ਕ ਜਿਹੜਾ ਹੈ ਉਸ ਦੇ ਨਾਲ ਕੋਈ ਗੱਲ ਕਰ ਸਕਦਾ। ਇਸ ਦੇ ਵਿੱਚ ਸਿੱਧਾ ਸੰਵਾਦ ਆਪਾਂ ਰਚਾ ਸਕਦੇ ਹਾਂ। ਇਹ ਆਪਣੇ ਆਪ ਦੇ ਵਿੱਚ ਵੱਡੀ ਪ੍ਰਾਪਤੀ ਦੇ ਰੂਪ ਦੇ ਵਿੱਚ ਆਇਆ। ਉਸ ਤੋਂ ਵੀ ਵੱਡੀ ਪ੍ਰਾਪਤੀ ਇਸ ਫਾਰਮ ਦੇ ਵਿੱਚ ਆਈ ਹੈ ਕਿ ਅਭਿਨੇਤਾ ਕਿਸੇ ਵੀ ਸਟੇਟ ਦਾ ਹੋਵੇ, ਕਿਸੇ ਵੀ ਦੇਸ਼ ਦਾ ਹੋਵੇ, ਕੌਮਾਂਤਰੀ ਹੱਦਾਂ ਤੋਂ ਪਰੇ ਦਰਸ਼ਕ ਵੀ ਇਸੇ ਰੂਪ ਦੇ ਵਿੱਚ ਸਾਰੇ ਵਿਸ਼ਵ ਦੇ ਵਿੱਚ ਕਿਸੇ ਵੀ ਥਾਂ ਦੇ ਹੋ ਸਕਦੇ ਆ। ਇੱਕੋ ਸਮੇਂ ਸਾਰੇ ਇਸ ਵਰਚੁਅਲ ਰੰਗਮੰਚ ਦੇ ਮਾਧਿਅਮ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਉਸ ਨੂੰ ਦੇਖ ਸਕਦੇ ਹਾਂ। ਸੋ ਇੱਕ ਨਵੀਂ ਸੰਭਾਵਨਾ ਆਈ ਹੈ। ਮੈਂ ਸਮਝਦਾ ਜਦੋਂ ਵੀ ਪੰਜਾਬੀ ਰੰਗਮੰਚ ਦੇ ਵਿਕਾਸ ਦੀ ਜਦੋਂ ਚਰਚਾ ਚੱਲੇਗੀ ਜਾਂ ਇਹਦਾ ਕੋਈ ਅਧਿਐਨ ਹੋਵੇਗਾ ਤਾਂ ਇਹ ਜਿਹੜਾ ਹੈ ਇਸ ਨੂੰ, ਇਸ ਉਦਮ ਨੂੰ, ਇਸ ਉਪਰਾਲੇ ਨੂੰ ਮਹੱਤਵਪੂਰਨ ਰੂਪ ਦੇ ਵਿੱਚ ਹੀ ਗਿਣਿਆ ਜਾਵੇਗਾ ਤੇ ਇਸ ਨੂੰ ਇਸ ਰੂਪ ਦੇ ਵਿੱਚ ਲਿਆ ਜਾਵੇਗਾ ਕਿ ਉਸ ਸਮੇਂ ਦੇ ਵਿੱਚ ਇੱਕ ਬੜਾ ਇਤਿਹਾਸਕ ਕਦਮ ਸੀ। ਅੱਜ ਜਿਸ ਰੰਗਕਰਮੀ ਨੇ ਤੁਹਾਡੇ ਰੂਬਰੂ ਹੋਣਾ, ਰਾਜਵਿੰਦਰ ਸਮਰਾਲਾ, ਉਹ ਇੱਕ ਬਹੁਤ ਹੀ ਕਰਮਠ ਰੰਗਕਰਮੀ ਹੈ, ਬਹੁਤ ਹੀ ਸਿਰੜੀ ਰੰਗਕਰਮੀ ਹੈ। ਉਸ ਦੀ ਸ਼ਖਸੀਅਤ ਦੇ ਕਈ ਪਸਾਰ ਨੇ। ਉਹ ਇੱਕੋ ਵੇਲੇ ਅਭਿਨੇਤਾ ਵੀ ਹੈ, ਨਿਰਦੇਸ਼ਕ ਵੀ ਹੈ, ਪਲੇ ਰਾਈਟ ਵੀ ਹੈ, ਸਕ੍ਰਿਪਟਸ ਵੀ ਆਪ ਲਿਖਦਾ ਹੈ। ਸੋ ਮੈਂ ਉਸ ਨੂੰ ਬਹੁਤ ਸਾਰੀਆਂ ਸ਼ੁਭੇਛਾਵਾਂ ਦਿੰਦਾ। ਮੈਂ ਪਿਛਲੇ 30 ਸਾਲ ਤੋਂ ਉਸ ਦੀਆਂ ਗਤੀਵਿਧੀਆਂ ਤੋਂ ਵਾਕਿਫ ਨਹੀਂ, ਮੈਂ ਖੁਦ ਦੇਖੀਆਂ, ਖੁਦ ਗਵਾਹ ਹਾਂ। ਮੈਂ ਉਸ ਨੂੰ ਅੱਜ ਦੀ ਇਸ ਪੇਸ਼ੇ ਨਜ਼ਰ ਦੇ ਵਿੱਚ ਤੁਹਾਡੇ ਸਾਹਮਣੇ ਜਿਸ ਵਕਤ ਰੂਬਰੂ ਹੋਊਗਾ, ਉਹ ਕਿਵੇਂ ਅੱਜ ਦੀਆਂ ਇਸ ਚੁਣੌਤੀਆਂ ਨੂੰ ਉਸਨੇ ਕਿਵੇਂ ਸੰਭਾਵਨਾਵਾਂ ਦੇ ਰੂਪ ਦੇ ਵਿੱਚ ਦੇਖਿਆ, ਉਸ ਨੂੰ ਵਾਚਾਂਗੇ, ਦੇਖਾਂਗੇ। ਸੋ ਮੈਂ ਗੁਰਵਿੰਦਰ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਸ਼ੁਭੇਛਾਵਾਂ ਵੀ ਦਿੰਦਾ ਤੇ ਨਾਲ ਆਸ ਵੀ ਕਰਦਾ ਕਿ ਇਸ ਨੂੰ ਥੋੜਾ ਹੋਰ ਵਿਸਤਾਰ ਕਰਕੇ ਇਸ ਨੂੰ ਵਿਸ਼ਵ ਦੇ ਪੱਧਰ ਤੇ ਵੀ ਇਹ ਹੋਰ ਸੰਭਾਵਨਾ ਤਲਾਸ਼ੀ ਜਾ ਸਕਦੀ ਹੈ। ਜਿਸ ਰੂਪ ਦੇ ਵਿੱਚ ਇਸ ਪ੍ਰੋਗਰਾਮ ਨੂੰ ਹੁੰਗਾਰਾ ਮਿਲ ਰਿਹਾ, ਉਹ ਜਿਹੜੀਆਂ ਸੰਭਾਵਨਾਵਾਂ ਹਕੀਕਤ ਦੇ ਵਿੱਚ ਬਦਲ ਲਈਆਂ, ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਪੰਜਾਬੀ ਰੰਗਮੰਚ ਲਈ ਮੁਬਾਰਕ ਕਦਮ ਹੈ। ਜੈ ਰੰਗਮੰਚ। ਬਹੁਤ ਬਹੁਤ ਸ਼ੁਕਰੀਆ ਡਾਕਟਰ ਦਵਿੰਦਰ ਕੁਮਾਰ ਜੀ। ਡਾਕਟਰ ਦਵਿੰਦਰ ਕੁਮਾਰ ਹੋਣਾ ਦਾ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ, ਅਕਾਦਮਿਕ ਖੇਤਰ ਦੇ ਵਿੱਚ ਵੀ ਉਨਾ ਹੀ ਭਰਪੂਰ ਯੋਗਦਾਨ ਆ, ਉਨਾ ਹੀ ਪ੍ਰੈਕਟੀਕਲੀ ਰੰਗਮੰਚ ਦੇ ਵਿੱਚ ਵੀ ਸਰਗਰਮ ਨੇ। ਸੋ ਉਸੇ ਤਰ੍ਹਾਂ ਦੇ ਉਹਨਾਂ ਦੀ ਜਿਹੜੀ ਇਤਿਹਾਸਿਕ ਪ੍ਰਪੇਖ ਤੋਂ ਰੰਗਮੰਚ ਦੇ ਜਿਹੜੇ ਦੌਰ ਆਏ ਨੇ, ਕੀ ਪੜਾਅ ਆਏ ਨੇ, ਕਿਸ ਤਰ੍ਹਾਂ ਯੂਥ ਫੈਸਟੀਵਲਾਂ ਵਿੱਚ ਤਕਨੀਕ ਬਦਲੀ, ਉਹ ਸਾਰੀਆਂ ਗੱਲਾਂ ਉਹਨਾਂ ਨੇ ਬੜੇ ਖੂਬਸੂਰਤ ਢੰਗ ਨਾਲ 5-6 ਮਿੰਟ ਵਿੱਚ ਸਾਡੇ ਦਰਮਿਆਨ ਕੀਤੀਆਂ ਨੇ। ਸੋ ਆਓ ਦੋਸਤੋ, ਹੁਣ ਆਪਾਂ ਦੂਜੇ ਸੈਗਮੈਂਟ ਵੱਲ ਵੱਧਦੇ ਹਾਂ। ਅੱਜ ਦੂਜੇ ਸੈਗਮੈਂਟ ਦੇ ਵਿੱਚ ਜਿਸ ਸ਼ਖਸੀਅਤ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਵੈਸੇ ਤਾਂ ਤੁਸੀਂ ਸਕਰੀਨ ਤੇ ਦੇਖ ਹੀ ਲਿਆ ਹੋਣਾ, ਕਿਉਂਕਿ ਉਹ ਸ਼ਖਸੀਅਤ ਨੂੰ ਨਾਮ ਦੀ ਮੁਹਤਾਜ ਨਹੀਂ, ਉਹਨਾਂ ਦਾ ਚਿਹਰਾ ਹੀ ਕਾਫੀ ਆ, ਲੋਕ ਉਹਨਾਂ ਨੂੰ ਚਿਹਰੇ ਤੋਂ ਪਛਾਣਦੇ ਨੇ। ਪਿਛਲੇ 27-28 ਸਾਲ ਤੋਂ ਪੰਜਾਬੀ ਰੰਗਮੰਚ ਦੀ ਜ਼ਿੰਦਜਾਨ, ਉਹ ਨਾਮ ਜਿਸ ਨੇ ਜ਼ਮੀਨੀ ਪੱਧਰ ਤੇ ਰੰਗਮੰਚ ਕੀਤਾ ਔਰ ਅੱਜ ਵੀ ਜ਼ਮੀਨ ਤੇ ਜੁੜਿਆ ਹੋਇਆ, ਲੋਕਾਂ ਦੇ ਦੁੱਖ ਸੁੱਖ, ਲੋਕਾਂ ਲਈ ਰੰਗਮੰਚ ਕਰਨ ਵਾਲਾ ਸਾਡਾ ਰੰਗਮੰਚ ਦਾ ਕਿਰਤੀ, ਸਾਡਾ ਕਾਮਾ, ਲੁਧਿਆਣੇ ਜ਼ਿਲ੍ਹੇ ਦੀ ਲਹਿੰਦੇ ਪਾਸੇ ਸਮਰਾਲੇ ਸ਼ਹਿਰ ਨਾਲ ਸੰਬੰਧਿਤ ਸਾਦਤ ਅਲੀ ਹਸਨ ਮੰਟੋ ਦਾ ਸੰਬੰਧ ਹੈ ਸਮਰਾਲੇ ਸ਼ਹਿਰ ਨਾਲ। ਲਿਆਕਤ ਦਾ ਗੜ੍ਹ ਮੰਨ ਸਕਦੇ ਅਸੀਂ ਸਮਰਾਲੇ ਨੂੰ। ਉਸੇ ਪਰੰਪਰਾ ਦੇ ਵਿੱਚ ਅੱਗੇ ਸਾਡੇ ਕੋਲੇ ਰਾਜਵਿੰਦਰ ਸਮਰਾਲਾ ਜੀ ਸਾਡੇ ਦਰਮਿਆਨ ਨੇ। ਸਵਾਗਤ ਕਰਦੇ ਹਾਂ ਰਾਜਵਿੰਦਰ ਜੀ ਤੁਹਾਡਾ, ਜਿਉਂ ਆਖਦੇ ਹਾਂ ਵੀ ਮੰਚ ਵੱਲੋਂ। ਸਤਿ ਸ਼੍ਰੀ ਅਕਾਲ ਜਗਦੀਪ ਵੀਰ ਜੀ। ਔਰ ਤਕਰੀਬਨ ਜਿੰਨੇ ਵੀ ਦਰਸ਼ਕ ਪੰਜਾਬੀ ਦੇ ਖਾਸ ਕਰਕੇ ਰੰਗਮੰਚ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਜਿਹੜੀਆਂ ਇਸ ਵਕਤ ਸਾਡੇ ਨਾਲ ਜੁੜੀਆਂ ਨੇ ਵਰਚੁਅਲ ਰੰਗਮੰਚ ਜ਼ਰੀਏ, ਫੀਲ ਰਵਿੰਦਰ ਹੋਣਾ ਦੇ ਉਪਰਾਲੇ ਦੇ ਜ਼ਰੀਏ, ਉਹਨਾਂ ਸਾਰਿਆਂ ਨੂੰ ਜਿਹੜਾ ਹੈ ਸਾਰੇ ਪਿਆਰ ਸਤਿ ਸ਼੍ਰੀ ਅਕਾਲ ਜੀ।
ਹਾਂ ਸ਼ੁਕਰੀਆ ਰਾਜਵਿੰਦਰ ਜੀ। ਰਾਜਵਿੰਦਰ ਹੋਣਾ ਦਾ ਵੀ ਕੰਮ ਜਿਵੇਂ ਡਾਕਟਰ ਦਵਿੰਦਰ ਕੁਮਾਰ ਹੋਰਾਂ ਦਾ ਕਾਫੀ ਮਲਟੀਪਲ ਲੈਵਲ ਤੇ ਕੰਮ ਕਰਦੇ ਨੇ, ਉਹ ਰਾਜਵਿੰਦਰ ਹੋਣੀ ਵੀ ਨਿਰਦੇਸ਼ਕ ਵੀ ਨੇ, ਇਹ ਐਕਟਰ ਵੀ ਨੇ, ਔਰ ਨਾਲ ਦੀ ਨਾਲ ਇਹ ਰਾਈਟਰ ਵੀ ਨੇ, ਨਾਟਕ ਵੀ ਲਿਖੇ। ਨਾਟਕ ਵੀ ਇਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਵੀ ਲਿਖੇ ਔਰ ਹਿੰਦੀ ਭਾਸ਼ਾ ਦੇ ਵਿੱਚ ਵੀ ਲਿਖੇ। ਦੂਸਰੇ ਪਾਸੇ ਰੰਗਮੰਚ ਨਾਲ ਜੁੜੇ ਹੋਏ, ਦੂਜੇ ਪਾਸੇ ਇਹਨਾਂ ਦਾ ਕੈਮਰੇ ਦੇ ਅੱਗੇ ਸਕਰੀਨ ਤੇ ਵੀ ਕੰਮ ਹੈ, ਫਿਲਮਾਂ ਦੇ ਵਿੱਚ, ਸੀਰੀਅਲ ਦੇ ਵਿੱਚ। ਸੋ ਪਿਛਲੇ ਲੰਮੇ ਸਮੇਂ ਤੋਂ ਹਰ ਪੱਧਰ ਤੇ ਜਿਹੜਾ ਐਕਟਿੰਗ ਨਾਲ, ਡਾਇਰੈਕਸ਼ਨ ਨਾਲ, ਜਿਹੜਾ ਹਰ ਤਰ੍ਹਾਂ ਦਾ ਤਜਰਬਾ ਇਹਨਾਂ ਕੋਲੇ ਹੈਗਾ। ਹਾਂ ਡਾਕਟਰ, ਆਪਣਾ ਜੇ ਮੈਂ ਗੱਲ ਕਰਾਂ ਥੋੜ੍ਹੀ ਜਿਹੀ, ਕਿਉਂਕਿ ਅੱਜ ਮੈਂ ਜ਼ਿਆਦਾ ਗੱਲਾਂ ਰਾਜਵਿੰਦਰ ਸਮਰਾਲਾ ਜੀ ਤੋਂ ਪਾਸੋਂ ਹੀ ਸੁਣਨਾ ਚਾਹਾਂਗਾ, ਕਿਉਂਕਿ ਮੰਚ ਸੰਚਾਲਕ ਦਾ ਕੰਮ ਸਿਰਫ ਤੰਦਾਂ ਜੋੜਨਾ ਹੁੰਦਾ। ਇਸ ਪਾਸੇ ਤੰਦ ਫੜੀ, ਇੱਧਰ ਜਿਵੇਂ ਵੈਲਡਿੰਗ ਵਾਲੇ ਟਾਂਕਾ ਨਹੀਂ ਲਾਉਂਦੇ ਹੁੰਦੇ। ਰਾਜਵਿੰਦਰ ਜੀ ਸਿਰਫ 8-9 ਸਾਲ ਦੀ ਉਮਰ ਦੇ ਵਿੱਚ ਹੀ ਰੰਗਮੰਚ ਨਾਲ ਜੁੜ ਗਏ ਸੀਗੇ। ਬਹੁਤ ਛੋਟੀ ਜਿਹੀ ਉਮਰ ਸੀ, ਮਤਲਬ ਸਕੂਲੀ ਜੀਵਨ 'ਚ, ਅਤੇ ਉਸ ਤੋਂ ਬਾਅਦ ਚੱਲ ਸੋ ਚੱਲ। ਰਾਜਵਿੰਦਰ ਜੀ, ਮੇਰਾ ਸਵਾਲ ਇਹੀ ਹੈ ਪਹਿਲਾਂ ਕਿ ਉਹ ਕਿਵੇਂ ਤੁਸੀਂ 8-9 ਸਾਲ ਦੀ ਉਮਰ ਵਿੱਚ ਸੂਝ ਹੋਈ ਕਿ ਮੈਂ ਨਾਟਕ ਕਰਨਾ ਜਾਂ ਨਾਟਕ ਨਾਲ ਜੁੜਾਂ? ਕਿਹੜਾ ਨਾਟਕ ਸੀ ਉਹ, ਕਿਵੇਂ ਜੁੜੇ? ਥੋੜਾ ਜਿਹਾ ਸ਼ੁਰੂਆਤੀ ਜੀਵਨ ਬਾਰੇ ਸਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰੋ। ਮੈਂ ਜਗਦੀਪ ਵੀਰ ਜੀ ਤਕਰੀਬਨ 8-9 ਸਾਲ ਦਾ ਸੀ। ਸਾਡਾ ਸਮਰਾਲਾ, ਜਿਸ ਤਰੀਕੇ ਨਾਲ ਤੁਸੀਂ ਦੱਸ ਹੀ ਦਿੱਤਾ ਕਿ ਸਿਆਦਤ ਹਸਨ ਮੰਟੂ ਦਾ ਸ਼ਹਿਰ ਮੰਨਿਆ ਜਾਂਦਾ, ਕਿਉਂਕਿ ਸਮਰਾਲੇ ਦੇ ਨਾਲ ਲਗਭਗ ਬਿਲਕੁਲ ਸਾਡਾ ਪਿੰਡ ਕੁਪੜਾ, ਜਿੱਥੇ ਸਿਆਦਤ ਮੰਟੂ ਹੋਰਾਂ ਦਾ ਜਨਮ ਹੋਇਆ, ਤੇ ਲਾਲ ਸਿੰਘ ਦਿਲ ਹੋਣਾ ਦਾ ਇਹ ਸ਼ਹਿਰ ਹੈ ਸਮਰਾਲਾ। ਸੋ ਬਹੁਤ ਜਿਵੇਂ ਕਹਿੰਦੇ ਰਿਕਤਕ ਸ਼ਹਿਰ ਹੈ, ਔਰ ਉਹਦੇ ਨਾਲ ਨਾਲ ਹੈ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਨੇ ਰੰਗਮੰਚੀ ਸੰਸਥਾਵਾਂ ਕੰਮ ਕਰਦੀਆਂ ਰਹੀਆਂ ਨੇ। ਆਦਰਸ਼ ਕਲਾ ਮੰਚ ਸੀ, ਨਵਰੰਗ ਮੰਚ ਸੀ, ਫਿਰ ਉਸ ਤੋਂ ਬਾਅਦ ਮਾਸਟਰ ਤਰਲੋਚਨ ਹੋਣਾ ਦਾ ਆਰਟ ਸੈਂਟਰ ਸਮਰਾਲਾ ਰਿਹਾ, ਫਿਰ ਰੀਸੈਟ ਜਿਹੜਾ ਹੈ ਮੇਰਾ ਆਪਣਾ ਗਰੁੱਪ ਹੈ ਅਕਸ ਰੰਗਮੰਚ ਸਮਰਾਲਾ। ਸੋ ਸ਼ੁਰੂ ਤੋਂ ਹੀ ਜਿਹੜਾ ਹੈ, ਸਭ ਤੋਂ ਪਹਿਲਾਂ ਸਾਡੇ ਸਮਰਾਲੇ ਦੇ ਵਿੱਚ 10-10 ਦਿਨ ਦੇ ਨਾਟਕ ਮੇਲੇ ਹੁੰਦੇ ਸੀ। ਸਾਡੇ ਸਮਰਾਲੇ ਦਾ ਸਕੂਲ ਹੈ ਨੈਸ਼ਨਲ ਸਕੂਲ, ਉੱਥੇ ਇੱਕ ਵਾਰੀ 10 ਰੋਜ਼ਾ ਨਾਟਕ ਮੇਲਾ ਹੋਇਆ ਸੀ। ਉੱਥੇ ਇੱਕ ਤਾਂ ਜਿਹਾ ਕਿਰਦਾਰ ਮੈਨੂੰ ਉਹ 9-8 ਦੀ ਉਮਰ ਦੇ ਵਿੱਚ ਕਰਨ ਨੂੰ ਮਿਲਿਆ ਸੀ। ਉਸ ਤੋਂ ਬਾਅਦ ਫਿਰ ਜਿਵੇਂ ਕਹਿੰਦੇ ਨੇ +1 +2 ਦੇ ਵਿੱਚ ਫਿਰ ਥੋੜੀ ਹੋਰ ਰੁਚੀ ਵੱਧਦੀ ਚਲੀ ਗਈ, ਔਰ +1 ਤੋਂ ਬਾਅਦ ਜਦੋਂ BA ਫਸਟ ਈਅਰ ਦੇ ਵਿੱਚ ਐਡਮਿਸ਼ਨ ਲਈ ਤਾਂ ਫਿਰ ਮਾਸਟਰ ਤਰਲੋਚਨ ਹੋਣਾ ਨੇ ਉਂਗਲੀ ਫੜੀ, ਤੇ ਬਸ ਮਾਸਟਰ ਤਰਲੋਚਨ ਹੋਣੀ ਮੇਰੇ ਉਸਤਾਦ ਗੁਰੂ ਨੇ, ਤੇ ਬਹੁਤ ਲੰਬਾ ਸਮਾਂ ਜਿਹੜਾ ਹੈ ਮਾਸਟਰ ਤਰਲੋਚਨ ਹੋਰਾਂ ਦੇ ਨਾਲ ਕੰਮ ਕੀਤਾ। ਤੇ ਅੱਜ ਜੇ ਮੈਂ ਇਸ ਦਰਸ਼ਕਾਂ ਦੇ ਰੂਬਰੂ ਹਾਂ, ਇਸ ਪਲੇਟਫਾਰਮ ਤੇ ਬੈਠਾ, ਤਾਂ ਉਹ ਮਾਸਟਰ ਤਰਲੋਚਨ ਹੋਰਾਂ ਦੀ ਗੱਲ ਹੈ। ਹਾਂ, ਮਾਸਟਰ ਤਰਲੋਚਨ ਹੋਣਾ ਦਾ ਬੜਾ ਸਤਿਕਾਰ ਨਾਲ ਸਾਡੇ ਪੰਜਾਬੀ ਰੰਗਮੰਚ ਵਿੱਚ ਨਾਂ ਲਿਆ ਜਾਂਦਾ। ਬਹੁਤ ਹੀ ਪਿਆਰੇ ਇਨਸਾਨ ਨੇ। ਰਾਜਵਿੰਦਰ ਸਮਰਾਲਾ ਜੀ, ਕੀ ਤੁਸੀਂ ਕੁਝ ਹੋਰ ਨਾਟਕਕਾਰ ਜਾਂ ਰੰਗਕਰਮੀਆਂ ਨਾਲ ਵੀ ਕੰਮ ਕੀਤਾ? ਮਾਸਟਰ ਤਰਲੋਚਨ ਜੀ, ਜਿਵੇਂ ਸਾਡੇ ਥੀਏਟਰ ਦੇ ਵਿੱਚ ਪਰੰਪਰਾ ਹੁੰਦੀ ਆ ਨਾ, ਅਸੀਂ ਕਿਸੇ ਨਾਲ ਜੁੜ ਜਾਂਦੇ, ਫਿਰ ਉਦੋਂ ਬਾਅਦ ਸਾਡੇ ਉਸਤਾਦ ਧਾਰ ਲੈਂਦੇ ਆ, ਲੰਮਾ ਸਮਾਂ ਅਸੀਂ ਉਹਨਾਂ ਤੋਂ ਸਿੱਖਦੇ ਹਾਂ, ਕੰਮ ਕਰਦੇ ਹਾਂ ਉਹਨਾਂ ਨਾਲ। ਮੇਰਾ ਲੱਭ ਇਹ ਹੈ ਕਿ ਤੁਸੀਂ ਕਿਹੜੇ ਕਿਸੇ ਹੋਰ ਰੰਗਕਰਮੀਆਂ ਨਾਲ ਕੰਮ ਕੀਤਾ, ਵੱਡਿਆਂ ਨਾਲ, ਔਰ ਉਹਨਾਂ ਨਾਲ ਤੁਹਾਡੇ ਕਿਸ ਤਰ੍ਹਾਂ ਦੇ ਅਨੁਭਵ ਰਹੇ? ਮਤਲਬ ਅਸੀਂ ਕੀ ਸਿੱਖਿਆ ਉਹਨਾਂ ਤੋਂ? ਕੀ ਜੇ ਮੈਂ ਕਹਾਂ ਵੀ ਰਾਜਵਿੰਦਰ ਦੇ ਵਿੱਚ ਜੇ ਕੋਈ ਚੀਜ਼ ਆਈ ਵੀ ਫਲਾਨੇ ਬੰਦੇ ਕਰਕੇ ਆਈ, ਉਹਦੀ ਦੇਣ ਸੀ, ਹੈ ਨਾ। ਇੱਕ ਰਾਜਵਿੰਦਰ ਖੁਦ ਹੈ, ਰਾਜਵਿੰਦਰ ਜੋ ਮੈਂ ਰਾਜਵਿੰਦਰ ਹਾਂ, ਇੱਕ ਮੇਰਾ, ਇੱਕ ਮੈਨੂੰ ਮਤਲਬ ਕਿਸੇ ਦੇ ਇੰਟਰੈਕਸ਼ਨ ਕਰਕੇ, ਕਿਸੇ ਨਾਲ ਜੋੜ ਕੇ, ਕਿਸੇ ਵੱਡੀ ਸ਼ਖਸੀਅਤ ਨਾਲ, ਛੋਟੇ ਨਾਲ, ਬਰਾਬਰ ਦੇ ਨਾਲ। ਸੋ ਉਹ ਕਿਹੜੇ ਪ੍ਰਭਾਵ ਨੇ, ਕਿਹੜੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਤੋਂ ਤੁਸੀਂ, ਸ਼ਖਸੀਅਤਾਂ ਤੇ ਉਹਨਾਂ ਦੇ ਪ੍ਰਭਾਵ, ਕਿਸ ਤਰ੍ਹਾਂ ਦੇ ਪ੍ਰਭਾਵ ਕਬੂਲੇ? ਇਹਦੇ ਬਾਰੇ ਆਪਾਂ ਗੱਲ ਕਰੀਏ ਹੁਣ। ਜਗਦੀਪ ਵੀਰ ਜੀ, ਮਾਸਟਰ ਤਰਲੋਚਨ ਹੁਣੇ ਮੇਰੇ ਉਸਤਾਦ ਗੁਰੂ ਨੇ। ਸਭ ਤੋਂ ਪਹਿਲਾਂ ਜਿਹੜਾ ਹੈ ਉਹਨਾਂ ਦੇ ਸਿਰ ਵੱਜਦਾ ਵਾ। ਬਾਕੀ ਇਹ ਸੀ ਕਿ ਰੰਗਮੰਚ ਦਾ ਸਫ਼ਰ ਲੰਬਾ ਸਫ਼ਰ ਹੈ, ਸਾਰੀ ਉਮਰ ਅਸੀਂ ਸਿੱਖਦੇ ਹੀ ਰਹਿੰਦੇ ਆ। ਤੇ ਇਸ ਜਿੰਨਾ ਕੁ ਸਫ਼ਰ ਮੈਂ ਤੈਅ ਕੀਤਾ, ਉਹਦੇ ਵਿੱਚ ਮੈਂ ਕੁਮਾਰ ਪਵਨਦੀਪ ਹੋਰਾਂ ਦੇ ਕੋਲ ਕੰਮ ਕੀਤਾ ਹੈ, ਸ਼ਬੀਸ਼ ਹੋਰਾਂ ਦੇ ਬ੍ਰਦਰ ਨੇ, ਉਹਨਾਂ ਦੇ ਕੋਲ ਉਸਨੂੰ ਕਹੀਂ ਇੰਸਪੈਕਟਰ ਮਾਤਾ ਦੀਨ ਚੰਦ ਤੇ ਛਵੀਆਂ ਦੀ ਰੁੱਤ, ਜਦੋਂ ਮੈਂ ਸਿਰਫ ਔਰਤ ਹੁੰਦੀ ਹਾਂ, ਬਾਲ ਭਗਵਾਨ, ਮਿੱਟੀ ਨਾ ਹੋਵੇ ਮਟਰੀ, ਇਸ ਤਰ੍ਹਾਂ ਦੇ। ਔਰ ਉਸ ਦੇ ਨਾਲ ਹੀ ਜਿਹੜਾ ਹੈ ਸ਼ੰਭੁਲ ਚੌਹਾਨ ਹੋਰਾਂ ਦੇ ਕੋਲ ਵੀ ਜਿਹੜਾ ਹੈ ਕੁਛ ਨਾਟਕਾਂ ਦੀਆਂ ਵਰਕਸ਼ਾਪਾਂ ਜਿਹੜੀਆਂ ਰਨ ਕੀਤੀਆਂ ਨੇ, ਸਾਨੂੰ ਤਿਆਰੀ ਕਰਵਾ ਕੇ ਜਾਂਦੇ ਰਹੇ ਨੇ। ਔਰ ਇੱਕ ਸ਼ਖਸੀਅਤ ਸਮਰਾਲੇ ਦੀ ਸਾਡੀ ਹੋਰ ਸੀ, ਉਹ ਮਨਜੀਤ ਰਾਏ, ਜਿਹੜਾ ਅੱਜ ਕੱਲ੍ਹ ਬੜਾ
ਫੇਮਸ ਸਿੰਗਰ ਹੈ ਬੱਬਰ ਰਾਏ, ਫਿਲਮ ਆਰਟਿਸਟ ਹੈ। ਉਹਦੇ ਫਾਦਰ ਸਾਹਿਬ ਸੀ ਮਨਜੀਤ ਰਾਏ ਜੀ, ਤੇ ਉਹਨਾਂ ਨੇ ਲਾਈਟ ਸਾਊਂਡ ਦਾ ਡਿਪਲੋਮਾ ਕੀਤਾ ਹੋਇਆ ਸੀ ਪੰਜਾਬੀ ਚੰਡੀਗੜ੍ਹ ਤੋਂ। ਤੇ ਤਾਂ ਕਿ ਫਿਰ ਉਹਨਾਂ ਕੋਲ ਵੀ ਜਿਹੜਾ ਹੈ ਬਹੁਤ ਲੰਬਾ ਸਮਾਂ, ਤਕਰੀਬਨ 7-8 ਸਾਲ ਲਾਈਟ ਔਰ ਸੈੱਟ ਦੇ ਜਿਹੜਾ ਹੈ ਉਹਨਾਂ ਦੇ ਕੋਲੋਂ, ਜਿਵੇਂ ਕਹਿੰਦੇ ਨੇ ਗੁਰਪੇਸ਼, ਉੱਥੋਂ ਸਿੱਖੇ। ਔਰ ਗੁਰਸ਼ਦ ਭਾਜੀ ਹੋਰਾਂ ਦੀ ਸੰਗਤ ਦੇ ਵਿੱਚ ਵੀ ਰਹਿਣ ਦਾ ਮੌਕਾ ਮਿਲੇ, ਕਿਉਂਕਿ ਉਹਨਾਂ ਦੇ ਨਾਲ ਵੀ ਕੀਤੇ। ਔਰ ਰੀਸੈਂਟਲੀ ਜਿਹੜਾ ਹੈ ਹੁਣੇ ਪਿਛਲੇ ਸਮੇਂ ਦੇ ਵਿੱਚ 3 ਸਾਲ ਪਹਿਲਾਂ ਥੀਏਟਰ ਦਾ ਓਲੰਪਿਕਸ ਹੋਇਆ ਸੀ ਦਿੱਲੀ ਦੇ ਵਿੱਚ, NST ਔਰ ਮਿਨਿਸਟਰੀ ਆਫ ਕਲਚਰ ਇੰਡੀਆ ਦੀ ਕੋਲੈਬੋਰੇਸ਼ਨ ਦੇ ਨਾਲ। ਉਸ ਦੇ ਵਿੱਚ 8ਵੇਂ ਓਲੰਪਿਕਸ ਦੇ ਵਿੱਚ ਜਿਹੜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ ਡਾਕਟਰ ਆਤਮਜੀਤ ਦੀ, ਉਹਨਾਂ ਦੀ ਜਿਹੜਾ ਹੈ ਜਿਵੇਂ ਕਹਿੰਦੇ ਨੇ ਕਿ ਨਿਰਦੇਸ਼ਨਾ ਹੇਠ ਕੰਮ ਕਰਨ ਦਾ ਮਜ਼ਾ ਆਇਆ। ਉਹਨਾਂ ਨੇ ਸਾਨੂੰ ਟੋਬਾ ਟੇਕ ਸਿੰਘ ਯਾਨੀ ਕਿ ਰਿਸ਼ਤਿਆਂ ਦਾ ਕੀ ਰੱਖੀਏ ਨਾ, ਮੰਟੋ ਦਾ ਉਹ ਨਾਟਕ ਸਾਨੂੰ ਤਿਆਰ ਕਰਾਇਆ। ਬਹੁਤ ਸਾਰੀਆਂ ਬਰੀਕੀਆਂ ਜਿਹੜੀਆਂ ਨੇ ਉਹ ਡਾਕਟਰ ਆਤਮਜੀਤ ਹੋਰਾਂ ਦੇ ਕੋਲੋਂ ਸਿੱਖੀਆਂ। ਤੋ ਇਹ ਜਿਹੜੇ ਕੁਛ ਸਾਡੇ ਸਤਿਕਾਰਯੋਗ ਨਿਰਦੇਸ਼ਕ ਸੀ, ਕੁਮਾਰ ਪਵਨਦੀਪ, ਲੱਖਾ ਲਹਿਰੀ, ਸੈਮੂਅਲ ਜੌਨ, ਤੇ ਵੱਡੇ ਨਾਂ ਹੈਗੇ ਨੇ, ਇਹਨਾਂ ਦੇ ਕੋਲ ਜਿਹੜਾ ਹੈ ਕੰਮ ਸਿੱਖਿਆ। ਇਹਨਾਂ ਦੇ ਕੋਲ ਐਕਟਿੰਗ ਵੀ ਸਿੱਖੀ, ਇਹਨਾਂ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬਾਰੀਕੀਆਂ ਨੇ ਰੰਗਮੰਚ ਦੀਆਂ ਉਹ ਹਾਸਲ। ਬਹੁਤ ਖੂਬਸੂਰਤ ਗੱਲ ਹੈ। ਗੁਰਸ਼ਰਨ ਭਾਜੀ ਦਾ ਇੱਕ ਆਵਾਮ ਦਾ ਰੰਗਮੰਚ ਜਿਹੜਾ ਕੀਤਾ ਉਹਨਾਂ ਨੇ ਲੋਕਾਂ ਲਈ, ਜਿਹੀ ਸ਼ਖਸੀਅਤ ਦੇ ਨਾਲ ਤੁਸੀਂ ਜੁੜੇ, ਸੋ ਇਹ ਤੁਹਾਨੂੰ ਇੱਕ ਤਰ੍ਹਾਂ ਦੀ ਮਤਲਬ ਪ੍ਰੇਰਨਾ ਪੈਦਾ ਕਰਦੀ ਹੈ, ਹੈ ਨਾ। ਤੁਸੀਂ ਕਮਿਟਮੈਂਟ, ਜਿਹੜੇ ਵੀ ਬੰਦੇ ਗੁਰਸ਼ਰਨ ਭਾਈ ਨਾਲ ਥੀਏਟਰ ਕੀਤਾ ਕਮਿਟਡ ਬਹੁਤ ਸੀਗੇ, ਉਹਨਾਂ ਨੇ ਕਮਿਟਮੈਂਟ ਬਹੁਤ ਦਿੱਤੀ। ਡਾਕਟਰ ਆਤਮਜੀਤ, ਮੇਰੀ ਖੁਦ ਦੀ PhD ਹੈ ਜਿਹੜੀ ਡਾਕਟਰ ਆਤਮਜੀਤ ਦੇ ਨਾਟਕਾਂ 'ਤੇ ਹੈ, ਔਰ ਮੈਂ ਲੰਮਾ ਸਮਾਂ ਉਹਨਾਂ ਨਾਲ ਵਿਚਰਿਆ। ਜਦੋਂ ਮੇਰਾ ਰਜਿਸਟਰਡ ਹੋਣਾ ਸੀ ਟੌਪਿਕ, ਤੇ ਟੌਪਿਕ ਉਹਨਾਂ 'ਤੇ ਹੋ ਗਿਆ, ਔਰ ਉਹਨਾਂ ਦੇ ਜਿਹੜੇ ਚੈਪਟਰਾਈਜੇਸ਼ਨ ਕਰਨੀ ਸੀ, ਅਤੇ ਮੈਨੂੰ ਲੁਧਿਆਣੇ ਬੁਲਾ ਲਿਆ। ਉਹ ਕਾਲਜ 'ਚ ਹੁੰਦੇ ਸੀ, ਉਹਨਾਂ ਦੇ ਨਾਲ ਮੈਗਜ਼ੀਨ ਦਾ ਕੰਮ ਕਰ ਰਹੇ ਸੀ, ਅਤੇ ਮੈਂ ਸਵੇਰ ਦਾ ਬੈਠਾ, ਅਤੇ ਸ਼ਾਮ ਨੂੰ 9 ਵਜੇ ਕਹਿੰਦੇ ਚੱਲ ਆ ਜਾ ਜਗਦੀਪ, ਹੁਣ ਆਪਾਂ ਰਾਤ ਦੇ 9 ਵਜੇ ਦਾ ਟਾਈਮ, ਕਹਿੰਦੇ ਆ ਜਾ ਲੁਧਿਆਣੇ ਨਿਕਲਦੇ ਆ। ਅਸੀਂ ਸੜਕਾਂ 'ਤੇ ਲੁਧਿਆਣੇ ਦੀਆਂ, ਅਤੇ ਕਹਿੰਦੇ ਤੈਨੂੰ ਨਾਟਕ ਕਿਹੜਾ ਪਸੰਦ ਆ, ਵੀ ਪੰਜਾਬੀ ਦਾ ਇੱਕ ਨਾਟਕ ਵਧੀਆ, ਵੀ ਕਿਹੜਾ ਵਧੀਆ ਨਾਟਕ ਲੱਗਦਾ। ਮੈਂ ਉਹਨਾਂ ਦਿਨਾਂ 'ਚ ਜਿਹੜਾ ਮੈਨੂੰ ਵਧੀਆ ਲੱਗਦਾ ਸੀਗਾ ਮੈਂ ਉਹ ਦੱਸ ਦਿੱਤਾ, ਤੇ ਅੱਜ ਵੀ ਮੇਰਾ ਉਹੀ ਮਤਲਬ ਜੇ ਵਧੀਆ ਨਾਟਕਾਂ 'ਚੋਂ ਇੱਕ ਬਲਵੰਤ ਗਾਰਗੀ ਦਾ ਲੋਹਾ ਕੁੱਟ ਨਾਟਕ ਸੀਗਾ, ਹੈ ਨਾ, ਕੁਦਰਤੀ ਮੈਨੂੰ ਵਧੀਆ ਲੱਗਦਾ। ਔਰ ਉਹਨਾਂ ਦਾ ਵੀ ਇਹ ਫੇਵਰੇਟ ਨਾਟਕ ਸੀ, ਔਰ ਉਹਨਾਂ ਦੀ ਦਿਲਚਸਪੀ ਪੈਦਾ ਹੋਈ। ਔਰ ਤੁਸੀਂ ਯਕੀਨ ਨਹੀਂ ਮੰਨਣਾ ਕਿ ਉਹ ਮਤਲਬ ਇਸ ਤਰ੍ਹਾਂ ਦੀ ਸ਼ਖਸੀਅਤ ਨੇ। ਅਸੀਂ ਰਾਤ ਨੂੰ 9 ਵਜੇ ਤੋਂ ਲੈ ਕੇ 11 ਵਜੇ ਤੱਕ ਲੁਧਿਆਣੇ ਦੀਆਂ ਸੜਕਾਂ 'ਤੇ ਘੁੰਮਦੇ ਰਹੇ, ਅਤੇ ਉਹਨਾਂ ਨੇ ਮੇਰੀ ਚੈਪਟਰਾਈਜੇਸ਼ਨ, ਚੈਪਟਰਾਂ ਦੇ ਨਾਂ ਵੀ ਆਪਾਂ ਥੀਸਿਸ ਐਂ ਕਰਨਾ, ਉਹਦੇ 'ਚ ਉਹਨਾਂ ਨੇ ਬੜਾ ਮੈਨੂੰ ਖੂਬਸੂਰਤ ਤਰੀਕੇ ਨਾਲ ਗਾਈਡ ਕੀਤਾ। ਰੰਗਮੰਚ ਬਾਰੇ ਜਿੰਨੀ ਬਾਰੀਕੀ ਨਾਲ ਸੂਝ ਉਹਨਾਂ ਨੂੰ ਹੈ, ਬਹੁਤ ਹੀ ਕਮਾਲ ਦੀ ਗੱਲ ਆ। ਮੈਂ ਤਾਂ ਹੀ ਤੁਹਾਨੂੰ ਸਵਾਲ ਕੀਤਾ ਸੀ ਕਿ ਜੇ ਡਾਕਟਰ ਆਤਮਜੀਤ ਹੁਣੀ ਰੰਗਮੰਚ ਦੀ ਬਾਰੀਕੀ ਬਾਰੇ ਕੋਈ ਗੱਲ ਜੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕੋ ਤਾਂ ਬਹੁਤ ਵਧੀਆ ਗੱਲ ਹੋਊਗੀ। ਅਤੇ ਕੋਈ ਨਹੀਂ, ਅੱਗੇ ਤੁਹਾਡੇ ਕੋਈ ਧਿਆਨ 'ਚ ਆਈ ਜਿਹੜੀ ਗੱਲ ਉਹ ਉਹਨਾਂ ਤੋਂ ਤੁਸੀਂ ਸਿੱਖੀ, ਹੈ ਨਾ, ਉਹ ਅੱਗੇ ਆਪਾਂ ਜ਼ਰੂਰ ਕਿਸੇ ਨਾ ਕਿਸੇ ਰੂਪ ਵਿੱਚ ਕਰਾਂਗੇ। ਮੇਰੇ ਖਿਆਲ ਹੁਣ ਰਾਜਵਿੰਦਰ ਜੀ ਤੁਹਾਡਾ ਨਾਟਕ ਦੇਖ ਲਈਏ ਆਪਾਂ, ਹੈ ਨਾ, ਫਿਰ ਉਸ ਤੋਂ ਬਾਅਦ ਖੁੱਲ੍ਹਾ ਟਾਈਮ ਹੋਊਗਾ ਵਿਚਾਰ ਚਰਚਾ ਕਰਨ ਨੂੰ। ਅਤੇ ਹੁਣ ਜਿਹੜੇ ਅੱਜ ਦੋਸਤੋ ਅਸੀਂ ਪੇਸ਼ੇ ਨਜ਼ਰ ਵੱਲ ਵੱਧ ਰਹੇ ਹਾਂ, ਔਰ ਰਾਜਵਿੰਦਰ ਸਮਰਾਲਾ ਹੋਣਾ ਜੀ ਨੂੰ ਪੁੱਛਦੇ ਹਾਂ ਕਿ ਅੱਜ ਤੁਹਾਡੀ ਸਕ੍ਰਿਪਟ ਕਿਹੜੀ ਆ, ਨਾਮ ਕੀ ਆ ਸਕ੍ਰਿਪਟ ਦਾ, ਔਰ ਨਿਰਦੇਸ਼ਕ ਰਾਜਵਿੰਦਰ ਜੀ ਤੁਹਾਡੀ ਨਿਰਦੇਸ਼ਨਾ 'ਚ ਹੀ ਨਾਟਕ ਹੋਊਗਾ ਮੇਰੇ ਖਿਆਲ 'ਚ, ਹੈ ਨਾ। ਅਕਸ ਰੰਗਮੰਚ ਇਹਨਾਂ ਦਾ ਚਲਾ ਰਹੇ ਨੇ ਸਮਰਾਲੇ 'ਚ, ਅਕਸ ਰੰਗਮੰਚ ਦੀ ਪੇਸ਼ਕਸ਼ ਆ। ਨਾਟਕ ਬਾਰੇ ਸਿਰਫ ਨਾਮ ਦੱਸਣਾ ਜੀ ਨਾਟਕ ਦਾ, ਅਤੇ ਸਕ੍ਰਿਪਟ ਕਿਹਦੀ ਹੈ, ਅਤੇ ਉਸ ਤੋਂ ਬਾਅਦ ਆਪਾਂ ਪੇਸ਼ੇ ਨਜ਼ਰ ਵੱਲ ਵੱਧਦੇ ਹਾਂ। ਬਿਲਕੁਲ ਜੀ। ਨਾਟਕ ਦਾ ਨਾਂ ਹੈ ਸੂਰਜ ਕਦੇ ਮਰਦੇ ਨਹੀਂ, ਲੇਖਕ ਤੇ ਨਿਰਦੇਸ਼ਕ ਓਕੇ। ਸੂਰਜ ਕਦੇ ਮਰਦੇ ਨਹੀਂ, ਅਕਸ ਰੰਗਮੰਚ ਦੀ ਪੇਸ਼ਕਸ਼, ਨਿਰਦੇਸ਼ਨਾ ਤੇ ਲੇਖਕ ਰਾਜਵਿੰਦਰ ਸਮਰਾਲਾ, ਇਹਨਾਂ ਨੇ ਖੁਦ ਹੀ ਲਿਖਿਆ ਹੋਇਆ। ਸੋ ਆਓ ਦੋਸਤੋ ਰੰਗਮੰਚ ਦੇ ਰੰਗ ਮਾਣਦੇ ਹਾਂ ਆਪਾਂ, ਪੇਸ਼ੇ ਨਜ਼ਰ। रंग दे बसंती चोला, माए रंग दे
मैनू सजा सुना दी गई है, फांसी का हुक्म होया। फिर अकाल कोठरिया में फांसी का हुक्म उड़ीकण वाले और बहुत सारे कैदी ने वो यही अरदास करी जाते ने कि किवें ना किवें फांसी तो बच जाण। फिर तू क्यों नहीं अरदास करता? मेरा इस सब कासे विच कोई यकीन नहीं ते ना ही कोई दिली इच्छा। मैं तो शायद उन्हां विचों इकल्ला ही जिहा होवां जिस तूं फांसी दे दिंदी बेसब्री नाल उड़ीक है। तेनू अपनी फांसी दी ऐनी बेसब्री नाल उड़ीक क्यों आ? अपने मकसद लई मरण दा सुभाव बड़ी किस्मत दे नाल मिलदा है। जिंदगी जिउण दी कुदरती ख्वाहिश मेरे मन अंदर भी है, पर किसी दा गुलाम होके जीना मैनू हरगिज़ मंजूर नहीं। पर तू जदों भी मिलदा है पिठ घुमा के क्यों गल करदा है? मेरे नाल नजरां मिला के गल कर। करांगा एक दिन तेरे नाल नजरां मिला के भी गल करांगा, पर पहला तू उसदे काबिल तां हो। पर तू है कौन? क्यों मेरे बार-बार सुपने च आके मैनू डराउंदा है? ओए डरू बंदे नू मैं की डराउणा होया? डराउण ते समझाउण विच फर्क हुंदा है। पर तू मैनू ही क्यों समझाउंदा है? मैं तो तेनू जानदा तक नहीं। आखिर की रिश्ता है तेरा मेरा? बाकी लोग जो मेरे सुपने च आउंदे ने उन्हां नूं मैं चंगी तरह जानदा, पर तू कौन है? वक्त आउण ते तैनू तेरे सारे सवालां दा जवाब मिलेगा। सारे सवालां दे जवाब जद मेरे सवालां दा जवाब दे जा मैनू। कित्थे चलिया तू? मेरे सवालां दा जवाब दे जा मैनू। ਜਾਂਦਾ ਏ ਮੈਨੂੰ ਚੈਨ ਨਾ ਆਵੇ, ਮੈਨੂੰ ਚੈਨ ਨਾ ਆਵੇ। ਇੱਕ ਪਰਿੰਦਾ ਵਿੱਚ ਪਿੰਜਰੇ ਦੇ दिन राती कुरलावे। हाँ भाई, मैं आज फिर वही सुपना देखा। मैंने नहीं पता भाई, जदों मेरे सुपने च आउंदा एक अजीब जिहा खौफ ना मेरे मत्थे नूं त्रेड़ियां लग जांदियां ने। मेरे हाथ पर कंबल लग जाते हैं भाई। कदे कदे तो मैंने इंज लगता है कि जिस दिन उन्होंने मेरे वाल मुंह घुमा लिया किते मेरी जान ही ना निकल जाए। ओए बल्ला वे मां दे तुलिया। ओए मैं तो तेनू बड़ा दलेर समझदा सी ते तू ओए तू तां चमा डरू निकलिया यार। चल छੱਡ आए दस भी ओ शमशेर भाई नहीं आया? नहीं तो अच्छा यार मैं तो कहना सी ਆਪਾਂ ਤਾਰੀ ਦੇ ਘਰੇ ਮਿਲਾਂਗੇ। ਉਹ ਜੇ ਬਾਈ ਨੇ ਕਿਹਾ ਸੀ ਤਾਂ ਆ ਜਾਊਗਾ। ਉਡੀਕ ਲੈਨੇ ਆ, ਆਪਣੇ ਘਰੇ ਬੈਠੇ ਆ। ਉਹ ਕਿਸੇ ਬਗਾਨੇ ਦੇ ਤਾਂ ਨਹੀਂ। ਆਹੋ ਜਾ ਫੜ ਜਾ। ਲਵੰਤ ਤੇਰੇ ਕੋਲ ਪੂਰਾ ਮਾਲ ਹੈ? ਉਹ ਕਿੱਥੇ ਯਾਰ ਮਾਲ ਤਾਂ ਆਪ ਲੈਣ ਜਾਣਾ ਹਜੇ। ਚੱਲ ਕੋਈ ਨਹੀਂ, ਜੇ ਮਾਲ ਹੈ ਨਹੀਂ ਇੱਕ ਇੱਕ ਪੈਕ ਖਿੱਚ ਕੇ ਸਰੀਰ ਕੰਡੇ ਦੇ ਕਰਦੇ ਆ ਪਹਿਲਾਂ। ਉਹ ਤੁਰਾ ਪੈ। ਲਵੰਤ ਇੱਕ ਗੱਲ ਦੱਸ ਭਲਾ, ਅੱਛਾ ਆ ਬਾਈ ਨੇ ਆਪਾਂ ਨੂੰ ਅੱਜ ਅੱਡੇ ਤੇ ਕਿਉਂ ਨਹੀਂ ਸੱਦਿਆ? ਉਹ ਯਾਰ ਬਾਈ ਕਹਿੰਦਾ ਸੀ ਨਾ ਵੀ ਕੱਲ ਨੂੰ 15 ਅਗਸਤ ਤੇ ਪੁਲਿਸ ਨੇ ਥਾਂ ਤੇ ਨਾਕੇ ਲਾਏ ਹੋਏ ਨੇ। ਇਸੇ ਕਰਕੇ ਬਾਈ ਕਹਿੰਦਾ ਵੀ ਅੱਡੇ ਦੀ ਜਗ੍ਹਾ ਤੇ ਆਪਾਂ ਤਾਰੀ ਦੇ ਘਰੇ ਮਿਲ ਲੈਂਦੇ ਹਾਂ। ਬਾਈ ਦੀ ਗੱਲ ਤਾਂ ਠੀਕ ਆ। ਐਵੇਂ ਆ ਗਏ ਮੁੰਡਿਓ, ਆਓ ਬਾਈ ਜੀ। ਤੇਰੀ ਪੈਨ ਜਿਉਂਦੇ ਰਹੋ। ਹੋਰ ਦੱਸੋ ਕੀ ਹੁਕਮ ਹੈ? ਹੁਕਮ ਤਾਂ ਬਸ ਸਹੀ ਆ ਬਲਵੰਤ। ਬਾਰਡਰ ਤੋਂ ਬਾਹਰ ਪੂਰੇ 15 ਕਰੋੜ ਦਾ ਮਾਲ, ਜਿਹਦੇ ਵਿੱਚ ਦਾ ਮਾਲ ਉਹ 15 ਅਗਸਤ ਇਸ ਲਈ ਪੁਲਿਸ ਨੇ ਸਿਕਿਉਰਿਟੀ ਟੈਟ ਕੀਤੀ ਆ। ਪਰ ਮੈਂ ਚਾਹੁੰਦਾ ਬਿਨਾਂ ਕਿਸੇ ਨੁਕਸਾਨ ਦੇ ਉਹ ਮਾਲ ਰਾਤੋਂ ਰਾਤ ਇੱਥੇ ਮੇਰੇ ਤੱਕ ਪਹੁੰਚਣਾ ਚਾਹੀਦਾ। ਕੋਈ ਗੱਲ ਨਹੀਂ ਬਾਈ ਜੀ, ਮਾਲ ਆਪਣੇ ਤੱਕ ਪਹੁੰਚ ਜਾਊਗਾ। ਕੋਈ ਗੱਲ ਨਹੀਂ ਬਾਈ, ਮਾਲ ਲੈਣ ਮੈਂ ਜਾਊਂਗਾ। ਤੂੰ ਨਹੀਂ ਆ ਜਾ ਕੇ ਬਾਕੀ ਦੇ ਬਾਅਦ ਸਮਝਿਆ ਨਾ? ਹਾਂਜੀ ਬਾਈ ਜੀ, ਬਾਕੀ ਦੀ ਪੇਮੈਂਟ ਦਾ ਕੀ ਬਣਿਆ? ਉਹ ਤਾਂ ਬਾਈ ਜੀ ਧੱਕੇ ਕੋਲ ਪਈ ਆ, ਆਪਣਾ ਖਾਸ ਬੰਦਾ ਉਹ ਚਾਹੇ ਖਾਸਾ ਚਾਹੇ ਆਵਾ, ਪੇਮੈਂਟ ਆਪਣੇ ਹੱਥ ਚ। ਤਾਰੀ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਨਾ। ਠੀਕ ਆ ਬਾਈ। ठीक है भाई जी। सारे जहां से
अच्छा हिंदुस्तान हमारा हमारा ਬੰਦ ਕਰੋ ਬਕਵਾਸ। ਕਿਹੜੇ ਪਾਸੇ ਚੰਗਾ ਹਿੰਦੁਸਤਾਨ? ਕੋਈ ਚੰਗਾ ਚੰਗਾ ਨਹੀਂ ਹੈਗਾ। तो तेनू की हो गया तू की बोली जाना ਕੁਝ ਨਹੀਂ ਯਾਰ ਬਲਵੰਤ, ਮੈਂ ਸੋਚਦਾ ਯਾਰ ਹਾਂ ਅੰਗਰੇਜ਼ ਇਹਨਾਂ ਕਾਲੀਆਂ ਜੋਕਾਂ ਨਾਲੋਂ ਮਾੜੇ ਤਾਂ ਨਹੀਂ ਸੀ। ਜਾਤੀ ਘੁਲਾਟੇ ਨਾਲ ਤੇ ਜਾਨਾਂ ਗਵਾਈਆਂ ਤਾਂ ਫੇਰ ਕਿਤੇ ਮਿਲੀ ਜਾਤੀ ਜਾ ਲੱਗੀ ਆਪਾਂ ਨੂੰ। ਭਾਈ ਜੇ ਮੈਨੂੰ ਇੱਕ ਵਾਰ ਕਿਤੇ ਜਾਤੀ ਘੁਲਾਟੇ ਮਿਲ ਜਾਣ ਤਾਂ ਮੈਂ ਉਹਨਾਂ ਨੂੰ ਪੁੱਛਾਂ ਕਿ ਕੀ ਸੋਚ ਕੇ ਤੁਸੀਂ ਦੇਸ਼ ਆਜ਼ਾਦ ਕਰਾਇਆ ਸੀ? ਉਹ ਯਾਰ ਭਾਈ ਮੈਂ ਸੱਚ ਕਹਿਣਾ, ਮੈਨੂੰ ਇੱਕ ਵਾਰ ਮਿਲ ਜਾਣ ਤਾਂ ਮੈਂ ਉਹਨਾਂ ਨੂੰ ਪੁੱਛਾਂ ਆਖਰ ਦਿਮਾਗ ਖਰਾਬ ਹੋਇਆ ਸੁਣਾ ਯਾਰ ਆਜ਼ਾਦੀ ਲਈ। ਤੈਨੂੰ ਮਿਲਣਗੇ ਜਾਤੀ ਘਲਾਟੀ ਹੈ ਕੋਈ ਨਾ ਮਿਲਣੀ ਆਉਣਗੇ ਤੇਰੇ ਸੁਪਨਿਆਂ 'ਚ। ਚੱਲ ਠੀਕ ਆ ਮੈਂ ਚੱਲਦਾ। ਪਰ ਮੈਨੂੰ ਜਾਤੀ ਘੁਲਾਟੀ ਹੈ ਉਹਨਾਂ ਨੂੰ ਪੁੱਛਾਂ ਕਿ ਕੀ ਸੋਚ ਕੇ ਤੁਸੀਂ ਦੇਸ਼ ਆਜ਼ਾਦ ਕਰਵਾਇਆ ਸੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਕਾ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਆ ਦੱਸ ਬਾਬਾ ਕੀ ਗੱਲ ਆ? ਮਾਲ ਲੈਣਾ? ਮਾਲ ਹੈ ਨਹੀਂ ਸਾਡੇ ਕੋਲ, ਨਾਲੇ ਪੈਸੇ ਵੀ ਅਸੀਂ ਅਣਜਾਣ ਬੰਦੇ ਨੂੰ ਮਾਲ ਨਹੀਂ ਦਿੰਦੇ। ਅਣਜਾਣ ਪਰ ਤੂੰ ਆਪ ਤਾਂ ਮੈਨੂੰ ਬੁਲਾਇਆ। ਮੈਂ ਬੁਲਾਇਆ? ਉਹ ਬਾਬਾ ਮੈਂ ਤੈਨੂੰ ਜਾਣਾ ਨਾ ਪੁੱਛਾਂ ਭਾਈ ਦੇ ਵੇ ਤੂੰ ਹੈ ਕੌਣ? ਮੈਂ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦਾ ਬੱਬਰ ਸ਼ੇਰ ਸਰਦਾਰ ਹਰੀ ਸਿੰਘ ਨਲੂਆ। ਅੱਛਾ, ਜੇ ਤੁਸੀਂ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਸੈਨਾਪਤੀ ਹਰੀ ਸਿੰਘ ਨਲੂਆ ਜੀ ਹੋ ਤਾਂ ਫੇਰ ਵੀ ਮੈਂ ਤੁਹਾਨੂੰ ਤਾਂ ਨਹੀਂ ਬੁਲਾਇਆ। ਮੈਂ ਤਾਂ ਆਜ਼ਾਦੀ ਘੁਲਾਟੀ ਦੀ ਗੱਲ ਕੀਤੀ ਆ। ਮੈਂ ਤਾਂ ਕਿਤੇ ਨਹੀਂ ਲਿਖਿਆ ਪੜਿਆ ਕਿ ਤੁਸੀਂ ਵੀ ਆਜ਼ਾਦੀ ਘੁਲਾਟੀ ਹੋ। ਜੇ ਤੁਹਾਡੇ ਇਤਿਹਾਸਕਾਰਾਂ ਨੇ ਸਾਡੀਆਂ ਕੀਤੀਆਂ ਕੁਰਬਾਨੀਆਂ ਨੂੰ, ਸਾਡੀਆਂ ਕੀਤੀਆਂ ਸ਼ਹੀਦੀਆਂ ਨੂੰ ਖਤਮ ਕਰ ਦਿੱਤਾ ਤਾਂ ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ? ਸਾਡੀਆਂ ਕੁਰਬਾਨੀਆਂ? ਮੈਂ ਕੁਝ ਸਮਝਿਆ ਨਹੀਂ। ਤੇ ਮੈਂ ਤੈਨੂੰ ਸਮਝਾ ਵੀ ਨਹੀਂ ਸਕਦਾ ਕਿਉਂਕਿ ਤੁਸੀਂ ਤਾਂ ਉਹੀ ਪੜ੍ਹਨਾ ਹੈ ਜੋ ਤੁਹਾਨੂੰ ਪੜ੍ਹਾਇਆ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਖਿਲਾਫ ਲੜੀ ਜੰਗ ਹੀ ਆਜ਼ਾਦੀ ਦੀ ਜੰਗ ਸੀ। ਕੀ ਮਤਲਬ? ਮਤਲਬ ਇਹ ਗੁਰੂ ਸਾਹਿਬਾਨਾਂ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਕਿਤੇ ਮੁਗਲਾਂ ਨਾਲ ਘੋਲ ਕੀ ਆਜ਼ਾਦੀ ਤੇ ਸੰਘਰਸ਼ ਲਈ ਨਹੀਂ ਸਨ। ਸਿੰਘਾਂ ਸਿੰਘਣੀਆਂ ਤੇ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਦੀਆਂ ਸ਼ਹੀਦੀਆਂ ਕੁਰਬਾਨੀਆਂ ਕੀ ਇੱਜ਼ਤ ਅਣਖ ਤੇ ਸਵੈ ਮਾਣ ਲਈ ਨਹੀਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਕੀਤੇ ਪਠਾਣਾ ਤੇ ਅਖਵਾਨਾਂ ਨਾਲ ਘੋਲ ਕੀ ਆਜ਼ਾਦੀ ਤੇ ਸੰਘਰਸ਼ ਲਈ ਨਹੀਂ ਸਨ। ਕਾਕਾ ਜੀ ਅੰਗਰੇਜ਼ਾਂ ਨੇ ਤਾਂ ਇੱਥੇ 200 ਸਾਲ ਰਾਜ ਕੀਤਾ ਪਰ ਇਹਨਾਂ ਪਠਾਣਾ ਤੇ ਅਖਵਾਨਾਂ ਨੇ ਇੱਥੇ ਕਈ ਹਜ਼ਾਰਾਂ ਸਾਲ ਰਾਜ ਕੀਤਾ। ਫਿਰ ਇਸ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਯੋਧੇ ਕਿਵੇਂ ਨਾ ਆਜ਼ਾਦੀ ਘੁਲਾਟੀਏ ਹੋਏ। ਪਰ ਅੱਜ ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਇਤਿਹਾਸ ਦੇ ਜਿਸ ਪੰਨੇ ਤੇ ਅਸੀਂ ਇਸ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਤੇ ਕੁਰਬਾਨੀਆਂ ਕੀਤੀਆਂ, ਇਤਿਹਾਸ ਦੇ ਇਤਿਹਾਸਕਾਰਾਂ ਨੇ ਉਹ ਪੰਨਾ ਹੀ ਪਾੜ ਦਿੱਤਾ ਤੇ ਸਾਡੀਆਂ ਸ਼ਹੀਦੀਆਂ ਕੁਰਬਾਨੀਆਂ ਅਰਥ ਚਲੀਆਂ ਗਈਆਂ ਤੇ ਸਾਡੀਆਂ ਸ਼ਹੀਦੀਆਂ ਕੁਰਬਾਨੀਆਂ। ਪਰ ਬਾਬਾ ਜੀ ਮੇਰੀ ਗੱਲ ਤਾਂ ਸੁਣੋ। ਬਾਬਾ ਜੀ ਪਤਾ ਨਹੀਂ ਕੌਣ ਲੋਕ ਨੇ ਇਹ, ਉਹ ਵਾਰ-ਵਾਰ ਮੇਰੇ ਸੁਪਨੇ ਚ ਆਉਂਦੇ ਨੇ। ਤਾਰੀ ਉਹ ਤਾਰੀ ਉਹ ਕੀ ਹੋਇਆ ਤੈਨੂੰ? ਕੁਝ ਨਹੀਂ ਯਾਰੋ। ਉਹ ਚੱਲ ਛੱਡ ਯਾਰ ਆ ਲੈ ਫੜ ਆ ਪੇਮੈਂਟ ਜਦੋਂ ਸ਼ਮਸ਼ੇਰ ਭਾਈ ਆਏ ਨਾ ਭਾਈ ਨੂੰ ਫੜਾ ਦੀ ਠੀਕ ਆ। ਚੱਲ ਮੈਂ ਚੱਲਦਾ, ਮੈਂ ਬਾਰਡਰ ਤੇ ਜਾਣਾ ਮਾਲ ਲੈਣ। वन्दे मातरम् वन्दे मातरम् सुजना। ਵੰਦੇ ਮਾਤਰਮ ਸਾਥੀ। ਕੌਣ ਹੋ ਤੁਸੀਂ? ਮੈਂ ਪਛਾਣਿਆ ਨਹੀਂ ਤੁਹਾਨੂੰ। ਮੰਗਲ ਪਾਂਡੇ ਨਾਮ ਹੈ ਮੇਰਾ। ਕੌਣ ਮੰਗਲ ਪਾਂਡੇ? ਮੈਂ ਨਹੀਂ ਜਾਣਦਾ ਕਿਸੇ ਮੰਗਲ ਪਾਂਡੇ ਨੂੰ। ਹੁਣੇ ਤਾਂ ਤੂੰ ਆਖਿਆ ਸੀ ਕਿ ਤੂੰ ਸਾਰੇ ਆਜ਼ਾਦੀ ਸਰਗਰਮੀਆਂ ਨੂੰ ਜਾਣਦਾ ਹੈ। ਹਾਂ ਜਾਣਦਾ, ਪਰ ਮੈਂ ਕਿਸੇ ਮੰਗਲ ਪਾਂਡੇ ਬਾਰੇ ਤਾਂ ਨਹੀਂ ਸੁਣਿਆ। ਫਿਰ ਤਾਂ ਤੂੰ 1857 ਦੇ ਵਿਦਰੋਹ ਬਾਰੇ ਵੀ ਨਹੀਂ ਸੁਣਿਆ ਹੋਵੇਗਾ। 1857 ਦਾ ਵਿਦਰੋਹ ਸੁਣਿਆ। ਇਹ ਵਿਦਰੋਹ
ਚਰਬੀ ਵਾਲੇ ਕਾਰਤੂਸ ਚਲਾਉਣ ਕਰਕੇ ਹੋਇਆ ਸੀ। ਤੇ ਉਹ ਵਿਦਰੋਹ ਕਰਨ ਵਾਲਾ ਮੈਂ ਹੀ ਸੀ। ਭਾਰਤ ਮਾਂ ਦਾ ਸਪੂਤ ਮੰਗਲ ਪਾਂਡੇ। ਜੇ ਤੁਸੀਂ ਮੰਗਲ ਪਾਂਡੇ ਹੋ ਫਿਰ ਇੰਨੇ ਸਾਲਾਂ ਬਾਅਦ ਕਿਉਂ ਆਏ? ਮੈਂ ਤੇਰੇ ਤੋਂ, ਇਹਨਾਂ ਲੋਕਾਂ ਤੋਂ ਤੇ ਇਹਨਾਂ ਇਤਿਹਾਸਕਾਰਾਂ ਤੋਂ ਕੁਝ ਪੁੱਛਣਾ ਚਾਹੁੰਦਾ। ਮੈਂ ਪੁੱਛਣਾ ਚਾਹੁੰਦਾ, ਕਿਉਂ ਇਸ ਦੇਸ਼ ਦੀ ਜਨਤਾ ਨੇ ਸਾਡੀਆਂ ਕੁਰਬਾਨੀਆਂ ਨੂੰ ਭੁਲਾ ਦਿੱਤਾ? ਕਿਉਂ ਇਸ ਦੇਸ਼ ਦੇ ਇਤਿਹਾਸਕਾਰਾਂ ਨੇ ਸਾਡੀਆਂ ਸ਼ਹਾਦਤਾਂ ਨੂੰ ਦਫਨ ਕਰ ਦਿੱਤਾ? ਕੀ ਅਸੀਂ ਇਸ ਦੇਸ਼ ਲਈ ਨਹੀਂ ਲੜੇ? ਕਿਆ ਸਾਡੀਆਂ ਕੀਤੀਆਂ ਕੁਰਬਾਨੀਆਂ ਝੂਠੀਆਂ ਸਨ? ਆਜ਼ਾਦੀ ਵਾਲੇ ਦਿਨ ਜਦੋਂ ਸਟੇਜਾਂ ਤੇ ਚੜ੍ਹ ਕੇ ਵੱਡੇ ਵੱਡੇ ਭਾਸ਼ਣ ਦਿੱਤੇ ਜਾਂਦੇ ਨੇ ਤਾਂ ਸਾਨੂੰ ਭੁੱਲ ਕੇ ਵੀ ਯਾਦ ਨਹੀਂ ਕੀਤਾ ਜਾਂਦਾ। ਕਿਉਂ? ਕੀ ਇਹ ਸਾਡੀਆਂ ਕੁਰਬਾਨੀਆਂ ਦੀ ਬੇਕਦਰੀ ਨਹੀਂ? ਮੈਂ ਮੰਗਲ ਪਾਂਡੇ, ਫਾਂਸੀ ਦਾ ਰੱਸਾ ਚੁੰਮ ਕੇ ਆਪਣੇ ਗਲ ਵਿੱਚ ਪਾਉਣ ਵਾਲਾ ਪਹਿਲਾ ਵਿਦਰੋਹੀ। ਫਿਰ ਕਿਉਂ ਮੇਰੀ ਸ਼ਹਾਦਤ ਨੂੰ ਦਫਨ ਕਰਕੇ ਗੁਮਨਾਮੀ ਦੀ ਮੌਤ ਮਾਰਿਆ ਗਿਆ? ਹੈ ਤੇਰੇ ਕੋਲ ਕੋਈ ਜਵਾਬ? ਹੈ ਤੁਹਾਡੇ ਕਿਸੇ ਕੋਲ ਕੋਈ ਜਵਾਬ? ਨਹੀਂ, ਇਸ ਗੱਲ ਦਾ ਤੁਹਾਡੇ ਕਿਸੇ ਕੋਲ ਕੋਈ ਜਵਾਬ ਨਹੀਂ ਹੋ ਸਕਦਾ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਨਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਇਸ ਦੇਸ਼ ਦਾ ਇਤਿਹਾਸ ਖਤਮ ਹੋ ਜਾਵੇਗਾ ਤੇ ਇਤਿਹਾਸ ਦੇ ਨਾਂ ਤੇ ਰਹਿ ਜਾਣਗੀਆਂ ਚੰਦ ਕਿਤਾਬਾਂ, ਜਿਨ੍ਹਾਂ ਤੇ ਲਿਖੀਆਂ ਜਾਣਗੀਆਂ ਕੁਝ ਝੂਠੀਆਂ ਕਹਾਣੀਆਂ, ਲਿਖੀਆਂ ਜਾਣਗੀਆਂ ਕੁਝ ਝੂਠੀਆਂ ਕਹਾਣੀਆਂ, ਲਿਖੀਆਂ ਜਾਣਗੀਆਂ ਕੁਝ। ਪਾਂਡੇ ਜੀ, ਮੰਗਲ ਪਾਂਡੇ ਜੀ, ਮੇਰੀ ਗੱਲ ਤਾਂ ਸੁਣੋ। ਮੰਗਲ ਪਾਂਡੇ ਜੀ, ਪਾਂਡੇ ਜੀ, ਹੁਣੇ ਮੰਗਲ ਪਾਂਡੇ ਪਹਿਲਾਂ ਗੱਭਰੂ ਫਿਰ ਉਹ ਤਾਰੇ ਵੀਰੇ, ਮੈਨੂੰ ਨਸ਼ਾ ਦੇ ਦੇ ਵੀਰੇ, ਮੈਨੂੰ ਨਸ਼ਾ ਦੇ ਦੇ ਵੀਰੇ। ਪੈਸੇ ਲੈ ਕੇ ਆਏ? ਪੈਸੇ ਤਾਂ ਮੇਰੇ ਕੋਲ ਹੈ ਨਹੀਂ ਵੀਰੇ। ਚੱਲ ਫਿਰ, ਨਸ਼ਾ ਵੀ ਹੈ ਨਹੀਂ, ਬਥੇਰਾ ਬੜਾ ਫਰੀ ਨਸ਼ਾ ਦੇਦਾ ਤੈਨੂੰ। ਚੱਲ। ਨਹੀਂ ਵੀਰੇ, ਮੈਨੂੰ ਨਸ਼ਾ ਦੇ ਦੇ। ਉਹ ਪਹਿਲਾਂ ਬਥੇਰਾ ਤੈਨੂੰ ਫਰੀ ਨਸ਼ਾ ਦੇਤਾ ਸੀ ਤੇ ਧਰਮਸ਼ਾਲਾ ਦੀ ਖੁੱਲੀ ਬੈਠੇ। ਚੱਲ ਤੂੰ ਬਾਹਰ ਚੱਲ ਯਾਰ, ਬਾਹਰ ਚੱਲ ਯਾਰ, ਤੂੰ ਬਾਹਰ ਚੱਲ ਯਾਰ। ਨਹੀਂ ਵੀਰੇ, ਤੂੰ ਬਾਹਰ ਚੱਲ ਯਾਰ, ਬਾਹਰ ਚੱਲ, ਬਾਹਰ ਚੱਲ ਤੂੰ। ਆਟਾ ਤੇ ਮੂੰਹ ਜਾ ਕੇ ਥਾਲਾ ਖੋਲ ਰੱਖੀ ਆ, ਇਹਦਾ ਨਸ਼ਾ ਖੋਲ ਇਹਨਾਂ ਨੂੰ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕੀਤੇ ਦਿਲਾਂ ਚੋਂ ਨਾ ਭੁਲਾ ਜਾਣਾ। ਖਾਤਰ ਵਤਨ ਦੀ ਲੱਗੇ ਚੱਲ ਭਾਈ, ਬੜਾ ਰੌਲਾ ਪਾਇਆ। ਮੈਂ ਰੌਲਾ ਪਾਇਆ? ਰੌਲਾ ਪਾ ਤਾਂ ਤੁਸੀਂ ਪਰੇਸ਼ਾਨ ਕਰ ਦੋ ਮੈਨੂੰ। ਪਰੇਸ਼ਾਨ ਹੋ? ਪਰ ਤੂੰ ਆਪ ਹੀ ਦਾ ਹਾਕਾ ਮਾਰ ਮਾਰ ਕੇ ਮੈਨੂੰ ਬੁਲਾਉਣਾ ਆ। ਕਮਾਲ ਹੈ, ਹੱਥ ਜੋ ਵੀ ਹੁੰਦੇ ਇੱਕੋ ਗੱਲ ਆਖਦਾ ਕਿ ਮੈਂ ਬੁਲਾਇਆ, ਮੈਂ ਬੁਲਾਇਆ। ਮੈਂ ਤਾਂ ਤੁਹਾਨੂੰ ਜਾਣਦਾ ਤੱਕ ਨਹੀਂ। ਕੌਣ ਹੈ ਤੂੰ? ਮੈਂ ਨਹੀਂ ਪਛਾਣਿਆ ਤੈਨੂੰ। ਹੁਣ ਤਾਂ ਮੈਨੂੰ ਵੀ ਆਪਣੀ ਪਹਿਚਾਣ ਭੁੱਲ ਦੀ ਜਾ ਰਹੀ ਆ ਕਿ ਮੈਂ ਕੌਣ ਆ। ਉਹ ਦਰ ਭਟਕ ਕੇ ਮੈਂ ਆਪਣੀ ਪਹਿਚਾਣ ਹੀ ਤਾਂ ਲੱਭ ਰਿਹਾ। ਵੈਸੇ ਮੇਰਾ ਨਾਮ ਕਰਤਾਰ ਸਿੰਘ ਸਰਾਭਾ ਹੈ। ਆਜ਼ਾਦੀ ਦੀ ਜੰਗ ਦਾ ਇੱਕ ਨਿਮਾਣਾ ਸੀ। ਦੇਖ ਭਾਈ, ਚਾਹੇ ਤੂੰ ਕਰਤਾਰ ਸਿੰਘ ਸਰਾਭਾ, ਚਾਹੇ ਤੂੰ ਯਾਰ ਜੋ ਵੀ ਆ, ਇੱਕ ਤਾਂ ਮੇਰੇ ਕੋਲ ਅੱਜ ਤੇਰੀਆਂ ਗੱਲਾਂ ਸੁਣਦਾ ਬਿਲਕੁਲ ਟਾਈਮ ਨਹੀਂ। ਤੂੰ ਜਾ ਯਾਰ, ਤੂੰ ਫੇਰ ਆਏ। ਉਹ ਪਿਛਲੇ 100 ਸਾਲਾਂ ਤੋਂ ਲਗਭਗ ਆਹੀ ਤਾਂ ਰਿਹਾ ਮੈਂ। ਪਰ ਤੁਹਾਡੇ ਲੋਕਾਂ ਕੋਲ ਸਾਡੀ ਗੱਲ ਸੁਣਨ ਦਾ ਟਾਈਮ ਹੀ ਕਿੱਥੇ ਹੈ? ਪਰ ਜੇ ਟਾਈਮ ਹੁੰਦਾ ਵੀ ਤਾਂ ਤੁਸੀਂ ਕੀ ਕਰ ਲੈਣਾ ਸੀ? ਕਿਉਂਕਿ ਤੁਹਾਡੇ ਲੋਕਾਂ ਕੋਲ ਤਾਂ ਸਾਡੇ ਮਸਲਿਆਂ ਦਾ ਹੱਲ ਹੀ ਨਹੀਂ ਹੈਗਾ। ਉਹ ਭਾਈ, ਉਹ ਆ ਕੀ ਚੱਕਰ ਮਾਰੀ ਜਾਂਦਾ? ਉਹ ਤੂੰ ਨਸ਼ਾ ਤਾਂ ਨਹੀਂ ਕਰਕੇ ਆਇਆ? ਜਿਹੜਾ ਆਪ ਚੋਰ ਹੋਵੇ ਉਹਨੂੰ ਸਾਰੀ ਚੋਰ ਜਾਪਦੇ ਨੇ। ਜ਼ੁਬਾਨ ਸੰਭਾਲ ਕੇ ਗੱਲ ਕਰੀ ਭਾਈ। ਦੱਸ ਕੀ ਚੁਰਾ ਲਿਆ ਤੇਰਾ? ਤੁਸੀਂ ਮੇਰੇ ਦੇਸ਼ ਦੇ ਨੌਜਵਾਨਾਂ ਦੀ ਜਵਾਨੀ ਚੁਰਾ ਲਈ। ਬੁੱਢੇ ਮਾਪੇ ਤੇ ਆਪਣੇ ਬੱਚਿਆਂ ਦੇ ਦੇਖੇ ਸੁਪਨੇ ਚੁਰਾ ਲਏ। ਓਏ ਔਰਤਾਂ ਦੇ ਸਿਰ ਤੋਂ ਉਹਨਾਂ ਦੇ ਖਸਮਾਂ ਦਾ ਸਾਇਆ ਚੁਰਾ ਲਿਆ। ਉਹ ਬੱਚਿਆਂ ਦੇ ਸਿਰ ਤੋਂ ਉਹਨਾਂ ਦੇ ਪਿਓ ਦਾ ਡਰ ਚੁਰਾ ਲਿਆ। ਉਹ ਤੇ ਸਭ ਤੋਂ ਵੱਧ ਉਹ ਨਸ਼ੇ ਵਿੱਚ ਡੁੱਬ ਕੇ ਉਹ ਤੁਸੀਂ ਮੇਰੇ ਦੇਸ਼ ਦੀ ਰੂਹ ਚੁਰਾ ਲਈ। ਤੇ ਤੂੰ ਪੁੱਛਦਾ ਚੁਰਾਇਆ ਕੀ ਹੈ? ਭਾਈ, ਇਹ ਨਸ਼ਾ ਨਹੀਂ, ਇਹ ਕਮਾਲ ਦੀ ਚੀਜ਼ ਆ। ਜਦੋਂ ਇਹ ਨਸ਼ਾ ਵਿੱਚ ਹਰਕਤ ਕਰਦਾ ਹੈ ਨਾ ਤਾਂ ਧਾਰ ਨਾਲ ਬੰਦਾ ਹਵਾ ਚੁੱਟਿਆ ਲੱਗਦਾ। ਇੰਜ ਲੱਗਦਾ ਜਿਵੇਂ ਬੰਦੇ ਦੇ ਖੰਭੋ ਗਾਏ ਹੋਣ। ਤੇ ਜਦੋਂ ਇਹਨਾਂ ਖੰਭਾਂ ਨੇ ਟੁੱਟਣਾ ਹੈ ਨਾ ਤਾਂ ਜ਼ਮੀਨ ਤੇ ਐਡੀ ਜ਼ੋਰ ਨਾਲ ਡਿੱਗੇਗਾ ਕਿ ਹੱਡੀਆਂ ਦਾ ਵੀ ਸੁਰਮਾ ਬਣ ਜਾਣਾ। ਤੇ ਆਹੀ ਨਸ਼ਾ ਉਹ ਜਦੋਂ ਤੇਰੀਆਂ ਨਸਾਂ ਦੇ ਵਿੱਚ ਜ਼ਹਿਰ ਬਣ ਕੇ ਘੁੰਮਣ ਲੱਗਿਆ ਨਾ ਤਾਂ ਪਛਤਾਵੇ ਤੋਂ ਇਲਾਵਾ ਤੇਰੇ ਪੱਲੇ ਕੁਝ ਵੀ ਨਹੀਂ ਰਹਿਣਾ। ਉਹ ਗੰਦੀ ਨਾਲੀ ਦੇ ਕੀੜੇ ਵਾਂਗ ਤੜਫ ਤੜਫ ਕੇ ਮਰੇਗਾ। ਉਹ ਕੱਲ ਮਾਪੇ ਭਾਵੇਂ ਅੱਜ ਮਰੀਏ, ਤੂੰ ਹੁੰਨਾ ਕੌਣ ਸਾਡੀ ਲਾਈਫ ਇੰਟਰਫੇਅਰ ਕਰਨ ਵਾਲਾ? ਉਹ ਅਸੀਂ ਆਜ਼ਾਦ ਦੇਸ਼ ਵਿੱਚ ਰਹਿਣ ਵਾਲੇ ਆ, ਜੋ ਮਰਜ਼ੀ ਕਰੀਏ। ਆਪਣੇ ਆਪ ਨੂੰ ਆਜ਼ਾਦ ਕਹਿਣ ਵਾਲੇ ਤੁਸੀਂ ਲੋਕ ਓਏ ਅਸਲ ਵਿੱਚ ਤਾਂ ਆਜ਼ਾਦੀ ਦਾ ਨਾਂ ਲੈਣ ਦੇ ਵੀ ਕਾਬਿਲ ਨਹੀਂ। ਹਜ਼ਾਰਾਂ ਸਾਲਾਂ ਤੋਂ ਗੁਲਾਮੀ ਕਰਦੇ ਆ ਰਹੇ ਤੁਸੀਂ ਲੋਕ ਅਸਲ ਵਿੱਚ ਤਾਂ ਅੱਜ ਵੀ ਗੁਲਾਮ ਹੋ। ਤੇ ਗੁਲਾਮੀ ਦਾ ਜਗਾਲ ਹੁਣ ਤੁਹਾਡੇ ਹੱਡਾਂ ਨੂੰ ਘੁਣਵੰਤ ਲੱਗ ਚੁੱਕਿਆ ਹੈ ਤੇ ਤੁਸੀਂ ਜਾ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਪਾ ਸਕਦੇ। ਅੱਜ ਮੈਨੂੰ ਬੜਾ ਅਫਸੋਸ ਹੁੰਦਾ ਕਿ ਜਿਨ੍ਹਾਂ ਨੌਜਵਾਨਾਂ ਪਿੱਛੇ ਓਏ ਅਸੀਂ ਆਪਣੀਆਂ ਜਾਨਾਂ ਹੱਸ-ਹੱਸ ਕੇ ਕੁਰਬਾਨ ਕਰਦੇ ਸੋਚਦੇ ਸਾਂ ਕਿ ਅਸੀਂ ਇਹਨਾਂ ਨੌਜਵਾਨਾਂ ਦੇ ਦਿਲਾਂ ਵਿੱਚ ਹਮੇਸ਼ਾ ਹੀ ਜਿਉਂਦੇ ਰਹਾਂਗੇ। ਪਰ ਤੁਸੀਂ ਤਾਂ ਸਾਡੀਆਂ ਕੁਰਬਾਨੀਆਂ ਵਿਅਰਥ ਕਰਤੀਆਂ। ਸਾਡੀਆਂ ਕੁਰਬਾਨੀਆਂ ਵਿਅਰਥ ਹੀ ਚਲੀਆਂ ਗਈਆਂ। ਉਹਦਾ ਨਹੀਂ
भगवान तो देके गया ਸੀ। ठीक है अपन मार जड़ा रात में सप्लाई करना ठीक है भाई। तारे मेरे मैंने नशा दे दे मेरे मैंने नशा दे दे पैसे लेके आए हैं? पैसे पैसे मैंने मिले नहीं मेरे चलो फिर चल तू बाहर चल। फिर आ गया तू बुला के यहाँ चल बाहर। ਵੀਰੇ ਵੀਰੇ ਤੂੰ ਇੱਥੇ ਕੀ ਕਰ ਰਿਹਾ ਘਰੇ ਚੱਲ ਮਾਂ ਉਡੀਕਦੀ ਆ तू इतने की करना है ਮੈਂ ਤੈਨੂੰ ਲੈਣ ਆ ਗਿਆ ਵੀਰੇ ਚੱਲ ਚੱਲੀਏ ਵੀਰੇ चली जाए तो मैं आपे आ जाऊं मैं ਮੈਂ ਤੈਨੂੰ ਨਾਲ ਲੈ ਕੇ ਜਾਊਂਗੀ ਵੀਰੇ ਮੈਂ ਤੈਨੂੰ ਨਾਲ ਲੈ ਕੇ ਜਾਊਂਗੀ तेनू सुनिया नहीं मुंडिया गल सुन हाँ भाई जी नशा चाहिए तेन हाँ भाई जी नशा चाहिए मैनू अरे माल चाहिए हाँ भाई जी हाँ पैसे है नहीं भाई जी पर पैसे बिना माल तो नहीं बनता है कुछ कहने रखने को है नहीं भाई जी पर कपड़िया गहने रखने को है तो है और तेरी भैन देख जे माल चाहिए ना आज रात अपनी भैन ने इतने छड़ जा कोई कपड़िया नहीं कहता तेरी भैन समझे ना कोई चीज गहने तो रखनी पैनी है ना आपड़ माल ते अपनी भैन को आज की रात साढ़े को छड़ जा जो तो पैसे ले जाएगा अपनी भैन को ले जी है शाबाश जा जा ठीक है भाई जी भैने ਮੈਂ ਇੱਥੇ ਨਹੀਂ ਰਹਿਣਾ ਵੀਰੇ तू अंदर जा ਮੈਂ ਤੇਰੇ ਨਾਲ ਜਾਊਂਗੀ ਵੀਰੇ ਬਾਹਰ ਚੱਲ ਜਾ। ਮੈਂ ਤੇਰੇ ਨਾਲ ਜਾਊਂਗੀ ਵੀਰੇ ਮੈਂ ਤੇਰੇ ਨਾਲ ਜਾਊਂਗੀ ਵੀਰੇ ਮੈਂ ਤੇਰੇ ਨਾਲ ਜਾਊਂਗੀ ਵੀਰੇ ਵੀਰੇ ਮੈਂ ਤੇਰੇ ਨਾਲ ਜਾਊਂਗੀ मैंने नशा मिल गया भाई जी आज मैंने नशा मिल गया मैंने नशा मिल गया मैंने नशा मिल गया ले भी तारीख आज रात का मिलिया बंदोबस्त तू ऐस कुड़ी नु मेरे फार्म हाउस पे रहे रहा समझे ना पर भाई मेरा जमीर मेरे जाट तो नहीं देता। समीर अरे तेरा कदा समीर होए मेरा समीर था उन्होंने मर गया सी जिदन तू मेरे इस बेईमानी के धंधे च मेरे नाल शामिल होया सी समझिया ना ਤੁਹਾਡੇ ਬੇਈਮਾਨੀ ਦੇ ਧੰਦੇ 'ਚ ਸ਼ਾਮਲ ਹੋਣਾ ਹੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ। ਮੈਂ ਨਸ਼ੇ ਦੇ ਸਰੂਰ ਵਿੱਚ ਆਪਣੀ ਜ਼ਿੰਦਗੀ ਦੇ ਅਤੀਤ ਨੂੰ ਭੁੱਲਣਾ ਚਾਹੁੰਦਾ ਸੀ। और फिर भुल जा याद कर लू कौन कहता समझा भाई तू मेरा जरूरी बुरा समझिया ना कुत्ता है कुत्ता गद्दी ना कर कीड़ा समझिया ना जिवें मैं कहना उन्हें कहना बढ़िया जमीर दियां गल्लां ना कर आ कुड़ी अज रात को मैनू फार्म हाउस से चाहिए समझिया ना मैं फार्म हाउस से लीक कर सरफरोश की तमन्ना अब हम एक ख्याल आज भी आਉਂਦਾ ਮੇਰੇ ਮਨ ਵਿੱਚ ਕਿ ਦੇਸ਼ ਤੇ ਇਨਸਾਨੀਅਤ ਲਈ ਜੋ ਕੁਝ ਕਰਨ ਦਾ ਜਜ਼ਬਾ ਮੇਰੇ ਦਿਲ ਅੰਦਰ ਸੀ ਉਹਦਾ ਹਜ਼ਾਰ ਵਾਰ ਹਿੱਸਾ ਮੇਰੀ ਕਰ ਗਿਆ ਕਾਸ਼ ਜੇ ਕਿਤੇ ਆਜ਼ਾਦ ਜ਼ਿੰਦਾ ਰਹਿ ਜਾਂਦਾ ਤਾਂ ਖਬਰੇ ਇਸ ਦੁਨੀਆ ਪੂਰੀ ਜਾਂਦੀਆਂ ਕੌਣ ਹੈ ਤੂੰ ਕਿਉਂ ਮੈਨੂੰ ਆ ਕੇ ਸੁੱਤੇ ਨੂੰ ਜਗਾਉਣਾ ਹੈ? ਤੈਨੂੰ ਜਗਾਉਣਾ ਕੋਈ ਬੁਰੀ ਗੱਲ ਤਾਂ ਨਹੀਂ ਜੇ ਗੱਲ ਕਰਨੀ ਮੇਰੇ ਨਾਲ ਨਜ਼ਰਾਂ ਲਾ ਕੇ ਗੱਲ ਕਰ ਹੁਣ ਨਜ਼ਰਾਂ ਫੇਰ ਕੇ ਗੱਲ ਕਰਨ ਦਾ ਕੀ ਫਾਇਦਾ? ਹਾਂ ਅੱਜ ਮੈਨੂੰ ਵੀ ਇਹੋ ਲੱਗਦਾ ਹੈ ਕਿ ਹੁਣ ਤੇਰੇ ਨਾਲ ਪਿੱਠ ਕਰਕੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਮੈਂ ਤੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਾਂਗਾ ਕੌਣ ਹੈ ਤੂੰ? ਭਾਗਾਂ ਵਾਲਾ ਅੱਖਾਂ ਵਾਲਾ? ਹਾਂ ਇਸ ਧਰਤੀ ਮਾਦਾ ਅਣਖੀ ਸਪੂਤ ਜਿਸ ਦਾ ਨਾਮ ਕਰਦਿਆਂ ਨੇ ਭਾਗਾਂ ਵਾਲਾ ਰੱਖਿਆ ਸੀ ਪਰ ਹੁਣ ਮੈਨੂੰ ਆਪਣਾ ਇਹ ਨਾਮ ਬੇਭਾਗਾ ਜਿਹਾ ਜਾਪਦਾ ਹੈ ਜਦੋਂ ਕਦੇ ਸੋਚਦਾ ਅਸੀਂ ਤੁਹਾਡੇ ਵਰਗੇ ਲੋਕਾਂ ਦੇ ਲਈ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ ਬਹੁਤ ਅਫਸੋਸ ਹੁੰਦਾ ਹੈ ਜ਼ਿੰਦਗੀ ਜਿਉਣ ਦੀ ਕੁਦਰਤੀ ਖੁਆਇਸ਼ ਮੇਰੇ ਮਨ ਅੰਦਰ ਵੀ ਸੀ ਪਰ ਕਿਸੇ ਦਾ ਗੁਲਾਮ ਹੋ ਕੇ ਜੀਣਾ ਹਰਗਿਜ਼ ਮਨਜ਼ੂਰ ਨਹੀਂ ਸੀ ਕਿਤੇ ਤੂੰ ਭਗਤ ਸਿੰਘ ਤਾਂ ਨਹੀਂ?
ਕਦੇ ਇਸ ਨਾਮ ਨਾਲ ਵੀ ਪਹਿਚਾਣਿਆ ਜਾਂਦਾ ਸੀ, ਪਰ ਹੁਣ ਤਾਂ ਮੈਨੂੰ ਆਪਣੀ ਇਹ ਪਹਿਚਾਣ ਭੁੱਲਦੀ ਜਾ ਰਹੀ ਹੈ। ਪਰ ਕਿਉਂ? ਤੁਹਾਡੇ ਕਰਕੇ ਮੈਨੂੰ ਮੇਰੀ ਪਹਿਚਾਣ ਭੁਲਾਉਣ ਦੇ ਜ਼ਿੰਮੇਵਾਰ ਤੁਸੀਂ ਲੋਕ ਹੋ। ਮੈਨੂੰ ਇਹ ਬੇੜੀਆਂ ਪਾਉਣ ਵਾਲੇ ਤੁਸੀਂ ਲੋਕ ਹੋ। ਪਰ ਅਸੀਂ ਕੀ ਕੀਤਾ? ਤੁਸੀਂ ਕਾਲੇ ਅੰਗਰੇਜ਼ਾਂ ਦੇ ਪਿੱਛੂ ਬਣ ਗਏ। ਉਹਨਾਂ ਨੇ ਤੁਹਾਡੀ ਕਮਜ਼ੋਰੀ ਦਾ ਫਾਇਦਾ ਚੁੱਕਿਆ। ਮੇਰੇ ਚਾਹੇ ਅਣਗਿਣਤ ਦੇਸ਼ ਭਗਤਾਂ ਦੀ ਕੁਰਬਾਨੀ ਦਾ ਮੁੱਲ ਵੱਟਿਆ ਤੁਸੀਂ। ਨਹੀਂ, ਝੂਠਾ ਹੈ। ਭਾਰਤ ਮਾਤਾ ਦੀ ਮਿੱਟੀ ਪਲੀਤ ਕਰਨ ਵਾਲੇ ਤੁਸੀਂ ਲੋਕ ਬੇਈਮਾਨ ਹੋ। ਨਹੀਂ, ਝੂਠਾ ਹੈ। ਤੁਸੀਂ ਝੂਠੇ ਹੋ। ਨਹੀਂ, ਬੇਗੈਰਤ ਹੋ ਤੁਸੀਂ। ਨਹੀਂ, ਨਹੀਂ। ਬੇਈਮਾਨ ਹੋ ਤੁਸੀਂ। ਅਸੀਂ ਝੂਠੇ ਆ, ਬੇਗੈਰਤ ਅਸੀਂ। ਤੇ ਤੂੰ ਹੀ ਦੱਸ ਪਕਸੇ ਆ, ਅਸੀਂ ਹੋਰ ਕਰ ਵੀ ਕੀ ਸਕਦੇ ਸੀ? ਮੇਰੇ ਮਾਂ-ਬਾਪ ਨੇ ਮੈਨੂੰ ਕਰਜ਼ਾ ਚੁੱਕ ਕੇ ਪੜਾਇਆ। ਇੰਨੀਆਂ ਡਿਗਰੀਆਂ ਲੈਣ ਦੇ ਬਾਵਜੂਦ ਇੱਕ ਨਿੱਕੀ ਜਿਹੀ ਨੌਕਰੀ ਲਈ ਦਰ ਬਦਰ ਭਟਕਦਾ ਰਿਹਾ ਮੈਂ, ਪਰ ਨੌਕਰੀ ਨਹੀਂ ਮਿਲੀ। ਕਿ ਇਹ ਵੀ ਮੇਰੀ ਗਲਤੀ ਸੀ ਭਗਤ ਸਿਆ। ਮੇਰੀ ਗਲਤੀ ਤਾਂ ਸਿਰਫ ਇੰਨੀ ਸੀ ਕਿ ਮੇਰੇ ਕੋਲ ਕਿਸੇ ਮੰਤਰੀ ਸੰਤਰੀ ਦੀ ਸਿਫਾਰਿਸ਼ ਨਹੀਂ ਸੀ ਤੇ ਨਾ ਹੀ ਰਿਸ਼ਵਤ ਚੋਕੇ ਪੈਸੇ। ਕਿ ਇਹ ਵੀ ਮੇਰੀ ਗਲਤੀ ਸੀ ਭਗਤ ਸਿਆ। ਮੈਨੂੰ ਅੱਜ ਵੀ ਯਾਦ ਆਉਂਦੇ, ਮੇਰੀ ਨਿੱਕੀ ਭੈਣ ਦੀ ਡੋਲੀ ਬੂਹੇ ਤੇ ਖੜੀ ਸੀ। ਅਰਦਾਸ ਨਾ ਦੇਣ ਕਰਕੇ ਮੇਰੀ ਨਿੱਕੀ ਭੈਣ ਦੀ ਡੋਲੀ ਬੂਹੇ ਤੋਂ ਹੀ ਮੁੜ ਗਈ ਤੇ ਮੇਰੀ ਨਿੱਕੀ ਭੈਣ ਲਾਲੀ ਨੇ ਗਲ ਫੜਾ ਲੈ ਲਿਆ। ਇਹ ਸਦਮੇ ਨੂੰ ਮੇਰੀ ਮਾਂ ਨਾ ਬਰਦਾਸ਼ਤ ਕਰ ਸਕੀ। ਉਸਨੇ ਆਪਣੀ ਜਾਨ ਦੇਤੀ ਤੇ ਮੇਰੇ ਬਾਪੂ ਨੇ ਕਣਕ ਵਾਲੀ ਦਵਾਈ ਪੀ ਲਈ। ਔਰ ਦੱਸਿਆ ਕਿ ਇਹ ਵੀ ਮੇਰੀ ਗਲਤੀ ਸੀ। ਜਿਸ ਘਰ ਅੰਦਰੋਂ ਇੱਕ ਟੋਲੀ ਉਤਰੀ ਸੀ, ਉਹ ਘਰ ਅੰਦਰੋਂ ਤਿੰਨ ਅਰਥੀ ਉੱਠੀਆਂ ਨੇ। ਕਿ ਇਹ ਵੀ ਮੇਰੀ ਗਲਤੀ ਸੀ ਭਗਤ ਸਿਆ। ਨਹੀਂ ਤਾਰੀ, ਇਹ ਤੇਰੀ ਗਲਤੀ ਨਹੀਂ ਸੀ। ਔਰ ਇਸ ਤੋਂ ਬਾਅਦ ਜੋ ਰਸਤਾ ਤੂੰ ਇਖਤਿਆਰ ਕੀਤਾ ਹੈ, ਉਹ ਕੱਲ ਵੀ ਗਲਤ ਸੀ, ਉਹ ਅੱਜ ਵੀ ਗਲਤ ਹੈ। ਮੈਂ ਕੁਝ ਸਮਝਿਆ ਨਹੀਂ। ਤਾਰੀ, ਜੋ ਦੇ ਹਾਲਾਤਾਂ ਦੇ ਅੱਗੇ ਮਜਬੂਰ ਨਹੀਂ ਹੁੰਦੇ, ਉਹਨਾਂ ਦਾ ਸੰਘਰਸ਼ ਕਰਦੇ ਨੇ, ਲੜਦੇ ਨੇ। ਤੈਨੂੰ ਵੀ ਲੜਨਾ ਚਾਹੀਦਾ ਸੀ। ਤਾਰੀ, ਜੇ ਮੈਂ ਵੀ ਤੇਰੇ ਵਾਂਗ ਹਾਲਾਤਾਂ ਹੱਥੋਂ ਮਜਬੂਰ ਹੋ ਕੇ ਇਹੋ ਜਿਹੇ ਕਿਸੇ ਰਸਤੇ ਤੇ ਚੱਲ ਪੈਂਦਾ ਤਾਂ ਮੈਂ ਅੱਜ ਭਗਤ ਸਿੰਘ ਨਹੀਂ, ਕੁਝ ਹੋਰ ਹੋਣਾ ਸੀ। ਭਗਤ ਸਿਆ, ਤੂੰ ਤਾਂ ਅੰਗਰੇਜ਼ਾਂ ਖਿਲਾਫ ਲੜਿਆ ਸੀ, ਮੈਂ ਕਿਸ ਦੇ ਖਿਲਾਫ ਲੜਦਾ? ਅੰਗਰੇਜ਼ ਗਏ ਕਿੱਥੋਂ ਨੇ? ਅੰਗਰੇਜ਼ ਕੱਲ ਵੀ ਇੱਥੇ ਹੀ ਸੀ ਤੇ ਅੱਜ ਵੀ ਇੱਥੇ ਹੀ ਨੇ। ਅੰਗਰੇਜ਼ ਨੇ ਸਿਰਫ ਆਪਣਾ ਮੁਖੌਟਾ ਬਦਲਿਆ, ਕੋਰੀ ਚਿੱਟੀ ਚਮੜੀ ਬਦਲੀ ਹੈ। ਸਾਰੀ ਸਿਸਟਮ ਦੇ ਖਿਲਾਫ ਲੜੇ ਸੀ ਅਸੀਂ ਲੋਕ, ਪਰ ਅਫਸੋਸ ਸਿਸਟਮ ਅੱਜ ਵੀ ਉੱਥੇ ਦਾ ਉੱਥੇ ਹੀ ਹੈ। ਚੋਰੀ, ਮੱਕਾਰੀ, ਕੁਰਸੀ ਦੇ ਪਿੱਛੇ, ਭਾਈ ਦੇ ਹੱਥੋਂ ਭਾਈ ਦਾ ਕਤਲ, ਨਿਤ ਹੁੰਦੇ ਬਲਾਤਕਾਰ, ਧਰਮਾਂ ਦੇ ਨਾਂ ਤੇ ਦੰਗੇ, ਇਹ ਸਭ ਕੁਝ ਅੱਜ ਵੀ ਉਵੇਂ ਹੀ ਚੱਲ ਰਿਹਾ ਹੈ। ਅੰਗਰੇਜ਼ ਨਹੀਂ ਗਏ ਤਾਰੀ, ਨਾ ਹੀ ਸਿਸਟਮ ਬਦਲਿਆ। ਆਜ਼ਾਦੀ ਅਜੇ ਬਾਕੀ ਹੈ ਤਾਰੀ, ਆਜ਼ਾਦੀ ਅਜੇ ਬਾਕੀ ਹੈ, ਆਜ਼ਾਦੀ ਅਜੇ ਬਾਕੀ ਹੈ। ਅਰੇ ਕੀ ਹੋਇਆ ਤੈਨੂੰ? ਕੁਝ ਨਹੀਂ ਭਾਈ। ਆਓ ਬਰਾਦਰ ਫਾਰਮ ਹਾਊਸ ਤੇ ਠੀਕ ਹੈ ਮੈਨੂੰ। ਇਹ ਕਿੱਥੇ ਹੋ? ਤਾਰੀ ਵੀਰੇ ਮੈਨੂੰ ਬਚਾ ਲੈ ਵੀਰੇ ਮੈਨੂੰ ਮੇਰੇ ਘਰ ਜਾਣ ਦੇ ਵੀਰੇ। ਤਾਰੀ ਵੀਰੇ ਮਾਰੀ ਬਣੀ ਹੈ ਵੀਰੇ। ਆ ਕੁੜੀ ਮੈਨੂੰ ਫਾਰਮ ਹਾਊਸ ਤੇ ਚਾਹੀਦੀ ਹੈ। ਛੱਡ ਉਹ ਕੁੜੀ ਦੀ ਗੱਲ ਆ, ਮੇਰੇ ਘਰ ਦੇ ਫਾਰਮ ਹਾਊਸ ਬਣਾ ਦਿੰਦੇ ਆ, ਧਿਆਨ ਰੱਖੀ ਜਰਾ। ਤਾਰੀ ਵੀਰੇ ਮੈਂ ਘਰ ਜਾਣਾ। ਤਾਰੀ ਵੀਰੇ ਬਚਾ ਲੈ ਮੈਨੂੰ। ਤਾਰੀ ਵੀਰੇ ਮੈਨੂੰ ਬਚਾ ਲੈ। ਤਾਰੀ ਵੀਰੇ ਜੇ ਮੇਰੀ ਜਗ੍ਹਾ ਤੇਰੀ ਭੈਣ ਲਾਲੀ ਹੁੰਦੀ ਤਾਂ ਉਹਨੂੰ ਵੀ ਤੂੰ ਇਸ ਰਾਖਸ਼ ਕੋਲ ਛੱਡ ਦਿੰਦਾ। ਮੈਨੂੰ ਬਚਾ ਲੈ ਵੀਰੇ, ਮੈਂ ਤੇਰੀ ਭੈਣ ਮਰ ਗਈ ਆ ਵੀਰੇ ਮੈਨੂੰ ਬਚਾ ਲੈ ਵੀਰੇ, ਮੈਂ ਤੇਰੀ ਭੈਣ ਮਰ ਗਈ। ਕੀ
ਸੋਚਦਾ ਹੈ ਤਾਰੀ? ਤੂੰ ਕਹਿੰਦਾ ਸੀ ਨਾ ਕਿ ਮੈਂ ਕਿਸ ਖਾਤਰ ਲੜਾਂ। ਲੜਨ ਦਾ ਵੇਲਾ ਆ ਗਿਆ ਹੈ। ਇੱਕ ਸਾਂਡਰਸ ਨੂੰ ਅਸੀਂ ਮਾਰਿਆ ਸੀ ਕਿਉਂਕਿ ਉਸਨੇ ਸਾਡੀ ਭਾਰਤ ਮਾਤਾ ਤੇ ਮੈਲੀ ਅੱਖ ਰੱਖੀ ਸੀ, ਤੇ ਇੱਕ ਸਾਂਡਰਸ ਨੂੰ ਅੱਜ ਤੂੰ ਮਾਰਨਾ ਹੈ। ਉਹਨੇ ਤੇਰੀ ਭੈਣ ਦੀ ਇੱਜ਼ਤ ਨੂੰ ਹੱਥ ਪਾਇਆ। ਪਰ ਸਾਂਡਰਸ ਹੈ ਕਿੱਥੇ? ਤੇਰੇ ਘਰ ਦੇ ਅੰਦਰ ਤੇਰੀ ਭੈਣ ਦੀ ਇੱਜ਼ਤ ਨੂੰ ਪੈਰਾਂ ਹੇਠ ਰੋਲਣ ਦੀ ਕੋਸ਼ਿਸ਼ ਕਰ ਰਿਹਾ। ਨਹੀਂ, ਤੂੰ ਝੂਠ ਬੋਲਦਾ ਭਗਤ ਸਿੰਘ। ਮੇਰੀ ਲਾਲੀ ਭੈਣ ਤਾਂ ਕਦੋਂ ਦੀ ਮਰ ਚੁੱਕੀ ਹੈ। ਕਾਸ਼ ਮੈਂ ਆਪਣੀ ਭੈਣ ਨੂੰ ਬਚਾ ਸਕਦਾ। ਤੂੰ ਅੱਜ ਵੀ ਮੈਨੂੰ ਬਚਾ ਸਕਦਾ ਵੀਰੇ। ਲਾਲੀ ਤੂੰ? ਹਾਂ ਵੀਰੇ, ਮੈਂ ਤੇਰੀ ਨਿੱਕੀ ਭੈਣ ਲਾਲੀ। ਵੀਰੇ ਤੂੰ ਨਾ ਦੇਖ ਉਸ ਕੁੜੀ ਨੂੰ, ਉਸ ਕੁੜੀ ਵਿੱਚੋਂ ਤੈਨੂੰ ਆਪਣੀ ਲਾਲੀ ਭੈਣ ਨਜ਼ਰ ਆਵੇਗੀ। ਛੇਤੀ ਕਰ ਵੀਰੇ, ਛੇਤੀ ਕਰ, ਕਿਤੇ ਦੇਰ ਨਾ ਹੋ ਜਾਏ। ਨਹੀਂ, ਮੈਂ ਨਹੀਂ ਕਰ ਸਕਦਾ। ਕਰਨਾ ਤਾਂ ਤੈਨੂੰ ਹੀ ਪੈਣਾ ਵੀਰੇ। ਛੇਤੀ ਕਰ ਵੀਰੇ, ਛੇਤੀ ਕਰ। ਨਹੀਂ, ਮੈਂ ਨਹੀਂ ਕਰ ਸਕਦਾ। ਮਾਰ ਦੋ ਸਾਂਡਰਸ ਨੂੰ। ਨਹੀਂ, ਕਰਨਾ ਤਾਂ ਤੈਨੂੰ ਹੀ ਪੈਣਾ ਵੀਰੇ, ਛੇਤੀ ਕਰ। ਮਾਰ ਦੋ ਸਾਂਡਰਸ ਨੂੰ। ਆਜ਼ਾਦੀ ਅਜੇ ਬਾਕੀ ਆ ਵੀਰੇ। ਨਹੀਂ, ਮਾਰ ਦੋ ਸਾਂਡਰਸ ਨੂੰ। ਖੂਨ ਬਣ ਕੇ ਭਗਤ ਸਿੰਘ ਜਦ ਵਿੱਚ ਰਗਾਂ ਦੇ ਦੌੜਦਾ, ਜ਼ੁਲਮਾਂ ਨੂੰ ਠੱਲ ਪਾਉਣ ਲਈ ਫਿਰ ਦੇਖੋ ਪੁੱਤ ਵੀ ਬੋਲਦਾ। ਖੂਨ ਬਣ ਕੇ ਭਗਤ ਸਿੰਘ ਜਦ ਵਿੱਚ ਰਗਾਂ ਦੇ ਦੌੜਦਾ, ਜ਼ੁਲਮਾਂ ਨੂੰ ਠੱਲ ਪਾਉਣ ਲਈ ਚੰਗੀ ਤਰ੍ਹਾਂ ਜਾਣਦਾ ਤੂੰ ਇੱਕ ਗੰਦੇ ਸਿਸਟਮ ਦਾ ਕੰਡਾ ਕਿਹੜਾ ਹੈ ਤੇ ਤੇਰਾ ਮਰਨਾ ਜ਼ਰੂਰੀ ਹੈ। ਤੇਰਾ ਮਰਨਾ ਜ਼ਰੂਰੀ ਹੈ। ਤੇਰਾ ਮਰਨਾ ਜ਼ਰੂਰੀ ਹੈ। मैं आज अपनी लाली भैन को बचा लिया मैं अपनी लाली भैन को। तू कितने चलिया? तेरे जाए किसी और तारी ਨੂੰ ਜਗਾਉਣ। और जब मैंने तेरी जरूरत होगी तू आएगा ना? हाँ तारी, मैं जरूर आऊंगा। मेरा शरीर मरिया पर सोच नहीं मरी। तारी याद रखियो, क्रांति कदे भी हवा च पैदा नहीं हुंदी। क्रांति किसानां, मजदूरां ते नौजवानां च पैदा हुंदी है। इनकलाब जिंदाबाद। मेरा रंग दे मेरा रंग दे बसंती चोला, माए रंग दे मेरा रंग दे बसंती चोला, माए रंग दे मेरा रंग दे बसंती चोला, रंग दे रंग दे। ਸੂਰਜ ਕਦੇ ਮਰਦੇ ਨਹੀਂ। ਸੱਚਮੁੱਚ ਇਹ ਉਹ ਸੂਰਜ ਨੇ ਜਿਹੜੇ ਕਦੇ ਨਹੀਂ ਮਰਦੇ। ਭਗਤ ਸਿੰਘ ਦਾ ਜਿਹੜਾ ਰਿਸ਼ਤਾ ਮੈਨੂੰ ਲੱਗਦਾ ਪੰਜਾਬੀ ਰੰਗਮੰਚ ਨਾਲ ਵੀ ਬਹੁਤ ਗੂੜਾ ਹੋ ਚੁੱਕਿਆ। ਸਾਡੇ ਅਨੇਕਾਂ ਰੰਗਕਰਮੀ ਲਗਭਗ ਜਿੰਨਾ ਨੇ ਵੀ ਰੰਗਮੰਚ ਕੀਤਾ ਉਹਨਾਂ ਦਾ ਇੱਕ ਫੇਵਰਟ ਨਾਇਕ ਰਿਹਾ ਭਗਤ ਸਿੰਘ। ਸਿੱਧੇ ਰੂਪ ਵਿੱਚ ਜਾਂ ਸਿੱਧੇ ਰੂਪ ਵਿੱਚ ਉਹਨਾਂ ਨੇ ਆਪਣੇ ਨਾਟਕਾਂ ਦੇ ਵਿੱਚ ਭਗਤ ਸਿੰਘ ਦੀ ਗੱਲ ਕੀਤੀ ਆ ਨਾਟਕਕਾਰਾਂ ਨੇ, ਔਰ ਨਿਰਦੇਸ਼ਕਾਂ ਨੇ ਵੀ ਬੜਾ ਹੁੱਬ ਕੇ ਉਹਨੂੰ ਖੇਡਿਆ। ਮੈਨੂੰ ਆਪਣੇ ਉਹ ਦਿਨ ਯਾਦ ਆ ਗਏ। ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਹੋਣਾ ਦਾ ਨਾਟਕ ਸੀਗਾ ਮੈਂ ਭਗਤ ਸਿੰਘ।
ਮੈਂ ਫਿਰ ਆਵਾਂਗਾ, 2 ਨਾਟਕ ਲਿਖੇ ਔਰ ਦੋਵਾਂ ਨਾਟਕਾਂ ਦੇ ਵਿੱਚ ਸਭ ਤੋਂ ਪਹਿਲੀਆਂ ਪ੍ਰੋਡਕਸ਼ਨਾਂ ਅਸੀਂ ਕੀਰਤੀ ਕਿਰਪਾਲ ਜੀ ਦੀ ਡਾਇਰੈਕਸ਼ਨ 'ਚ ਕੀਤੀਆਂ ਸੀ ਔਰ ਪਹਿਲੀਆਂ ਪ੍ਰੋਡਕਸ਼ਨਾਂ ਦੋਵਾਂ 'ਚ ਹੀ ਮੈਂ ਭਗਤ ਸਿੰਘ ਦਾ ਕਰੈਕਟਰ ਕੀਤਾ ਸੀਗਾ ਔਰ ਬੜਾ ਉਸ ਕਰੈਕਟਰ ਨੇ ਮਤਲਬ ਮੈਨੂੰ ਲੋਕਾਂ ਦੇ ਵਿੱਚ ਲੈ ਕੇ ਗਿਆ, ਮੇਰੀ ਇੱਕ ਪਛਾਣ ਬਣੀ। ਮੈਨੂੰ ਯਾਦ ਆ ਕਿ ਜਦੋਂ ਪਹਿਲੀ ਵਾਰ ਇਹ ਨਾਟਕ ਲਿਖਿਆ ਜਾ ਰਿਹਾ ਸੀਗਾ ਫਰੀਦਕੋਟ ਦੇ ਵਿੱਚ, ਅਸੀਂ ਰਿਹਰਸਲਾਂ ਕਰ ਰਹੇ ਸੀ ਮੈਂ ਭਗਤ ਸਿੰਘ ਨਾਟਕ ਦੀਆਂ, ਕੀਰਤੀ ਕਿਰਪਾਲ ਜੀ ਡਾਇਰੈਕਟ ਕਰ ਰਹੇ ਸੀ ਤੇ ਪਾਲੇ ਜੀ ਲਿਖ ਰਹੇ ਸੀਗੇ ਮੋਗੇ ਨਾਟਕ। ਤੇ 1 ਨਵੰਬਰ ਨੂੰ ਗਦਰੀ ਬਾਬਿਆਂ ਦੇ ਮੇਲੇ ਤੇ ਇਹ ਨਾਟਕ ਹੋਣਾ ਸੀਗਾ। ਤੇ ਕਮਾਲ ਦੀ ਗੱਲ ਇਹ ਆ ਦਰਸ਼ਕੋ, ਸਾਡੇ ਕੋਲੇ ਜਦੋਂ ਅਸੀਂ ਫਰੀਦਕੋਟ ਤੋਂ ਨਾਟਕ ਕਰ ਲਈ ਤੁਰੇ, ਸਾਡੇ ਕੋਲੇ ਕਲਾਈਮੈਕਸ ਹੈ ਨਹੀਂ ਸੀ ਨਾਟਕ ਦਾ। ਪਾਲੇ ਜੀ ਨੇ ਕਲਾਈਮੈਕਸ ਹੀ ਨਹੀਂ ਲਿਖਿਆ ਨਾਟਕ ਦਾ। ਉੱਥੇ ਲਿਖਾਂਗੇ ਕਹਿੰਦੇ, ਉੱਥੇ ਦੇਖਾਂਗੇ। ਚਲੋ ਈਵਨ ਦੈਨ ਮਿਊਜ਼ਿਕ ਤੋਂ ਬਿਨਾਂ ਰਿਹਰਸਲਾਂ ਹੋਈਆਂ ਸਾਡੀਆਂ, ਮਿਊਜ਼ਿਕ ਵੀ ਪਾਲੇ ਜੀ ਘਰੇ ਬੈਠ ਕੇ ਤਿਆਰ ਕਰ ਰਹੇ ਸੀ। ਸਾਨੂੰ ਐਂ ਦੱਸਿਆ ਜਾ ਰਿਹਾ ਸੀ ਕਿ ਇੱਥੇ ਮਿਊਜ਼ਿਕ ਆਇਆ ਹੋਊਗਾ, ਕੀਰਤੀ ਨੇ ਦੱਸਤਾ। ਚਲੋ ਪਹੁੰਚੇ ਉੱਥੇ 9 ਵਜੇ ਅਸੀਂ ਪਹੁੰਚੇ। ਹਾਂ ਬਈ ਆਹ ਕਲਾਈਮੈਕਸ ਆ ਜੀ, ਐਂ ਕਰਦੇ ਤੁਸੀਂ, ਐਂ ਕਰਦੇ ਜੋ ਹਨਾ ਮੌਕੇ ਜੇ ਤੇ ਜਿਵੇਂ ਕਲਾਈਮੈਕਸ ਲਿਖ ਲਿਆ ਸੀ ਉਹਨਾਂ ਨੇ ਸ਼ਾਮ ਨੂੰ 6 ਵਜੇ ਤੇ ਰਾਤੀ 9 ਵਜੇ ਜਲੰਧਰ ਜਾ ਕੇ ਸਾਨੂੰ ਡਾਇਰੈਕਟ ਕਰਤਾ ਲਾਸਟ ਵਾਲਾ ਸੀ। ਪਲੇ ਅੱਧੀ ਰਾਤ ਨੂੰ ਸ਼ੁਰੂ ਹੋਇਆ 1 ਵਜੇ ਤੇ ਮਤਲਬ ਉਹ ਪੂਰਾ ਪੰਜਾਬ ਗਵਾ ਕੇ ਜਦੋਂ ਪਲੇ ਖਤਮ ਹੋਇਆ, ਉਸ ਪਲੇ ਖਤਮ ਹੋਣ ਤੋਂ ਬਾਅਦ ਪੌਣਾ ਘੰਟਾ ਲਗਾਤਾਰ ਲੋਕਾਂ ਨੇ ਖੜ ਕੇ ਤਾੜੀਆਂ ਮਾਰੀਆਂ ਸੀ ਦੇਸ਼ ਭਗਤ ਯਾਦਗਾਰੀ ਹਾਲ 'ਚ। ਮੈਂ ਭਗਤ ਸਿੰਘ ਦੀ ਹਾਂਜੀ ਉਹਨਾਂ ਲੋਕਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਥੈਂਕ ਯੂ। ਤੇ ਮੈਂ ਉਦੋਂ ਭਗਤ ਸਿੰਘ ਦਾ ਕਰੈਕਟਰ ਕੀਤਾ ਸੀ ਔਰ ਉਸ ਤੋਂ ਬਾਅਦ ਮੈਂ ਕਈ ਸਾਲਾਂ ਬਾਅਦ ਨਾ ਮਤਲਬ ਲੋਕ ਕਿਵੇਂ ਪਿਆਰ ਕਰਦੇ ਆ ਭਗਤ ਸਿੰਘ ਨੂੰ ਹਨਾ, ਕਿਸ ਤਰੀਕੇ ਨਾਲ ਕਰਦੇ ਆ, ਮਤਲਬ ਪ੍ਰੋਡਕਸ਼ਨ ਇੰਨੀ ਅੱਪ ਚਲੀ ਗਈ, ਵਿਚਾਰਧਾਰਕ ਤੌਰ ਤੇ ਪਲੇ ਬਹੁਤ ਅੱਛਾ ਸੀ। ਉਸੇ ਤਰ੍ਹਾਂ ਦੀ ਜਿਹੜੀ ਸੰਵੇਦਨਾ ਇੱਥੇ ਹਨਾ, ਲੋਕਾਂ ਨੂੰ ਕਿਵੇਂ ਭਗਤ ਸਿੰਘ ਅੱਜ ਵੀ ਅਗਵਾਈ ਕਰ ਰਿਹਾ ਹਨਾ, ਉਹ ਬੜਾ ਖੂਬਸੂਰਤ ਨਾਟਕ ਸੀਗਾ ਤੁਹਾਡਾ। ਤੇ ਆਪਾਂ ਇਸ ਨਾਟਕ ਵੱਲ ਹੁਣ ਮੁੜਦੇ ਹਾਂ। ਮੈਂ ਥੋੜਾ ਜਿਹਾ ਭਾਵੁਕ ਹੋ ਗਿਆ ਸੀਗਾ ਨਾਟਕ ਵੇਖਦਾ ਕਿਸ ਤਰ੍ਹਾਂ ਪੰਜਾਬ ਨੂੰ ਜਿਹੜਾ ਇਹ 6ਵਾਂ ਦਰਿਆ ਨਸ਼ਿਆਂ ਨੇ ਖਤਮ ਕਰ ਦਿੱਤਾ। ਬੜਾ ਹੀ ਤੁਸੀਂ ਸਾਰਥਕ ਉਪਰਾਲਾ ਕੀਤਾ, ਮਤਲਬ ਢੁੱਕਦਾ ਵਿਸ਼ਾ ਸੀ ਸਾਡੇ ਵਰਤਮਾਨ ਸਮਿਆਂ ਦਾ। ਮੈਂ ਗੱਲ ਕਰਦਾ ਸੀ ਕਰੈਕਟਰ ਨੂੰ ਲੋਕ ਕਿਵੇਂ ਮਤਲਬ ਪਛਾਣਦੇ ਆ ਕਿਵੇਂ। ਉਸ ਤੋਂ ਬਾਅਦ ਕਈ ਸਾਲਾਂ ਬਾਅਦ ਨਾਟਕ ਅਸੀਂ ਕਰਦੇ ਰਹੇ, ਫਿਰ ਕਈ ਸਾਲਾਂ ਬਾਅਦ ਗੁਰਮੀਤ ਕੜਿਆਲ ਵੀ ਹੋਣਾ ਦਾ ਇੱਕ ਨਾਟਕ ਅਸੀਂ ਪਿਛਲੇ ਸਾਲ ਉੱਥੇ ਜਲੰਧਰ ਕਰਕੇ ਆਏ ਤੇ ਅਮੋਲਕ ਭਾਜੀ ਦਾ ਇੰਟਰੋਡਕਸ਼ਨ ਕਰਾ ਰਹੇ ਸੀ ਨਾ ਮੇਰੀ, ਉਹਦੇ 'ਚ ਮੇਰਾ ਇੱਕ ਖਲਨਾਇਕ ਦਾ ਕਰੈਕਟਰ ਸੀ, ਇੱਕ ਸਰਪੰਚ ਦਾ ਹਨਾ, ਜਿਹੜਾ ਅਤਿਆਚਾਰ ਕਰਦਾ, ਜਿਹੜਾ ਆਪਣਾ ਉੱਥੇ ਜਲੂਰ ਕਾਂਡ ਹੋਇਆ ਸੀ, ਜਲੂਰ ਕਾਂਡ ਤੇ ਨਾਟਕ ਸੀ ਗੁਰਮੀਤ ਭਾਜੀ ਦਾ ਔਰ ਮੈਂ ਸਰਪੰਚ ਦਾ ਕਰੈਕਟਰ ਕਰ ਰਿਹਾ ਸੀ ਇੱਕ ਖਲਨਾਇਕ ਦਾ। ਤੇ ਅਮੋਲਕ ਭਾਈ ਨੇ ਇੰਟਰੋਡਕਸ਼ਨ ਕਰਾਈ, ਕਹਿੰਦੇ ਵੀ ਇਹ ਸਰਪੰਚ ਦਾ ਕਰੈਕਟਰ ਜਗਦੀਪ ਸੰਧੂ ਕਰ ਰਿਹਾ, ਇਹ ਉਹ ਬੰਦਾ ਜਿਹਨੇ ਮੈਂ ਭਗਤ ਸਿੰਘ ਨਾਟਕ 'ਚ ਭਗਤ ਸਿੰਘ ਦਾ ਕਰੈਕਟਰ ਕੀਤਾ ਸੀ। ਲੋਕਾਂ ਨੇ ਉਵੇਂ ਫੇਰ ਤਾੜੀਆਂ ਮਾਰੀਆਂ ਉੱਥੇ, ਮਤਲਬ ਵੀ ਕਿਵੇਂ ਚੇਤਿਆਂ 'ਚ ਕਰੈਕਟਰ ਵੱਸਦਾ, ਕਿਵੇਂ ਸਾਡੇ ਨਾਇਕ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਤਰ੍ਹਾਂ ਦਾ ਦਮਦਾਰ ਕਰੈਕਟਰ ਕਰਨ ਦਾ ਮੈਨੂੰ ਮੌਕਾ ਮਿਲਿਆ, ਬਹੁਤ ਪਿਆਰਾ ਪਲੇ ਸੀ। ਖੈਰ ਮੈਂ ਹੁਣ ਆਪਣੀ ਪ੍ਰੋਡਕਸ਼ਨ ਵੱਲ ਮੁੜਦਾ। ਰਾਜਵਿੰਦਰ ਜੀ, ਜਿਹੜੀ ਖੂਬਸੂਰਤ ਗੱਲ ਨਾ ਅੱਜ ਤੁਹਾਡੀ ਪੇਸ਼ਕਾਰੀ ਵਿੱਚ ਟੈਕਨੀਕਲੀ ਮੈਨੂੰ ਲੱਗੀ ਕਿ ਤੁਸੀਂ ਜਿਹੜੀ ਨਾਟਕ ਦੀ ਵਿਧਾ ਕੈਮਰੇ ਦੇ ਅੱਗੇ, ਕੈਮਰੇ ਨੂੰ ਫੇਸ ਕਰਦਿਆਂ ਹੋਇਆਂ ਨਾਟਕ ਦੀ ਵਿਧਾ ਦੇ ਬਹੁਤ ਨੇੜੇ ਰਹੇ ਹੋ ਤੁਸੀਂ। ਮਤਲਬ ਕਈ ਪੇਸ਼ਕਾਰੀਆਂ ਬਹੁਤ ਵਧੀਆ ਸੀ ਸਾਡੀਆਂ ਪਹਿਲਾਂ ਹੋਈਆਂ, ਉਹਨਾਂ 'ਚ ਕਿਤੇ ਨਾ ਕਿਤੇ ਸੀਰੀਅਲ ਦਾ ਪ੍ਰਭਾਵ ਵੀ ਰਹਿੰਦਾ ਸੀ ਤੇ ਥੀਏਟਰੀਕਲ ਐਲੀਮੈਂਟ ਜਾਂ ਜਿਹੜੀ ਉਹ ਹੁੰਦੀ ਹੈ ਤਾਂ ਚਸਕ ਨਾਟਕਾਰੀ ਹੈ ਨਾ, ਉਹ ਕਿਤੇ ਨਾ ਕਿਤੇ ਮਤਲਬ ਉਹ ਬਰਕਰਾਰ ਸੀ ਇਹਦੇ ਵਿੱਚ। ਬਾਕੀ ਪੇਸ਼ਕਾਰੀ ਸਾਡੇ ਦਰਸ਼ਕਾਂ ਨੇ ਦੱਸਣਾ ਉਹਦੇ ਬਾਰੇ ਨਾ ਅਲੱਗ-ਅਲੱਗ ਰਾਏ ਹੋ ਸਕਦੀਆਂ ਨੇ। ਮੈਂ ਚਾਹੁੰਦਾ ਕਿ ਇਸ ਪੇਸ਼ਕਾਰੀ ਨੂੰ ਜਿਹੜੀ ਇਹ ਮੇਰੇ ਖਿਆਲ ਇੱਕ ਕਹਾਣੀ ਤੋਂ ਤੁਸੀਂ ਇਸ ਨੂੰ ਰੂਪਾਂਤਰਿਤ ਕੀਤਾ ਕਿ ਮੌਲਿਕ ਨਾਟਕ ਸੀਗਾ ਇਹ? ਨਹੀਂ, ਇਹ ਮੌਲਿਕ ਨਾਟਕ ਲਿਖਿਆ। ਥੋੜਾ ਜਿਹਾ ਇਸ ਨਾਟਕ ਦੇ ਜਿਹੜੇ ਪਾਤਰ ਨੇ ਕਿਰਪਾ ਕਰਕੇ ਉਹਨਾਂ ਦੀ ਜਾਣ ਪਛਾਣ ਕਰਵਾਓ ਤੁਸੀਂ। ਉਸ ਤੋਂ ਬਾਅਦ ਸਾਡੇ ਨਾਲ ਕੁਝ ਸਾਥੀ ਜੁੜੇ ਨੇ, ਮੈਂ ਉਹਨਾਂ ਦੇ ਜ਼ਿਕਰ ਕਰੂੰਗਾ ਕਿਸ ਤਰ੍ਹਾਂ ਦੇ ਕਮੈਂਟ ਆਏ ਨੇ, ਬੜੇ ਪਿਆਰੇ ਪਿਆਰੇ ਕਮੈਂਟ ਆਏ ਨੇ, ਤੁਹਾਨੂੰ ਪੜ੍ਹ ਕੇ ਸੁਣਾਊਂਗਾ। ਇੱਕ ਵਾਰੀ ਥੋੜਾ ਜਿਹਾ ਟੀਮ ਬਾਰੇ ਚਰਚਾ ਕਰੋ ਤੁਸੀਂ। ਸ਼ੁਕਰੀਆ। ਆਮ ਕਰਕੇ ਨਾ ਜਗਦੀਪ ਜੀ, ਇੱਕ ਥੀਏਟਰ ਵਾਲਾ ਹੀ ਜਿਹੜਾ ਹੈਗਾ, ਥੀਏਟਰ ਵਾਲੇ ਦੇ ਜਿਵੇਂ ਕਹਿੰਦੇ ਜਜ਼ਬਾਤਾਂ ਨੂੰ ਸਮਝਦਾ, ਤੁਸੀਂ ਪਹਿਲਾਂ ਹੀ ਉਸ ਗੱਲ ਦਾ ਧਿਆਨ ਰੱਖ ਲਿਆ। ਮੇਰਾ ਵੀ ਮਨ ਕਰਦਾ ਸੀਗਾ ਕਿ ਪੂਰੀ ਜਿਹੜੀ ਕਾਸਟ ਹੈਗੀ ਆ, ਜਿਨ੍ਹਾਂ ਕਲਾਕਾਰਾਂ ਨੇ ਕੰਮ ਕੀਤਾ, ਉਹਨਾਂ ਕਲਾਕਾਰਾਂ ਦਾ ਇੱਕ ਵਾਰੀ ਜਿਹੜਾ ਹੈ ਜਾਣ ਪਛਾਣ ਜ਼ਰੂਰ ਕਰਵਾਈ ਜਾਵੇ। ਤਾਰੀ ਦਾ ਕਿਰਦਾਰ ਕੀਤਾ, ਜਿਹੜਾ ਮੇਨ ਕਿਰਦਾਰ ਸੀ ਅਜੇ ਕੁਮਾਰ ਹੈ, ਔਰ ਫਿਰ ਸਿਸਟਰ ਦਾ ਕਰੈਕਟਰ ਕੀਤਾ ਸਾਡੀ ਬੜੀ ਸੀਨੀਅਰ ਆਰਟਿਸਟ ਹੈ ਕਮਲਜੀਤ ਕੌਰ, ਔਰ ਬਰਦਰ ਦਾ ਕਰੈਕਟਰ ਕੀਤਾ ਰਵੀ ਹੰਸ। ਫਿਰ ਭਗਤ ਸਿੰਘ ਦਾ ਕਰੈਕਟਰ ਹੈ ਐਡਵੋਕੇਟ ਗਗਨਦੀਪ ਸ਼ਰਮਾ, ਹਰੀ ਸਿੰਘ ਨਲੂਏ ਦਾ ਕਰੈਕਟਰ ਕੀਤਾ ਪ੍ਰਭ ਸਿਮਰਨਜੀਤ ਸਿੰਘ, ਔਰ ਇੱਕ ਸਰਾਬੇ ਦਾ ਕਿਰਦਾਰ ਸੀ ਜਿਹੜਾ ਉਹ ਮੇਰੇ ਬੇਟੇ ਨੇ ਕੀਤਾ ਹੈ ਉਦੇਵੀਰ ਸਿੰਘ ਨੇ, ਔਰ ਇਸੇ ਤਰੀਕੇ ਨਾਲ ਇੱਕ ਮੰਗਲ ਪਾਣੀ ਦਾ ਕਰੈਕਟਰ ਸੀ ਸਾਡਾ ਆਰਟਿਸਟ ਹੈ ਦੀਪਕ ਚੇਤਨ। ਇਹ ਸਾਰੇ ਜਿਹੜੇ ਕਿਰਦਾਰ ਸੀਗੇ, ਔਰ ਇੱਕ ਕਿਰਦਾਰ ਮਨਪ੍ਰੀਤ ਕੌਰ ਨੇ ਇਹਦੇ ਵਿੱਚ ਕੀਤਾ, ਔਰ ਡੀਓਪੀ ਖਾਸ ਕਰਕੇ ਤੁਸੀਂ ਡੀਓਪੀ ਦੀ ਜਿਹੜੀ ਹੈਗੀ ਆ ਗੱਲਬਾਤ ਕੀਤੀ ਆ, ਤਾਂ ਡੀਓਪੀ ਦਾ ਜਿਹੜਾ ਉਹ ਮੇਨ ਜ਼ਿੰਮੇਵਾਰੀ ਸੰਭਾਲੀ ਉਹ ਮੇਰਾ ਆਰਟਿਸਟ ਵੀ ਹੈ,
और बहुत अच्छा एक्टर भी है, बेली बलराज, हाँ, उसने बहुत जड़ा है ਹਾਂ ਸ਼ੁਕਰੀਆ ਰਾਜਵਿੰਦਰ ਜੀ। ਰਾਜਵਿੰਦਰ ਜੀ, ਕੁਝ ਸਾਥੀ ਸਾਡੇ ਨਾਲ ਜੁੜੇ ਹੋਏ ਆ, ਮੈਂ ਉਹਨਾਂ ਦਾ ਨਾਮ ਲੈਣ ਦੀ ਤੁਹਾਡੇ ਨਾਲ ਸਾਂਝਾ ਕਰੂੰਗਾ, ਨਾਮ ਲੈਣ ਦੀ ਖੁਸ਼ੀ। ਅਨੀਤਾ ਸ਼ਬਦੀਸ਼ ਜੀ, ਅਨੀਤਾ ਸ਼ਬਦੀਸ਼ ਜੀ, ਬਹੁਤ ਬਹੁਤ ਧੰਨਵਾਦ। ਔਰ ਹਰ ਰੋਜ਼ ਸਾਡੇ ਨਾਲ ਜੁੜੇ ਹੁੰਦੇ ਨੇ, ਅੱਜ ਵੀ ਸਾਡੇ ਨਾਲ ਅਨੀਤਾ ਸ਼ਬਦੀਸ਼ ਜੀ ਜੁੜੇ ਹੋਏ ਨੇ, ਸ਼ੁਕਰੀਆ ਅਨੀਤਾ ਜੀ। ਬਲਜੀਤ ਮੋਗੇ ਤੋਂ ਸਾਡਾ ਬਹੁਤ ਜੁਝਾਰੂ ਰੰਗਕਰਮੀ ਲਗਾਤਾਰ ਰੰਗਮੰਚ ਕਰ ਰਿਹਾ, ਰੰਗਮੰਚ ਦੇ ਖੇਤਰ 'ਚ ਆਪਣੀਆਂ ਜੜ੍ਹਾਂ ਤਲਾਸ਼ ਰਿਹਾ, ਬਹੁਤ ਪਿਆਰਾ ਐਕਟਰ ਹੈ, ਡਾਇਰੈਕਟਰ ਹੈ। ਜਗਜੀਤ ਸਰੀਨ ਹੁਣੀ ਲਗਾਤਾਰ ਜੁੜੇ ਨੇ, ਅੱਜ ਵੀ ਸਾਡੇ ਨਾਲ ਜੁੜੇ ਨੇ, ਸ਼ੁਕਰੀਆ ਜਗਜੀਤ ਸਰੀਨ ਜੀ। ਇਸ ਤੋਂ ਬਾਅਦ ਕੁਮਾਰ ਪਵਨਦੀਪ ਜੀ ਸਾਡੇ ਮੰਚ ਸੰਚਾਲਕ ਵੀ ਰਹੇ ਨੇ, ਔਰ ਉਹਨਾਂ ਨੇ ਲਿਖਿਆ ਰਾਜਵਿੰਦਰ ਸਮਰਾਲੇ ਦੀ ਬਹੁਤ ਪੱਖੀ ਸ਼ਖਸੀਅਤ ਹੈ, ਲਵ ਯੂ ਬ੍ਰਦਰ। ਤੁਹਾਨੂੰ ਆਈ ਲਵ ਯੂ ਕਿਹਾ ਉਹਨਾਂ ਨੇ। ਥੈਂਕ ਯੂ। ਮੈਂ ਆਲਰੇਡੀ ਪਹਿਲੇ ਹੀ ਜਿਹੜਾ ਹੈ, ਕਿਉਂਕਿ ਜਦੋਂ ਤੁਸੀਂ ਜਿਹੜੇ ਬਹੁਤ ਮਤਲਬ ਕਿ ਕਮਾਲ ਦੇ ਡਾਇਰੈਕਟਰ ਨੇ ਪੰਜਾਬੀ ਰੰਗਮੰਚ ਦੇ, ਜਦੋਂ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਤਾਂ ਮੈਂ ਬਹੁਤ ਹੀ ਸਤਿਕਾਰ ਦੇ ਨਾਲ ਜਿਹੜਾ ਹੈ 2-3 ਵਾਰੀ ਜਿਹੜਾ ਹੈ ਪਵਨ ਭਾਜੀ ਹੋਰਾਂ ਦੀ ਗੱਲ ਕੀਤੀ। ਔਰ ਅਨੀਤਾ ਜੀ ਦੇ ਬ੍ਰਦਰ ਨੇ ਕੁਮਾਰ ਪਵਨਦੀਪ ਜੀ, ਔਰ ਇਸ ਪਰਿਵਾਰ ਨੂੰ ਰੰਗਮੰਚ ਦਾ ਜਿਹੜੀ ਗੁੜਤੀ ਹੈ, ਮਤਲਬ ਰੰਗਮੰਚ ਦੇ ਨਾਲ ਬੜੇ ਸ਼ਿੱਦਤ ਨਾਲ ਜੁੜਿਆ ਹੋਇਆ ਪਰਿਵਾਰ ਹੈ ਨਾ। ਔਰ ਡਾਕਟਰ ਦਵਿੰਦਰ ਕੁਮਾਰ ਜੀ, ਜਿੱਦਾਂ ਦੇ ਸੁਨਹਿਰੇ ਬੋਲ ਸੀਗੇ ਡਾਕਟਰ ਸਾਹਿਬ, ਸ਼ੁਕਰੀਆ। ਔਰ ਬੜੇ ਹੀ ਪਿਆਰੇ ਪਿਆਰੇ ਅਨੇਕਾਂ ਕਮੈਂਟ ਕੀਤੇ ਨੇ, ਔਰ ਬਹੁਤ ਪ੍ਰਭਾਵਿਤ ਹੋਏ ਤੁਹਾਡੀ ਪੇਸ਼ਕਾਰੀ ਤੋਂ। ਕੁਮਾਰ ਪਵਨਦੀਪ ਜੀ, ਯੂ ਆਰ ਹਿਸਟਰੀ ਕ੍ਰੀਏਟਰ, ਠੀਕ ਹੈ। ਜਸਵਿੰਦਰ ਸਿੰਘ ਜੀ ਜੁੜੇ ਹੋਏ ਨੇ, ਮੁਬਾਰਕਾਂ ਦੇ ਰਹੇ ਨੇ। ਉਦੈਵੀਰ ਸਿੰਘ, ਹਰੀਸ਼ ਖਰਾਣਾ ਜੀ, ਹਰਮੀਤ ਸਿੰਘ, ਹਰੀਸ਼ ਖਰਾਣਾ ਜੀ, ਇਹ ਸਾਰੇ ਸਾਥੀ ਬੈਸਟ ਵਿਸ਼ਸ ਦਿੱਤੀਆਂ ਉਹਨਾਂ ਨੇ ਅੱਜ ਦੀ ਇਸ ਪ੍ਰੋਡਕਸ਼ਨ ਲਈ। ਬਲਜੀਤ ਮੋਗਾ ਜੀ ਕਹਿ ਰਹੇ ਆ ਬਹੁਤ ਵਧੀਆ। ਨੀਤੂ ਸ਼ਰਮਾ ਮੈਮ, ਦਵਿੰਦਰ ਕੁਮਾਰ ਸਰ ਵੈਰੀ ਨਾਈਸ ਪਰਸਨ, ਬਹੁਤ ਹੀ ਪੋਜ਼ਿਟਿਵ। ਦਵਿੰਦਰ ਕੁਮਾਰ ਜੀ ਥੈਂਕ ਯੂ, ਤੁਹਾਡੇ ਸੁਨਹਿਰੀ ਬੋਲ ਦੀ ਪ੍ਰਸ਼ੰਸਾ ਕੀਤੀ ਨੀਤੂ ਮੈਡਮ ਨੇ। ਅਨੀਤਾ ਜੀ, ਅਨੀਤਾ ਸ਼ਬਦੀਸ਼ ਜੀ ਦਾ ਕਮੈਂਟ ਆਇਆ, ਦਵਿੰਦਰ ਜੀ ਸੁਨਹਿਰੀ ਬੋਲ ਲਈ ਸ਼ੁਕਰੀਆ। ਸ਼ੁਕਰੀਆ ਡਾਕਟਰ ਸਾਹਿਬ। ਸਾਡੇ ਸਿੱਖਿਆ ਵਿਭਾਗ ਤੋਂ ਮੇਰੇ ਸਾਥੀ ਡਾਕਟਰ ਸੁਰੇਸ਼ ਮਹਿਤਾ ਜੀ ਲੈਕਚਰਰ ਨੇ ਪੰਜਾਬੀ ਦੇ, ਉਹਨਾਂ ਨੇ ਵੀ ਸ਼ੁਭ ਇਛਾਵਾਂ ਦਿੱਤੀਆਂ ਨੇ ਸਾਨੂੰ। ਕੁਮਾਰ ਪਵਨਦੀਪ ਜੀ ਫੇਰ ਆ ਗਏ ਸਾਡੇ ਕੋਲੇ। ਦਵਿੰਦਰ ਭਾਜੀ, ਅਜੇ ਤਾਂ ਮੈਂ ਬੱਚਾ, ਆਪਸ ਵਿੱਚ ਖੇਡੀ ਜਾਂਦੇ ਆ ਡਾਕਟਰ ਦਵਿੰਦਰ ਜੀ ਨਾਲ, ਉਹ ਚੈਟਿੰਗ ਚੱਲ ਰਹੀ ਉਹਨੇ। ਹਰਮੀਤ ਸਿੰਘ ਹੋਰੀ ਆਏ ਆ, ਦਵਿੰਦਰ ਕੁਮਾਰ, ਕੁਮਾਰ ਪਵਨਦੀਪ, ਕਾਫੀ ਸਾਥੀ ਸਾਡੇ ਇੰਨੇ ਕੁ ਭਾਵੁਕ ਹੋਏ ਕਿ ਵਾਰ-ਵਾਰ ਉਹ ਪ੍ਰਸ਼ੰਸਾ ਕਰ ਰਹੇ ਨੇ, ਹਨਾ। ਪ੍ਰਭ ਸ਼ਰਨਦੀਪ, ਜਿਹੜਾ ਤੁਹਾਡਾ ਇੱਕ ਐਕਟਰ ਸੀਗਾ ਹਰੀ ਸਿੰਘ ਦਾ ਕਰੈਕਟਰ ਕੀਤਾ, ਕਹਿੰਦਾ ਮੈਂ ਕਰੈਕਟਰ ਕੀਤਾ ਹਰੀ ਸਿੰਘ ਨਲੂਏ ਦਾ, ਮੇਰਾ ਕਰੈਕਟਰ ਦੱਸੋ ਕੋਈ। ਭਾਈ ਆਪਣੇ ਪ੍ਰਭ ਸ਼ਰਨਦੀਪ ਨੂੰ ਸਾਰੇ ਸਾਥੀ ਦੱਸ ਦਿਆ ਜੋ ਕਮੈਂਟ ਕਰਕੇ ਕਿਵੇਂ ਲੱਗਿਆ ਕਰੈਕਟਰ। ਰਮਨ ਢਿੱਲੋਂ, ਹਰੀਸ਼ ਖਰਾਣਾ, ਸਾਰੇ ਸਾਥੀ ਜੁੜੇ। ਡਾਕਟਰ ਕੁਲਬੀਰ ਸਿੰਘ ਢਾਲੀਵਾਲ ਵਿਰਕ, ਡਾਕਟਰ ਸੁਰੇਸ਼ ਮਹਿਤਾ ਜੀ ਕਹਿ ਰਹੇ ਆ ਬਹੁਤ ਵਧੀਆ ਸੁਨੇਹਾ ਦੀ ਕਿਸ ਤਰ੍ਹਾਂ ਦਾ ਮੈਸੇਜ ਦਿੱਤਾ, ਬੜਾ ਖੂਬਸੂਰਤ ਦਿੱਤਾ। ਵੀਨਾ ਅਰੋੜਾ ਜੀ ਸਾਡੇ ਰਿਸਰਚ ਸਕਾਲਰ ਨੇ, ਉਹਨਾਂ ਨੇ ਕਿਹਾ ਵਾਹ ਬਹੁਤ ਵਧੀਆ। ਹਰੀਸ਼ ਖਰਾਣਾ ਜੀ ਕਹਿ ਰਹੇ ਕਿ ਅੱਜ ਹੀ ਨਿਊਜ਼ ਆਈ ਹੈ ਕਿ ਇਹ ਨਸ਼ਿਆਂ ਕਰਕੇ ਇੱਕ ਯੰਗ ਹਸਬੈਂਡ ਵਾਈਫ ਨੇ ਖੁਦਕੁਸ਼ੀ ਕਰ ਲਈ। ਇਸ ਨਸ਼ੇ ਨੇ ਪਤਾ ਨਹੀਂ ਕਿੰਨੇ ਘਰ ਤਰਾਹਤ ਕਰ ਦਿੱਤੇ, ਖਤਮ ਕਰ ਦਿੱਤੇ। ਮਤਲਬ ਸਾਰਥਿਕਤਾ ਕਿੰਨੀ ਤੁਹਾਡੀ, ਕਿੰਨੀ ਸਾਰਥਿਕਤਾ ਇਸ ਪੇਸ਼ਕਾਰੀ ਦੀ, ਇਹਨਾਂ ਦੀ ਇਸ ਗੱਲ ਦਾ ਲੱਭੋ ਲਬਾਵੇ ਸੀ। ਬੌਬੀ ਸਿੱਧੂ ਜੀ ਵਧਾਈਆਂ ਦੇ ਰਿਹਾ ਡਾਇਰੈਕਸ਼ਨ ਲਈ, ਕਹਿ ਰਿਹਾ ਕਿ ਸੁਪਰ ਸਕ੍ਰਿਪਟ ਬਹੁਤ ਅੱਛੀ ਹੈ। ਹਰੀਸ਼ ਖਰਾਣਾ ਜੀ, ਜਗਜੀਤ ਸਰੀਨ ਜੀ ਕਹਿ ਰਿਹਾ ਐਪਰੀਸ਼ੀਏਬਲ ਪਰਫਾਰਮੈਂਸ ਆਫ ਵੈਲ ਨਿਟ ਸਕ੍ਰਿਪਟ ਗੇਵ ਨਾਈਸ ਮੈਸੇਜ ਥਰੂ ਦੀ ਇਲੈਕਟ੍ਰੋਨਿਕ ਮੀਡੀਆ। ਸਕ੍ਰਿਪਟ ਬਹੁਤ ਕਸਮੀ ਹੋਈ ਆ, ਬਹੁਤ ਸੋਹਣਾ ਮੈਸੇਜ ਦਿੱਤਾ ਤੁਸੀਂ। ਦਵਿੰਦਰ ਕੁਮਾਰ ਜੀ, ਡਾਕਟਰ ਸਾਹਿਬ ਕਹਿ ਰਹੇ ਸਮੇਂ ਦਾ ਸੁਨੇਹਾ ਸਮਾਜ ਨੂੰ ਚੇਤਨ ਕਰਨ ਦਾ ਸੰਵੇਦਨਸ਼ੀਲ ਉਪਰਾਲਾ, ਰੰਗਮੰਚ ਦੀ ਤਾਕਤ। ਸੋ ਕਮਲੇਸ਼ ਉੱਪਲ ਮੈਡਮ, ਕਮਲੇਸ਼ ਉੱਪਲ ਆਪਣੇ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰ ਹੋਏ ਨੇ, ਤੇ ਉਹਨਾਂ ਨੇ ਸ਼ੁਭ ਇਛਾਵਾਂ ਦਿੱਤੀਆਂ ਨੇ। ਗੁੱਡ ਥੀਮ, ਅੱਛਾ ਕਹਿ ਰਹੇ ਨੇ। ਹੋਰ ਬਾਕੀ ਸਾਡੇ ਸਾਰੇ ਸਾਥੀ, ਚੰਦਰ ਅਦੀਪ ਜੀ ਸਟੀਕ ਟਿੱਪਣੀ ਕਮਲੇਸ਼ ਉੱਪਲ ਲਈ ਕਹਿ ਰਹੇ ਕਿ ਉਹਨਾਂ ਟਿੱਪਣੀ ਕੀਤੀ ਹੈ, ਬੜੀ ਖੂਬਸੂਰਤ ਕੀਤੀ ਹੈ। ਸੁਖਮੰਤ ਸਿੰਘ ਡੋੜ, ਪਿੰਕੀ ਸੱਗੂ ਜੀ ਵੀ ਜੁੜ ਚੁੱਕੇ ਨੇ ਪਟਿਆਲੇ ਤੋਂ। ਰਵੀ ਹੰਸ, ਅਨੇਕਾਂ ਦੋਸਤ ਨੇ ਸਾਡੇ। ਚੰਦਰਦੀਪ ਕਹਿ ਰਹੇ ਆ ਕਿ ਸਮਕਾਲ ਤੋਂ ਇਤਿਹਾਸ ਵੱਲ ਪਰਤਣ ਦਾ ਯਤਨ ਪ੍ਰਸ਼ੰਸਾਯੋਗ, ਪਰ ਮੰਚ ਪੇਸ਼ਕਾਰੀ ਲਈ ਹੋਰ ਮਿਹਨਤ ਦੀ ਲੋੜ ਆ। ਪੇਸ਼ਕਾਰੀ ਲਈ ਹੋਰ ਜ਼ਿਆਦਾ ਉਹ ਕਹਿ ਰਹੇ ਆਪਾਂ ਸੁਧਾਰ ਕਰ ਸਕਦੇ ਹਾਂ। ਬੌਬੀ ਸਿੱਧੂ ਕਹਿ ਰਿਹਾ ਕਿ ਡਾਕਟਰ ਜੀ ਜਗਦੀਪ ਸੰਚਾਲਨ ਬਹੁਤ ਵਧੀਆ। ਥੈਂਕ ਯੂ ਬੌਬੀ ਜੀ, ਧੰਨਵਾਦ ਜੀ। ਬਾਕੀ ਸਾਰੇ ਸਾਥੀ ਗਗਨਦੀਪ ਸ਼ਰਮਾ ਜੀ ਕਹਿ ਰਿਹਾ ਕਿ ਧੰਨਵਾਦ ਰਾਜਵਿੰਦਰ ਭਾਜੀ ਤੇ ਸਾਰੇ ਹੀ ਐਕਸ ਰੰਗਮੰਚ ਟੀਮ ਦਾ, ਸਾਰੇ ਹੀ ਦਰਸ਼ਕਾਂ ਦਾ
ਭਗਤ ਸਿੰਘ ਦਾ ਪਾਤਰ ਨਿਭਾਉਣਾ ਬਹੁਤ ਮਾਣ ਭਰਿਆ ਤੇ ਮੁਸ਼ਕਲ ਕੰਮ ਸੀ, ਕਿਉਂਕਿ ਬਹੁਤ ਹੀ ਵੱਡੇ ਅਦਾਕਾਰਾਂ ਨੇ ਭਗਤ ਸਿੰਘ ਦੇ ਪਾਤਰ ਨੂੰ ਨਿਭਾਇਆ। ਮੇਰੇ ਕੋਲੋਂ ਗਲਤੀਆਂ ਹੋ ਗਈਆਂ, ਉਹਨੇ ਤਾਂ ਮਾਫੀ। ਭਗਤ ਸਿੰਘ ਦਾ ਕਰੈਕਟਰ ਸੀ ਗਗਨਦੀਪ ਬਹੁਤ ਅੱਛਾ। ਭਗਤ ਸਿੰਘ ਦਾ ਕਰੈਕਟਰ ਕਰਨਾ ਹੀ, ਉਹ ਸੋਚ ਨੂੰ ਲੈ ਕੇ ਆਉਣਾ ਮੰਚ ਤੇ ਹੈ, ਉਹਨੂੰ ਲੈ ਕੇ ਆਉਣਾ ਬਹੁਤ ਹੀ ਖੂਬਸੂਰਤ ਗੱਲ ਆ। ਸਾਡੇ ਤ੍ਰੇਜਾ ਸਾਹਿਬ ਜੁੜ ਚੁੱਕੇ ਨੇ, ਭੁਪਿੰਦਰ ਤ੍ਰੇਜਾ ਜੀ। ਹਾਂ, ਗੁੱਡ, ਕੀਪ ਇਟ ਅਪ। ਸ਼ੁਕਰੀਆ ਤ੍ਰੇਜਾ ਸਾਹਿਬ, ਧੰਨਵਾਦ ਜੀ। ਬਲਕਾਰ ਸਿੱਧੂ ਜੀ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਸਾਡੇ ਨਾਲ। ਬਹੁਤ ਸ਼ਾਨਦਾਰ ਪੇਸ਼ਕਾਰੀ, ਢੇਰ ਸਾਰੀਆਂ ਮੁਬਾਰਕਾਂ। ਸਿੱਧੂ ਸਾਹਿਬ ਨੇ ਆਪਣੇ ਖੁੱਲੇ ਡੁੱਲੇ ਸੁਭਾਅ ਅਨੁਸਾਰ ਮੁਬਾਰਕਾਂ ਵੀ ਢੇਰ ਸਾਰੀਆਂ ਦਿੱਤੀਆਂ ਪੰਡ ਭਰ ਕੇ। ਸ਼ੁਕਰੀਆ ਸਾਥੀਓ, ਸ਼ੁਕਰੀਆ। ਆਓ ਆਪਾਂ ਅੱਗੇ ਗੱਲਬਾਤ ਵੱਲ ਵਧਦੇ ਹਾਂ। ਰਾਜਵਿੰਦਰ ਜੀ, ਰਾਜਵਿੰਦਰ ਹੋਣਾ ਨੇ ਜਿੰਨੇ ਕਿ ਨਾਟਕ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਇਹਨਾਂ ਦਾ ਇੱਕ ਬੜਾ ਖੂਬਸੂਰਤ ਨਾਟਕ ਸੀਗਾ ਦੁੱਖ ਦੀ ਰਾਗ ਪੰਜਾਬ ਦੀ। ਮਤਲਬ ਉਸ ਨਾਟਕ ਨੂੰ ਇਹਨਾਂ ਨੇ ਪਿਛਲੇ 10 ਸਾਲਾਂ ਤੋਂ ਕਰ ਰਹੇ ਨੇ। ਦੁੱਖ ਦੀ ਰਾਗ ਪੰਜਾਬ ਦੀ, ਪੰਜਾਬ ਦੇ ਸੰਕਟ ਆ ਜਿਹੜਾ ਨਸ਼ਿਆਂ ਦਾ, ਉਹਨੂੰ ਲੈ ਕੇ ਇਹਨਾਂ ਨੇ ਪੇਸ਼ਕਾਰੀ ਕੀਤੀ ਔਰ 4000 ਦੇ ਕਰੀਬ ਇਸ ਨਾਟਕ ਦੀਆਂ ਪੇਸ਼ਕਾਰੀਆਂ ਹੋ ਗਈਆਂ ਨੇ 10 ਸਾਲਾਂ 4000 ਦੇ ਕਰੀਬ। ਦੁੱਖ ਬਹੁਤ ਹੀ ਤੁਸੀਂ ਪੇਸ਼ਕਾਰੀਆਂ ਤੋਂ ਅੰਦਾਜ਼ਾ ਲਾ ਸਕਦੇ ਆ। ਚੰਗੀ ਚੀਜ਼ ਹੈ ਜਿਹੜੀ ਲੋਕ ਵਾਰ-ਵਾਰ ਉਹਨੂੰ ਪੇਸ਼ ਕਰਵਾਉਂਦੇ ਨੇ, ਹਨਾ। ਸੋ ਇਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਲੱਗਦਾ ਕਿ ਸਮਾਜਿਕ ਸਰੋਕਾਰ ਨਾਲ ਜੁੜਿਆ ਹੋਇਆ ਜਿਹੜਾ ਇਹ ਰੰਗਮੰਚ ਕਰਦੇ ਨੇ। ਅਨੇਕਾਂ ਨਾਟਕ ਲਿਖੇ ਔਰ ਇਹਨਾਂ ਨੇ ਜ਼ਿਆਦਾਤਰ ਨਾਟਕ ਇਹਨਾਂ ਨੇ ਕਹਾਣੀ ਨੂੰ ਨਾਟਕੀ ਵਿਧਾ ਚ ਰੂਪਾਂਤਰਨ ਕੀਤਾ, ਵੀ ਕਹਾਣੀ ਦਾ ਨਾਟਕੀ ਰੂਪਾਂਤਰਨ ਕਰਕੇ ਵੀ ਕੰਮ ਕੀਤਾ। ਜਿੱਥੇ ਇਹਨਾਂ ਨੇ ਮੌਲਿਕ ਨਾਟਕ ਲਿਖੇ, ਉੱਥੇ ਇਹਨਾਂ ਨੇ ਕਹਾਣੀ ਨੂੰ ਨਾਟਕੀ ਰੂਪ ਦਿੱਤਾ। ਇੱਕ ਇਹਨਾਂ ਦੀ ਕਵਿਤਾ ਸੀਗੀ ਲੋਰੀ ਕਵਿਤਾ, ਗੁਰਭਜਨ ਗਿੱਲ ਸਾਡੇ ਪੋਇਟ ਨੇ, ਕਵੀ ਨੇ ਲੁਧਿਆਣੇ ਤੋਂ, ਉਹਨਾਂ ਦੀ ਲੋਰੀ ਕਵਿਤਾ ਸੀ, ਉਹਦੇ ਤੇ ਇਹਨਾਂ ਨੇ ਨਾਟਕੀ ਰੂਪਾਂਤਰਨ ਕੀਤਾ। ਮੇਰਾ ਸਵਾਲ ਇਹ ਆ ਕਿ ਹੁਣ ਤੁਹਾਨੂੰ ਰਾਜਵਿੰਦਰ ਜੀ, ਕਿਉਂਕਿ ਤੁਸੀਂ ਥੋੜਾ ਜਿਹਾ ਬਹੁਤ ਥੋੜੇ ਨਿਰਦੇਸ਼ਕਾਂ ਨੇ ਇਹ ਕੰਮ ਕੀਤਾ ਕਿ ਕੇਵਲ ਧਾਲੀਵਾਲ ਉਹਨਾਂ ਨੇ ਬਹੁਤ ਕੰਮ ਕੀਤਾ। ਉਹਨਾਂ ਨੇ ਤਾਂ ਹਰ ਚੀਜ਼ ਦੇ ਉੱਤੇ ਹੀ ਉਹਨੂੰ ਨਾਟਕੀ ਰੂਪਾਂਤਰਨ ਕੀਤਾ, ਕਵਿਤਾ, ਨਾਵਲ, ਪੇਂਟਿੰਗ, ਸ਼ਾਇਰੀ, ਪਤਾ ਨਹੀਂ ਕਿਹੜੀ ਚੀਜ਼ ਧਾਲੀਵਾਲ ਉਹਨਾਂ ਨੇ ਕੀਤਾ। ਤੁਹਾਡਾ ਵੀ ਕੰਮ ਉਸੇ ਤਰ੍ਹਾਂ ਦਾ। ਮੇਰਾ ਸਵਾਲ ਇਹ ਆ ਕਿ ਤੁਸੀਂ ਜਦੋਂ ਇੱਕ ਟੈਕਸਟ ਤੋਂ ਦੂਜੀ ਟੈਕਸਟ 'ਚ ਰੂਪਾਂਤਰਿਤ ਕਰਦੇ ਹੋ ਸਕ੍ਰਿਪਟ ਨੂੰ, ਮਤਲਬ ਕਵਿਤਾ ਦਾ ਇੱਕ ਆਪਣਾ ਕਾਵਿ ਸ਼ਾਸਤਰ, ਇੱਕ ਆਪਣੀ ਪੋਇਟਿਕਸ ਆ, ਹਨਾ, ਇੱਕ ਉਹਦੇ ਮਾਪਦੰਡ ਨੇ। ਨਾਟਕ ਦੇ ਆਪਣੇ ਇੱਕ ਮਾਪਦੰਡ ਨੇ, ਉਹਦਾ ਇੱਕ ਆਪਣਾ ਪੋਇਟਿਕਸ ਆ। ਉਹ ਜਦੋਂ ਤੁਸੀਂ ਰੂਪਾਂਤਰਨ ਕਰਦੇ ਹੋ, ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਦੇ ਹੋ? ਪਹਿਲੀ ਗੱਲ ਤਾਂ ਤੁਸੀਂ ਚੂਜ਼ ਕਰਨ ਲੱਗਿਆ ਕਿ ਬਈ ਆਹ ਨਾਟਕ ਮੈਂ ਕਰਨਾ, ਤੇ ਉਹ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਇੰਪੋਰਟੈਂਟ ਨੇ, ਕਿਹੜੇ ਮੁੱਦੇ ਨੇ, ਉਹਨਾਂ ਤੇ ਤੁਸੀਂ ਨਾਟਕ ਕਰਨਾ ਚਾਹੁੰਦੇ ਹੋ। ਉਸ ਤੋਂ ਬਾਅਦ ਜਦੋਂ ਤੁਸੀਂ ਰੂਪਾਂਤਰਨ ਕਰਦੇ ਹੋ, ਕਿਹੜੀਆਂ ਗੱਲਾਂ ਦਾ ਤਕਨੀਕੀ ਤੌਰ ਤੇ ਖਿਆਲ ਰੱਖਦੇ ਹੋ? ਮੈਂ ਸਵਾਲ ਦੁਹਰਾ ਰਿਹਾ, ਤਕਨੀਕੀ ਤੌਰ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਜਦੋਂ ਇੱਕ ਵਿਧਾ ਨੂੰ ਦੂਜੀ ਵਿਧਾ ਦੇ ਵਿੱਚ ਰੂਪਾਂਤਰਿਤ ਕਰਦੇ ਹੋ? ਡਾਕਟਰ ਜਗਦੀਪ ਜੀ, ਬਹੁਤ ਖੂਬਸੂਰਤ ਸਵਾਲ ਹੈ ਜਿਹੜਾ ਤੁਸੀਂ ਕੀਤਾ। ਮੈਂ ਤਕਰੀਬਨ ਆਪਣੀ ਲਾਈਫ ਦੇ ਵਿੱਚ 27 ਪਲੇ ਨੇ ਜਿਹੜੇ ਲਿਖੇ ਨੇ, ਬਟ ਜਿਵੇਂ ਕਹਿੰਦੇ ਨੇ ਅਨਫੋਰਚੂਨੇਟਲੀ ਮੈਂ ਹਜੇ ਤੱਕ ਵੀ ਬੁੱਕ ਨਹੀਂ ਜਿਹੜੀ ਹੈ ਛਪਾਈ, ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਬੁੱਕ ਹੈ, ਪਹਿਲੇ 4 ਨਾਟਕ ਉਹਦੇ ਵਿੱਚ ਹੋਣਗੇ। ਤੇ ਹਾਂਜੀ, ਤੇ ਜਿਹੜਾ ਤੁਸੀਂ ਗੱਲ ਕਰਦੇ ਹੋ ਨਾਟਕੀ ਰੂਪਾਂਤਰ ਦੀ, ਮੈਂ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਵਾ, ਮੇਰੇ ਆਪਣੇ ਜੇ ਮੌਲਿਕ ਨਾਟਕ 8 ਹੋਣਗੇ ਜਾਂ 10 ਹੋਣਗੇ, ਪਰ ਜਿਹੜੀ ਕਹਾਣੀ ਰੂਪਾਂਤਰ ਹੈ, ਕਹਾਣੀ ਰੂਪਾਂਤਰ ਮੇਰੇ 15-16 ਨਾਟਕ ਨੇ, ਜਿਹਦੇ ਵਿੱਚ ਬਲਜਿੰਦਰ ਨਸਾਲੀ ਦੀ ਕਹਾਣੀ ਹੈ ਡਾਕਖਾਨਾ ਖਾਸ, ਜਿਹੜੀ ਮੈਂ ਬਹੁਤ ਚਿਰ ਪਹਿਲਾਂ ਕੀਤੀ। ਰੀਸੈਂਟਲੀ ਜਿਹੜੇ ਹੁਣ ਮੈਂ 4 ਨਵੇਂ ਕਰੇ ਹੈਗੇ ਨੇ ਪਲੇ, ਉਹਦੇ ਵਿੱਚ ਦਲਜੀਤ ਸ਼ਾਹੀ ਦੀ ਕਹਾਣੀ ਹੈ ਕਰੈਕਟਰਲੈਸ, ਔਰ ਸਿਮਰਨ ਅਕਸ ਦੀ ਕਹਾਣੀ ਹੈ ਛਿੰਦੇ ਦੀ ਰਨ, ਫਿਰ ਜਤਿੰਦਰ ਹਾਂਸ ਦੀ ਕਹਾਣੀ ਹੈ ਵੇਰਵਾਜਾ ਸੂਟ, ਔਰ ਤੁਸੀਂ ਗੱਲ ਕੀਤੀ ਹੈ ਗੁਰਭਜਨ ਗਿੱਲ ਹੁਣਾਂ ਦੀ ਲੋਰੀ, ਔਰ ਮਾਸਟਰ ਤਲੋਚਨ ਦੀ ਕਵਿਤਾ ਹੈ ਚੀਕ, ਉਹਦੇ ਤੋਂ ਮਿਲਾ ਕੇ ਇਹ ਨਾਟਕ ਸੀ ਜਿਹੜਾ ਜਲਪਰੀ ਜੀ ਦਾ ਤੁਸੀਂ ਜ਼ਿਕਰ ਕੀਤਾ। ਤੁਹਾਡਾ ਸਵਾਲ ਬਣਦਾ ਹੈ, ਜਿਹੜਾ ਜਿਹਦੀ ਦਰਸ਼ਕ ਉਡੀਕ ਕਰਦੇ ਨੇ ਜਵਾਬ ਦੀ, ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਹਾਣੀ ਨੂੰ ਨਾਟਕ ਵੱਲ ਲੈ ਕੇ ਆਉਣ ਦੇ ਲਈ ਇੱਕ ਰਾਈਟਰ ਨੂੰ ਉਤਸ਼ਾਹਿਤ ਕਰਦੀਆਂ ਨੇ ਜਾਂ ਮਜਬੂਰ ਕਰਦੀਆਂ ਨੇ। ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੈ ਕਿ ਇੱਕ ਵਿਸ਼ਾ ਜਿਹੜਾ ਹੈ ਨਾਟਕ ਦੇ, ਕਹਾਣੀ ਦੇ ਅੰਦਰ ਕੀ ਹੈ, ਸਿਰਫ ਇੱਕ ਜਿਹੜਾ ਹੈ ਸੈਂਟਰਲ ਜਿਹੜਾ ਬਿੰਦੂ ਹੈ, ਜੇ ਉਹ ਤੁਹਾਨੂੰ ਖੂਬਸੂਰਤ ਲੱਗਦਾ ਹੈ ਕਿਸੇ ਕਹਾਣੀ ਦਾ, ਤਾਂ ਸਮਝ ਲਓ ਕਿ ਉਹ ਨਾਟਕ ਬਣਨ ਦੀ ਜਿਹੜਾ ਹੈ ਸਮਰੱਥਾ ਚ। ਬਾਕੀ ਮੇਨਲੀ ਜਿਹੜੀ ਗੱਲ ਹੈ ਕਿ ਕਹਾਣੀ ਦੇ ਵਿੱਚ ਬਹੁਤ ਸਾਰੀ ਜਿਹੜੀਆਂ ਮੈਂ ਕਹਾਣੀਆਂ ਅਡੈਪਟ ਕੀਤੀਆਂ ਨੇ, ਮੈਨੂੰ ਲੱਗਿਆ ਕਿ ਉਹਦੇ ਵਿੱਚ ਨਾਟਕੀ ਵਿਧਾਵਾਂ ਬਹੁਤ ਨੇ, ਥੀਏਟਰੀਕਲ ਉਹਦੇ ਚ ਤੱਤ ਜਿਹੜੇ ਹੈਗੇ ਨੇ, ਤੱਤ ਬਹੁਤ ਜ਼ਿਆਦਾ ਨੇ। ਸੋ ਮੈਨੂੰ ਮੇਰੇ ਮਤਲਬ ਮੋਟੇ ਜਿਹੇ ਤੌਰ ਦੇ ਉੱਤੇ ਮੈਨੂੰ ਜਿਹੜੀ ਕਹਾਣੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਥੀਏਟਰੀਕਲੀ ਸੰਭਾਵਨਾਵਾਂ ਲੁਕੀਆਂ ਹੋਈਆਂ ਨੇ, ਮੈਂ ਉਹਨਾਂ ਕਹਾਣੀਆਂ ਨੂੰ ਹੀ ਜਿਹੜਾ ਹੈ ਨਾਟਕੀ ਰੂਪਾਂਤਰ ਦਾ ਰੂਪ ਦਿੱਤਾ ਹੈ।
ਜਿਸ ਤਰੀਕੇ ਦੇ ਨਾਲ ਜਿਹੜੀ ਗੁਰਭਜਨ ਗਿੱਲ ਹੋਣਾ ਦੀ ਲੋਰੀ ਹੈ ਔਰ ਮਾਸਟਰ ਤਰਲੋਚਨ ਹੋਣਾ ਦੀ ਚੀਖ ਕਵਿਤਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਸਾਡੇ ਕੋਲ ਕਹਾਣੀ ਹੈ, ਇੱਕ ਮੁਕੰਮਲ ਜਿਵੇਂ ਕਹਿੰਦੇ ਨੇ ਸਾਡੇ ਕੋਲ ਨਾਟਕ ਹੈ। ਬੇਸ਼ੱਕ ਉਹ ਸਾਡੇ ਕੋਲ ਕਾਵਿ ਰੂਪ ਦੇ ਵਿੱਚ ਪਿਆ ਹੈ, ਤੇ ਮੈਂ ਜਿਹੜਾ ਹੈ ਉਹਨਾਂ ਕਹਾਣੀਆਂ ਨੂੰ, ਉਹਨਾਂ ਕਵਿਤਾਵਾਂ ਨੂੰ ਲੈ ਕੇ ਆਂਦਾ। ਔਰ ਰੀਸੈਂਟਲੀ ਜਿਹੜਾ ਮੇਰਾ ਸਭ ਤੋਂ ਜਿਹੜਾ ਮੇਰਾ ਡ੍ਰੀਮ ਪ੍ਰੋਜੈਕਟ ਹੈ, ਜਿਹਨੂੰ ਮੈਂ ਪਿਛਲੇ 2 ਸਾਲ ਤੋਂ ਲੱਗਿਆ, ਉਹ ਹੈ ਸੁਖਵਿੰਦਰ ਅਮਰਤ ਦੀ ਸ਼ਾਇਰੀ ਔਰ ਉਸਦੀ ਜ਼ਿੰਦਗੀ। ਉਹ ਮੈਂ ਇੱਕ ਨਾਟਕ ਜਿਹੜਾ ਹੈ ਮੈਂ ਲਾਕਡਾਊਨ ਦੇ ਵਿੱਚ ਲਿਖਿਆ, ਸੋਲੋ ਪਲੇ ਹੈ, ਤਕਰੀਬਨ 1.5 ਘੰਟੇ ਦੀ ਪਰਫਾਰਮੈਂਸ ਹੋਏਗੀ, ਜਿਹਦਾ ਨਾਮ ਹੈ ਰਾਹਾਂ ਵਿੱਚ ਅੰਗਿਆਰ ਬੜੇ ਸੀ। ਸੁਖਵਿੰਦਰ ਅਮਰਤ ਹੋਰਾਂ ਦੀਆਂ 9 ਕਿਤਾਬਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਇਸ ਨਾਟਕ ਨੂੰ ਬਣਿਆ ਹੈਗਾ ਵਾ। ਸੋ ਮੈਨੂੰ ਲੱਗਦਾ ਕਿ ਕਵਿਤਾ ਵਿੱਚ, ਜਿਨ੍ਹਾਂ ਕਹਾਣੀਆਂ ਦੇ ਵਿੱਚ ਨਾਟਕ ਤੱਤ ਜਿਹੜੇ ਹੈਗੇ ਮੈਨੂੰ ਭਾਰੂ ਲੱਗਦੇ ਨੇ, ਮੈਨੂੰ ਉਹਨਾਂ ਦਾ ਮੈਨੂੰ ਉਹਨਾਂ ਦਾ ਸਬਜੈਕਟ ਵਿਸ਼ਾ ਜਿਹੜਾ ਹੈ ਮੈਨੂੰ ਸੋਹਣਾ ਲੱਗਦਾ, ਮੈਨੂੰ ਲੱਗਦਾ ਕਿ ਅਡੈਪਟ ਕਰਦਾ, ਮੈਂ ਰੂਪਾਂਤਰ ਕਰਦਾ। ਸ਼ੁਕਰੀਆ ਜੀ। ਆਪਾਂ ਇਸੇ ਗੱਲ ਨੂੰ ਥੋੜਾ ਜਿਹਾ ਹੋਰ ਡਿਟੇਲ 'ਚ ਚੱਲਦੇ ਹਾਂ। ਇੱਕ ਤੁਹਾਨੂੰ ਵਿਸ਼ਾ ਚੁਣਨ ਲੱਗਿਆ, ਤੁਸੀਂ ਉਹਦੇ 'ਚ ਥੀਏਟਰੀਕਲ ਐਲੀਮੈਂਟ ਦੇਖਦੇ ਹੋ, ਨਾਟਕੀਅਤਾ ਕਿੰਨੀ ਕੁ, ਹੈ ਨਾ, ਉਸ ਚੀਜ਼ ਦੇ ਵਿੱਚ। ਆਪਾਂ ਇਹਨੂੰ ਜਿਹੜਾ ਹੋਰ ਬਾਰੀਕੀ 'ਚ ਦੇਖੀਏ ਤਾਂ ਉਦੋਂ ਬਾਅਦ ਜਦੋਂ ਤੁਸੀਂ ਉਹਨੂੰ ਨਾਟਕੀ ਰੂਪਾਂਤਰਨ ਕਰਦੇ ਹੋ ਉਹਦਾ, ਉਦੋਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਵੀ ਕਵਿਤਾ ਨੂੰ ਲਖੇੜ ਕੇ ਨਾਟਕ ਬਣਾਉਣਾ ਹੈ? ਇੱਕ ਕਵਿਤਾ ਤੁਹਾਡੇ ਕੋਲੇ ਜਾਂ ਕਹਾਣੀ ਹੈ, ਇਹਨੂੰ ਨਾਟਕ ਬਣਾਉਣਾ ਹੈ, ਤੁਸੀਂ ਕਿਹੜੀਆਂ ਚੀਜ਼ਾਂ ਨੂੰ ਫਰਕ ਪੈਦਾ ਕਰੋਗੇ ਨਾਟਕ ਬਣਾਉਣ ਲੱਗਿਆ? ਕਿਹੜੀਆਂ ਚੀਜ਼ਾਂ ਤੁਹਾਨੂੰ, ਕਿਉਂਕਿ ਕਵਿਤਾ 'ਚ ਇੱਕ ਪ੍ਰੋਜ਼ ਹੈ, ਹਨਾ, ਇੱਕ ਪ੍ਰੋਜ਼ ਚੱਲ ਰਹੀ ਹੈ, ਨਾਟਕ 'ਚ ਇੱਕ ਡਾਇਲੋਗਬਾਜ਼ੀ ਆ, ਉਸ ਪ੍ਰੋਜ਼ ਨੂੰ ਡਾਇਲੋਗਬਾਜ਼ੀ ਦੇ ਵਿੱਚ ਕਨਵਰਟ ਕਰਨ ਲੱਗਿਆ ਤੁਹਾਡੇ ਅਨਕੌਂਸ਼ੀਅਸ ਪਿੱਛੇ ਕੀ ਚੱਲਦਾ ਹੁੰਦਾ, ਕਿਹੜੇ ਢੰਗ ਨਾਲ ਕਰਦੇ ਹੋ? ਕਿ ਜਾਂ ਮਤਲਬ ਬਹੁਤੇ ਮੈਂ ਐਂ ਕਰਦੇ ਆ, ਕਈਆਂ ਨਾਲ ਮੇਰੀ ਡਿਸਕਸ਼ਨ ਵੀ ਹੋਈ ਹੈ, ਕੋਈ ਇੱਕ ਆਈਡੀਆ ਲੈ ਲੈਂਦੇ ਉਹਨੂੰ ਆਪਦੇ ਢੰਗ ਨਾਲ ਡਿਵੈਲਪ ਕਰਦੇ, ਉਸ ਤੋਂ ਬਾਅਦ ਕੀ ਤੁਸੀਂ ਐਂ ਕਰਦੇ ਹੋ ਜਾਂ ਕੋਈ ਹੋਰ ਟੈਕਨੀਕ ਵਰਤਦੇ ਹੋ? ਜੀ ਨਹੀਂ, ਮੈਨੂੰ ਇਹ ਹੈ ਵੀ ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਕਹਾਣੀ ਦਾ ਤੱਤ, ਉਹ ਉਸੇ ਤਰੀਕੇ ਦੇ ਨਾਲ ਪੁਰ ਪ੍ਰਭਾਵ ਦੇ ਨਾਲ, ਬਲਕਿ ਉਹਦੇ ਨਾਲੋਂ ਦੁੱਗਣੇ ਪ੍ਰਭਾਵ ਦੇ ਵਿੱਚ ਨਾਟਕ ਜਾਵੇ, ਉਹਦਾ ਤੱਤ ਨਾ ਜਿਹੜਾ ਹੈ ਖਤਮ ਹੋਵੇ। ਕਹਾਣੀਕਾਰ ਨੇ ਜੋ ਕਹਾਣੀ ਦੇ ਵਿੱਚ ਉਹ ਕਹਿਣਾ ਚਾਹੁੰਦਾ ਸੀਗਾ ਉਹ ਨਾਟਕ ਦੇ ਵਿੱਚ ਕਿਹਾ ਜਾਵੇ, ਪਰ ਫਿਰ ਉਹਦੇ ਆਲੇ ਦੁਆਲੇ ਜਿਹੜੇ ਹੈਗੇ ਨੇ ਕੁਝ ਸਾਨੂੰ ਪਾਤਰ ਸਿਰਜਣੇ ਵੀ ਪੈਂਦੇ ਨੇ, ਤੇ ਮੈਂ ਪਾਤਰ ਸਿਰਜਦਾ ਵੀ ਹਾਂ। ਹਾਂਜੀ, ਮਤਲਬ ਮੈਂ ਸਭ ਮੇਨਲੀ ਤਾਂ ਮੇਰੇ ਲਈ ਮੈਨੂੰ ਇਹ ਲੱਗਦਾ ਹੁੰਦਾ ਹੈਗਾ ਵੀ ਉਹਦੇ ਚੋਂ ਜਿਹੜਾ ਹੈਗਾ ਕਹਾਣੀ ਦਾ ਪ੍ਰਭਾਵ ਜਿਹੜਾ ਹੈ, ਖਾਸ ਕਰਕੇ ਕਹਾਣੀ ਦੇ ਅੰਦਰਲਾ ਸੈਂਟਰ ਜਿਹੜਾ ਹੈ ਉਹ ਨਾ ਖਤਮ ਹੋਵੇ। ਕੋਈ ਕਹਾਣੀ ਲਾਂਭਾ ਨਾ ਦੇਵੇ ਕਿ ਮੇਰੀ ਕਹਾਣੀ ਤਾਂ ਜਿਹੜੀ ਹੈ ਤੇਰੇ ਨਾਟਕ ਨਾਲੋਂ ਯਾਰ ਜ਼ਿਆਦਾ ਸੋਹਣੀ ਸੀਗੀ, ਤੇ ਰਾਜਿੰਦਰ ਮਤਲਬ ਕਿ ਨਾਟਕ ਨੂੰ ਅਡੈਪਟ ਕਰਕੇ ਮਤਲਬ ਕਹਾਣੀ ਉਹ ਮਾਰ ਕੇ ਰੱਖਦੀ। ਤੇ ਨਹੀਂ, ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਕਿਸੇ ਨੇ ਇੱਕ ਸੋਹਣੀ ਇੱਕ ਮੂਰਤ ਜਿਹੜੀ ਹੈਗੀ ਹੈ ਸਿਰਜੀ ਆ, ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਉਹਦੇ ਨਾਲ ਮੈਚ ਕਰਦੀ, ਉਹਦੇ ਲਿਪਸਟਿਕ ਲਾਵਾਂ ਜਾਂ ਉਹਦੇ ਜਿਹੜੇ ਹੈਗੇ ਨੇ ਕੰਨਾਂ ਦੇ ਵਿੱਚ ਕੁੰਡਲ ਪਾਵਾਂ, ਹੈ ਨਾ, ਜਾਂ ਉਸ ਤਰੀਕੇ ਦੀ ਮੈਚਿੰਗ ਕਰਦੀ, ਤਾਂ ਕਿ ਉਹਦਾ ਜਿਹੜਾ ਹੈਗਾ ਰੂਪ ਹੋਰ ਨਿਖਰ ਕੇ ਬਾਹਰ ਆਵੇ। ਮੈਨੂੰ ਇਹ ਲੱਗਦਾ ਹੈ। ਬਹੁਤ ਖੂਬਸੂਰਤ ਗੱਲ ਕੀਤੀ ਆ। ਸਾਨੂੰ ਨਾ ਪਿੱਛੋਂ ਹਦਾਇਤਾਂ ਆ ਰਹੀਆਂ ਨੇ ਡਾਇਰੈਕਟਰ ਸਾਹਿਬ ਵੱਲੋਂ ਕਿ ਵਾਈਂਡ ਅਪ ਕਰ ਦਿਓ, ਪਰ ਹੁਣ ਗੱਲਾਂ ਦਾ ਮੂਡ ਬਣਿਆ, ਮੈਂ ਗੁਸਤਾਖੀ ਲਈ ਮੁਆਫੀ, 5 ਮਿੰਟ ਹੋਰ ਲਊਂਗਾ ਮੈਂ, ਹੈ ਨਾ। ਠੀਕ ਹੈ ਜੀ, ਠੀਕ ਆ, ਉਹਨਾਂ ਵੱਲੋਂ ਆਗਿਆ ਮਿਲ ਗਈ ਆ। ਹਾਂ, ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਕਿ ਜਿਹੜੀ ਮੂਲ ਟੈਕਸਟ ਹੁੰਦੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ, ਹੈ ਨਾ, ਜਦੋਂ ਤੁਸੀਂ ਨਾਟਕੀ ਰੂਪਾਂਤਰ ਕਰਨੀ ਹੈ। ਪਰ ਪੰਜਾਬੀ ਦੇ ਇੱਕ ਬਹੁਤ ਵੱਡੇ ਨਾਟਕਕਾਰ ਨੇ ਇਹ ਗੁਸਤਾਖੀ ਕੀਤੀ ਔਰ ਬੜੀ ਦਲੇਰੀ ਨਾਲ ਕੀਤੀ ਹੈ, ਔਰ ਉਹ ਨਾਟਕ ਤੁਸੀਂ ਕੀਤਾ ਵੀ ਹੈ। ਨਾਟਕ ਸੀਗਾ ਮੰਟੋ ਦੀ ਕਹਾਣੀ ਸੀ ਟੋਬਾ ਟੇਕ ਸਿੰਘ, ਉਹਦੇ ਤੇ ਆਧਾਰਿਤ ਨਾਟਕ ਸੀ, ਡਾਕਟਰ ਆਤਮਜੀਤ ਨੇ ਕੀਤਾ, ਰਿਸ਼ਤਿਆਂ ਦਾ ਕੀ ਰੱਖੀਏ ਨਾਂ, ਉਹ ਸਕ੍ਰਿਪਟ ਲਿਖੀ ਹੈ ਨਾ। ਔਰ ਪੰਜਾਬੀ ਦੀ ਮੈਨੂੰ ਲੱਗਦਾ ਵਾਹਿਦ ਇੱਕ ਅਜਿਹੀ ਸਕ੍ਰਿਪਟ ਆ ਜਿਹੜੀ ਕਹਾਣੀ ਤੋਂ ਉੱਪਰ ਚਲੀ ਗਈ, ਉਸ ਕਹਾਣੀ ਨੂੰ ਨਵੀਆਂ ਡਾਇਮੈਂਸ਼ਨ ਦਿੱਤੀਆਂ, ਕਹਾਣੀ ਤੋਂ ਪਾਰ ਚਲੀ ਗਈ, ਔਰ ਉਹ ਸਕ੍ਰਿਪਟ ਸਮਿਆਂ ਤੋਂ ਵੀ ਪਾਰ ਚਲੀ ਗਈ। ਮਤਲਬ ਇੱਕ ਪਾਰ ਦੀ ਗੱਲ ਕਰ ਰਹੀ ਹੈ। ਕਿਸੇ ਵੀ ਯੁੱਗ 'ਚ ਨਾਟਕ ਖੇਡੋਗੇ ਤੁਸੀਂ, ਉਹ 19 ਸਾਲ ਇਸ ਤਰ੍ਹਾਂ ਦੀ ਜਿਹੜੀ ਸਕ੍ਰਿਪਟ ਰਾਈਟਿੰਗ ਆ, ਮੈਨੂੰ ਲੱਗਦਾ ਜੇ ਇੱਕ ਜੋ ਰੂਪਾਂਤਰਨ ਡਾਕਟਰ ਆਤਮਜੀਤ ਨੇ ਕੀਤਾ, ਹੈ ਨਾ, ਵਾਕਈ ਬਹੁਤ ਕਮਾਲ ਦਾ ਸੀ। ਤੁਸੀਂ ਉਹ ਨਾਟਕ ਕੀਤਾ, ਕੋਈ ਅਨੁਭਵ ਸ਼ੇਅਰ ਕਰਨਾ ਚਾਹੋਗੇ ਉਹਦੇ ਬਾਰੇ? ਡਾਕਟਰ ਸਾਹਿਬ ਹੁਣਾਂ ਦੇ ਜੁੜੇ ਹੋਏ ਬਹੁਤ ਅਨੁਭਵ ਨੇ। ਮਤਲਬ ਮੈਨੂੰ ਇਹ ਲੱਗਦਾ ਹੁੰਦਾ ਹੈਗਾ ਵੀ ਉਸ ਸ਼ਖਸ ਦੇ ਕੋਲ 3.5 ਮਹੀਨੇ ਅਕਸਰ ਰੰਗਮੰਚ ਸਮਰਾਲਾ ਦੇ ਸਾਰੇ ਕਲਾਕਾਰਾਂ ਨੇ ਕੰਮ ਕੀਤਾ। ਅਸੀਂ ਨਾਂ ਸੁਣ ਕੇ ਵੱਡੇ ਹੋਏ ਆ, ਪਰ ਉਹਨਾਂ ਦੇ ਕੋਲ ਕੰਮ ਕਰਨਾ ਬੇਸਿਕਲੀ ਉਹ ਬਹੁਤ ਸੱਚੀ, ਉਹ ਬਹੁਤ ਗ੍ਰੇਟ ਇਨਸਾਨ ਨੇ। ਇਹਨੇ ਮਤਲਬ ਕਿ ਉਮਰ ਸੁਭਾਅ ਦੇ ਮਾਲਕ, ਔਰ ਚੰਡੀਗੜ੍ਹ ਤੋਂ ਤਕਰੀਬਨ 3.5 ਮਹੀਨੇ ਰੈਗੂਲਰ ਜਿਹੜਾ ਹੈ ਸਮਰਾਲੇ ਆ ਕੇ ਰੈਸਲ ਕਰਦੇ ਰਹੇ। ਔਰ ਮੈਨੂੰ ਮਤਲਬ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਕਿ ਰਾਜਵਿੰਦਰ, ਮੈਨੂੰ ਇਹ ਪਤਾ ਵੀ ਤੇਰੇ ਕੋਲ ਅੱਛੀ ਟੀਮ ਆ, ਤੇਰੇ ਕੋਲ ਬਹੁਤ ਕਮਿਟਡ ਆਰਟਿਸਟ ਨੇ, ਔਰ ਮੈਨੂੰ ਇਹਦੇ ਆਰਟਿਸਟ ਦੇ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਮੇਰਾ ਮਾਣ ਟੁੱਟਣ ਨਹੀਂ ਦਿੱਤਾ। 3.5 ਮਹੀਨੇ ਜਗਦੀਪ ਵੀਰ ਜੀ ਅਸੀਂ ਰਿਹਰਸਲ ਕੀਤੀ,
ਥੀਏਟਰ ਓਲੰਪਿਕਸ ਵਾਸਤੇ। ਔਰ ਸਾਡੇ 3 ਮਹੀਨੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੈਗਾ ਕਿਸੇ ਇੱਕ ਕਲਾਕਾਰ ਨੇ 2 ਤੋਂ ਵੱਧ ਜਿਹੜੀਆਂ ਨੇ ਛੁੱਟੀਆਂ ਕੀਤੀਆਂ ਹੋਣ। ਮਤਲਬ ਕਿ 90 ਦਿਨ ਸਮਝ ਲਓ, 90 ਦਿਨ ਤੋਂ ਉੱਪਰ 99 ਦਿਨ ਅਸੀਂ ਜਿਹੜਾ ਹੈ ਉਹਦੀ ਕੰਟੀਨਿਊ 100 ਦਿਨ ਦੇ ਵਿੱਚ ਅਸੀਂ 98 ਦਿਨ ਜਿਹੜੀ ਹੈਗੀ ਰਿਹਰਸਲ ਕੀਤੀ। ਔਰ ਤੁਸੀਂ ਜਿਹੜੀ ਹੈਗੀ ਪਹਿਲਾਂ ਮੇਰੇ ਮੂੰਹ ਦੀ ਗੱਲ ਮਤਲਬ ਕਿ ਜਿਹੜੀ ਹੈਗੀ ਸੱਚੀਓ ਸਕ੍ਰਿਪਟ ਜਿਹੜੀ ਹੈਗੀ ਆ, ਕਿਉਂਕਿ ਮੈਂ ਕਹਾਣੀ ਟੋਭਾ ਟੇਕ ਸਿੰਘ ਵੀ ਪੜ੍ਹੀ ਆ, ਮੈਂ ਨਾਟਕ ਵੀ ਖੇਡਿਆ, ਮੈਂ ਨਾਟਕ ਦੇ ਵਿੱਚ ਮੇਨ ਬਚਨ ਸਿੰਘ ਦਾ ਕਿਰਦਾਰ ਵੀ ਕੀਤਾ। ਮੈਨੂੰ ਪਤਾ ਹੈ ਕਿ ਡਾਕਟਰ ਅਮਜੀਤ ਹੋਰਾਂ ਨੂੰ ਸੈਟੀਸਫਾਈ ਕਰਨਾ ਬਹੁਤ ਮੁਸ਼ਕਲ ਆ, ਔਰ ਖਾਸ ਕਰਕੇ ਜਿਹੜਾ ਮੇਰੇ ਹਿੱਸੇ 'ਚ ਕਿਰਦਾਰ ਆਇਆ ਸੀ ਬਚਨ ਸਿੰਘ ਦਾ, ਉਹ ਬਹੁਤ ਔਖਾ ਸੀ। ਉਸਨੂੰ BN ਸ਼ਰਮਾ ਜੀ ਨੇ ਕੀਤਾ, ਉਸਨੂੰ BP ਸਿੰਘ ਨੇ ਕੀਤਾ, ਔਰ ਖਾਸ ਕਰਕੇ ਜਦੋਂ ਇੱਕੋ ਸ਼ਖਸ ਜਿਸਨੇ ਉਸ ਨਾਟਕ ਨੂੰ ਲਿਖਿਆ ਤੇ ਬਹੁਤ ਵੱਡੇ ਵੱਡੇ ਐਕਟਰਸ ਨੇ ਖੇਡਿਆ, ਫਿਰ ਜਦੋਂ ਉਹ ਡਾਇਰੈਕਟਰ ਜਿਹੜਾ ਹੈ ਤੁਹਾਡੇ ਸਾਹਮਣੇ ਖੜਾ ਹੈ ਤਾਂ ਫਿਰ ਬਹੁਤ ਔਖਾ ਲੱਗਦਾ ਹੈ। ਪਰ ਮੈਨੂੰ ਇਹ ਲੱਗਦਾ ਹੈਗਾ ਵੀ ਸੱਚੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਸਿੱਖਿਆ ਇੱਕ ਪਾਸੇ ਤੇ ਡਾਕਟਰ ਆਤਮਜੀਤ ਹੋਣਾ ਕੋਲ ਸਿੱਖਿਆ ਉਹ ਇੱਕ ਪਾਸੇ। ਸਾਡੇ ਲਈ ਉਹ 3.5 ਮਹੀਨੇ ਮੈਨੂੰ ਇਉਂ ਲੱਗਦਾ ਹੁੰਦਾ ਹੈਗਾ ਵੀ 30 ਸਾਲ ਦੇ ਬਰਾਬਰ ਸੀ। ਤੇ ਡਾਕਟਰ ਸਾਹਿਬ ਹੋਰਾਂ ਦੀ ਖਾਸੀਅਤ ਇੱਕ ਇਹ ਵੀ ਸੀ, ਮੈਨੂੰ ਯਾਦ ਆ ਕਿ ਅਸੀਂ ਜਿੱਥੇ ਰਿਹਰਸਲ ਕਰਦੇ ਸੀਗੇ ਉਹਦੇ ਬਿਲਕੁਲ ਪਿਛਲੇ ਪਾਸੇ ਪਪੜੌਦੀ ਪਿੰਡ ਆ, ਸਿਆਦਤ ਹਸਨ ਮੰਟੋ ਦਾ ਪਿੰਡ ਆ। ਤੇ ਡਾਕਟਰ ਕਰਕੇ ਜਦੋਂ ਤੁਸੀਂ ਕਿਸੇ ਇੱਕ ਹੋਰ ਟੀਮ ਦੇ ਕੋਲ ਜਾ ਕੇ ਕੰਮ ਕਰਦੇ ਹੋ, 23 ਜਾਣਿਆਂ ਦੀ ਟੀਮ ਸੀ, 23 ਤੋਂ ਵੀ 26 ਸੀਗੇ, ਕਿਉਂਕਿ ਡਾਕਟਰ ਸਾਹਿਬ ਨੇ ਤੁਸੀਂ ਬਹੁਤ ਸਾਰੀਆਂ ਮੰਚਨ ਦੇਖਣਗੇ, ਪਰ ਸਾਡੀ ਟੀਮ ਨੂੰ ਸਾਡੇ ਆਰਟਿਸਟਾਂ ਦੇ ਵਿੱਚ ਡੈਡੀਕੇਸ਼ਨ ਔਰ ਇੰਨੀ ਸੀ ਕਿ ਉਹਨਾਂ ਨੂੰ ਲੱਗਦਾ ਨਹੀਂ ਸੀਗਾ ਵੀ ਮੈਂ ਕਿਸੇ ਆਰਟਿਸਟ ਨੂੰ ਜਵਾਬ ਦੇਵਾਂ। ਫਿਰ ਉਹਨਾਂ ਨੇ ਇਸ ਨਾਟਕ ਦੇ 3 ਸੀਨ ਅਕਸਰੰਗ ਮੰਚ ਲਈ ਸਪੈਸ਼ਲ ਲਿਖੇ, ਔਰ ਹੁਣ ਉਹ ਜਿਹੜੀ ਸਕ੍ਰਿਪਟ ਨਵੀਂ ਆਈ ਹੈ, ਪੰਜਾਬੀ ਦੇ ਵਿੱਚ ਨਵੀਂ ਆਈ ਹੈ, ਹਿੰਦੀ ਦੇ ਵਿੱਚ ਨਵੀਂ ਆਈ ਆ, ਔਰ ਉਰਦੂ ਦੇ ਵਿੱਚ ਨਵੀਂ ਆ। ਉਹਦੇ ਵਿੱਚ 3 ਸੀਨ ਜਿਹੜੇ ਹੈਗੇ ਨੇ ਡਾਕਟਰ ਸਾਹਿਬ ਨੇ ਇਨਕਲੂਡ ਕੀਤੇ ਨੇ, ਔਰ ਸਭ ਨੂੰ ਬਾਈ ਨੇਮ ਜਾਣਦੇ ਸੀ। ਮਤਲਬ ਕਿ ਜਦੋਂ ਪਹਿਲੇ ਦਿਨ ਹੀ ਜਿਹੜਾ ਹੈ ਸਾਨੂੰ ਰਿਹਰਸਲ ਸ਼ੁਰੂ ਕੀਤੀ ਉਹਨਾਂ ਨੇ, ਉਹ ਕਹਿੰਦੇ ਮੈਂ ਕਿਸੇ ਨੂੰ ਇਹ ਨਹੀਂ ਕਹਿਣਾ ਤੂੰ ਬਚਨ ਸਿੰਘ। ਸਾਡੇ ਡਾਇਰੈਕਟਰਾਂ ਦੇ ਵਿੱਚ ਇਹ ਕਰਕੇ ਹੁੰਦਾ ਨਾ ਵੀ ਹਾਂਜੀ ਉਹ ਫਲਾਣਾ ਬਚਨ ਸਿੰਘ ਜੀ, ਉਹ ਫਲਾਣਾ ਜਿਹੜਾ ਹੈਗਾ ਅਸਲਮ ਹੈ ਜੀ, ਫਲਾਣਾ ਸਿਓ। ਉਹ ਕਹਿੰਦੇ ਨਹੀਂ, ਮੈਂ ਸਭ ਤੋਂ ਪਹਿਲਾਂ ਜਿਹੜੇ ਹੈਗੇ ਨੇ ਮੈਨੂੰ ਨਾਂ ਆਉਣੇ ਚਾਹੀਦੇ ਨੇ। ਔਰ ਜਿੱਥੇ ਤੱਕ ਵੀ ਅਸੀਂ ਉਹਦੇ 10-12 ਜਿਹੜੇ ਹੈਗੇ ਨੇ ਆਲ ਓਵਰ ਥਰੂ ਪੰਜਾਬ ਕੀਤਾ, ਦਿੱਲੀ ਇੱਕ ਬਹੁਤ ਵੱਡੇ ਹਾਲ 'ਚ ਕੀਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਇਉਂ ਸੀਗਾ ਬਈ ਜਿੱਥੇ ਸਟੇਜ ਖਤਮ ਹੁੰਦੀ ਆ ਉਹਦੇ ਮੂਹਰੇ ਵੀ ਸਟੇਜ ਜਿਹੜੇ ਹੈਗੇ ਨੇ ਸਟੂਡੈਂਟ ਬੈਠੇ ਸੀਗੇ। ਸੋ ਬਹੁਤ ਵੱਡਾ ਜਿਹੜਾ ਹੈਗਾ ਉਹਨਾਂ ਨੇ ਸਾਡੇ ਲਈ ਕੰਮ ਕੀਤਾ ਤੇ ਬਾਈ ਨੇਮ ਕਰ ਪਾਉਂਦੇ ਸੀ ਡਾਕਟਰ ਆਤਮਜੀਤ। ਹਾਂ, ਬਹੁਤ ਖੂਬਸੂਰਤ ਗੱਲ ਆ। ਮੇਰਾ ਵੇਰਵਾ ਇਹ ਗੱਲ ਉਹਨਾਂ ਵਾਲੇ ਪਾਸੇ ਤੋਰਨ ਦਾ ਹੀ ਸੀ ਕਿ ਬਹੁਤ ਡਿਸਪਲਿਨ ਅਸੀਂ ਸਿੱਖਦੇ ਉਹਨਾਂ ਕੋਲੋਂ। ਸਾਡੇ ਬਹੁਤ ਸਾਰੇ ਨਿਰਦੇਸ਼ਕਾਂ ਦੀ ਦਿੱਕਤ ਇਹ ਆ, ਦਿੱਕਤ ਨਹੀਂ ਮਤਲਬ ਉਹ ਆਪਣੀ ਪ੍ਰੋਡਕਸ਼ਨ 'ਚ ਇੰਨੇ ਉਲਝੇ ਹੁੰਦੇ ਆ, ਜਦੋਂ ਇੰਟਰੋਡਿਊਸ ਕਰਾਉਂਦੇ ਨਾ ਨਾਂ ਭੁੱਲ ਜਾਂਦੇ ਆ ਆਪਦੇ ਆਰਟਿਸਟ, ਕਈ ਵਾਰੀ ਨਾਂ ਭੁੱਲ ਜਾਂਦੇ। ਪੁਰਾਣੇ ਰੰਗਕਰਮੀਆਂ ਦਾ ਯਾਦ ਹੁੰਦਾ, ਨਵਿਆਂ ਦਾ ਉਹਨੂੰ ਅਸੀਂ ਕਹਿੰਦੇ ਆ ਰੰਗਮੰਚ ਵਾਲੇ ਵੀ ਫੰਬਲ ਵੱਜ ਗਿਆ। ਜਦੋਂ ਰਾਹ 'ਚ ਵਾਪਸ ਜਾਈਦਾ ਨਾ ਤੇ ਐਕਟਰਾਂ ਦੇ ਤਾਂ ਫੰਬਲ ਵੱਜ ਜਾਂਦੇ, ਕੋਈ ਭੁੱਲ ਜੇ ਤਾਂ ਉਹਨੂੰ ਕਹਿੰਦੇ ਫੰਬਲ ਵੱਜ ਗਿਆ। ਫਿਰ ਐਕਟਰ ਵੀ ਕਹਿੰਦੇ ਭਾਜੀ ਤੁਸੀਂ ਸਾਡਾ ਨਾਂ ਭੁੱਲ ਗਏ, ਤੁਸੀਂ ਵੀ ਇੱਕ ਫੰਬਲ ਮਾਰਿਆ। ਸੋ ਡਾਕਟਰ ਆਤਮਜੀਤ ਦੀ ਖੂਬਸੂਰਤੀ ਹੈ ਕਿ ਪਹਿਲਾਂ ਆਰਟਿਸਟਾਂ ਦਾ ਨਾਮ ਯਾਦ ਕਰਦੇ ਆ। ਸੋ ਇਹ ਗੱਲਾਂ ਨੇ ਜਿਹੜੀਆਂ ਕਿ ਸਾਨੂੰ ਵਿਚਾਰ ਇਹਨਾਂ ਵਿਚਾਰ ਚਰਚਾ ਚੋਂ ਅਸੀਂ ਸਿੱਖਣ ਵਾਲੀਆਂ ਨੇ, ਐਕਟਰਾਂ ਲਈ ਵੀ, ਨਿਰਦੇਸ਼ਕਾਂ ਲਈ ਵੀ, ਨਾਟਕਕਾਰਾਂ ਲਈ ਵੀ। ਕੁਝ ਇਸ ਤਰ੍ਹਾਂ ਦੀਆਂ ਡਿਸਪਲਿਨਰੀ ਗੱਲਾਂ ਜਿਹੜੀਆਂ ਰੰਗਮੰਚ ਦੇ ਵਿੱਚ ਆਉਂਦੀਆਂ ਨੇ, ਸਾਨੂੰ ਸਿੱਖਣ ਦੀ ਲੋੜ ਆ। ਬਹੁਤ ਸਾਰੇ ਸਾਥੀ ਜੁੜ ਗਏ ਨੇ ਦੁਬਾਰਾ ਸਾਡੇ ਨਾਲ, ਹੋਰ ਨਵੀਆਂ ਟਿੱਪਣੀਆਂ ਆ ਗਈਆਂ। ਮੈਂ ਉਹਨਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰੂੰਗਾ। ਅਨੀਤਾ ਸ਼ਬਦੀਸ਼ ਜੀ ਕਹਿ ਰਹੇ ਆਤਮਜੀਤ ਸਰ ਨੂੰ ਸਲੂਟ ਹੈ। ਅਨੀਤਾ ਜੀ ਨੇ ਲੰਮਾ ਸਮਾਂ ਆਤਮਜੀਤ ਨਾਲ ਕੰਮ ਕੀਤਾ ਔਰ ਬੜਾ ਉਹਨਾਂ ਦਾ ਗਹਿਰਾ ਅਨੁਭਵ, ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜੀ। ਜਗਦੀਸ਼ ਸਿੰਘ ਜੀ ਕਹਿ ਰਹੇ ਆ ਬਹੁਤ ਖੂਬਸੂਰਤ। ਰਮਨ ਢਿੱਲੋਂ ਕਹਿ ਰਹੇ ਆ ਵਾਹ ਭਾਜੀ, ਲਿਪਸਟਿਕ ਤੇ ਕਾਂਟਿਆਂ ਦੀ ਗੱਲ ਬਹੁਤ ਵਧੀਆ ਲੱਗੀ, ਬੜੀ ਜ਼ਬਰਦਸਤ ਐਗਜ਼ਾਮਪਲ। ਇਸ ਤੋਂ ਬਾਅਦ ਪ੍ਰਭ ਸ਼ਰਨਦੀਪ ਸਿੰਘ ਥੈਂਕਸ ਕਹਿ ਰਿਹਾ। ਹਰਮੀਤ ਜੀ ਬਸ ਜੋ ਟਿੱਪਣੀ ਤੁਹਾਡੇ ਨਾਟਕ ਦੀ ਪ੍ਰਸ਼ੰਸਾ ਕਰਨ ਉਹੀ ਪੜ੍ਹੀ ਜਾਂਦੀ ਹੈ। ਅੱਛਾ, ਇਹ ਲਾਂਭਾ ਦੇ ਰਿਹਾ ਹਰਮੀਤ ਕਿ ਜੋ ਟਿੱਪਣੀ ਤੁਹਾਡੇ ਨਾਟਕ ਦੀ ਪ੍ਰਸ਼ੰਸਾ ਕੀਤੀ ਉਹ ਪੜ੍ਹੀ। ਇਹਨਾਂ ਦੀ ਕੋਈ ਟਿੱਪਣੀ ਹੋਣੀ ਆ, ਮੈਂ ਦੇਖ ਲੈਣਾ, ਜੇ ਰਹਿ ਗਈ ਮੈਂ ਪੜ੍ਹ ਦੂੰਗਾ। ਹਰਮੀਤ ਵੀਰੇ ਮੈਂ ਲੱਭ ਲੈਣਾ ਕਿਤੇ। ਮੇਰੇ ਖਿਆਲ ਵਿੱਚ ਆਲੋਚਨਾ ਨਹੀਂ ਪੜ੍ਹੀ ਜਾਂਦੀ। ਨਹੀਂ, ਜੇ ਅਸੀਂ ਮੰਚ ਤੇ ਗੱਲ ਕਰ ਰਹੇ ਹਾਂ ਤਾਂ ਆਲੋਚਨਾ ਵਾਲੀ ਤਾਂ ਕੋਈ ਗੱਲ ਹੀ ਨਹੀਂ ਗੀ। ਜਿਹੜੀ ਆਲੋਚਨਾ ਹੋਊਗੀ ਉਹ ਵੀ ਅਸੀਂ ਸਿਰ ਮੱਥੇ ਕਬੂਲ ਕਰਾਂਗੇ। ਮੈਂ ਤੁਹਾਡਾ ਕਮੈਂਟ ਪੜ੍ਹ ਲੈਣਾ ਕਿਤੇ ਜੋ ਕਿ ਤੁਹਾਨੂੰ ਇਸ ਤਰ੍ਹਾਂ ਦੀ ਲਿਖੀ ਹੋਈ ਤਾਂ। ਲੱਖੇ ਵੀਰ ਨੇ ਕਿਹਾ ਰਾਜਵਿੰਦਰ ਤੇਰੀ ਕਲਾ ਨੂੰ ਸਲਾਮ, ਤੇਰਾ ਕੰਮ ਬੜਾ ਸੰਜੀਦਾ ਹੁੰਦਾ, ਸ਼ੁਭ ਕਾਮਨਾਵਾਂ। ਜਸਵੀਰ ਜੀ, ਸਾਰੇ ਸਾਥੀ ਸਾਡੇ ਜੁੜੇ ਨੇ। ਰਾਜਵਿੰਦਰ ਕੌਰ ਜੀ ਵਧਾਈਆਂ ਦੇ ਰਹੇ ਨੇ। ਕੁਮਾਰ ਸਾਹਿਬ ਧੰਨਵਾਦ, ਸਭ ਦਾ ਅਦਾਕਾਰੀ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ। ਬਲਕਾਰ ਸਿੱਧੂ ਜੀ ਨੇ ਵਧਾਈਆਂ ਦਿੱਤੀਆਂ। ਹੁਣ ਮੈਂ ਉਹ ਸਾਡੇ ਸਾਥੀ ਦਾ ਟਿੱਪਣੀ ਲੱਭਾਂ ਵੀ ਹਰਮੀਤ ਨੇ
ਕਹਿੰਦੇ ਬਹੁਤ ਜ਼ਰੂਰੀ ਹੈ ਹਰਮੀਤ, ਕਹਿੰਦੇ ਕਿ ਨਾਟਕ 'ਚ ਕੰਮ ਕਰਨ ਵਾਲੇ ਕਲਾਕਾਰਾਂ ਦਾ ਨਾਮ ਲਿਆ ਜਾਵੇ। ਅਸੀਂ ਨਾਮ ਲਿਆ ਹਰਮੀਤ ਜੀ ਹੁਣੇ ਹੀ। ਤੁਹਾਡੀ ਗੱਲ ਬਿਲਕੁਲ ਜਾਇਜ਼ ਆ। ਚਾਹੀਦਾ ਕਿ ਆਰਟਿਸਟ ਨੂੰ ਇਸ ਚੀਜ਼ ਨਾਲ ਉਹਨਾਂ ਨੂੰ ਬੂਸਟ ਅਪ ਹੁੰਦੇ ਆ ਔਰ ਉਹਨਾਂ ਨੂੰ ਹੌਸਲਾ ਮਿਲਦਾ ਇਹਨਾਂ ਚੀਜ਼ਾਂ ਨਾਲ। ਔਰ ਹਰਮੀਤ ਜੀ ਦਾ ਮੈਂ ਕਮੈਂਟ ਲੱਭਣਾ ਕਿੱਥੇ ਆ, ਉਹ ਕਿਹਾ ਸੀ ਉਹਨਾਂ ਨੇ ਕਿ ਜਾਂ ਤਾਂ ਹਰਮੀਤ ਜੀ ਦੁਬਾਰਾ ਤੁਸੀਂ ਟਿੱਪਣੀ ਕਰ ਸਕਦੇ ਹੋ ਜਿਹੜੀ ਤੁਹਾਡੇ ਕਿਤੇ ਸਾਡੇ ਕੋਲੋਂ ਬਾਕਮਾਲ ਪੇਸ਼ਕਾਰੀ ਲਿਖੀ ਜਾਂਦੀ ਹੈ ਹਰਮੀਤ ਜੀ। ਹੈਂ, ਆਲੋਚਨਾ ਵਾਲੀ ਤਾਂ ਕੋਈ ਗੱਲ ਮੈਨੂੰ ਲੱਭੀ ਨਹੀਂ ਕਿਤੇ ਵੀ। ਹਾਂ, ਹਰਮੀਤ ਜੀ ਦਾ ਕਮੈਂਟ ਆ ਬੜਾ ਲਿਟਰੇਰੀ ਆ, ਕਹਿੰਦਾ ਸ਼ਰਾਬ ਦਾ ਥੋੜਾ ਬਹੁਤਾ ਅਸਰ ਤਾਂ ਹੋਣਾ ਚਾਹੀਦਾ। ਪਹਿਲੇ ਨੇ ਨਿਰੀ ਪੀਤੀ, ਫਿਰ ਦੂਜੇ ਨਾਲ ਪੈਗ ਲਾਇਆ, ਪਰ ਅਸਰ ਨਹੀਂ ਹੋਇਆ। ਬਾਕੀ ਤੁਸੀਂ ਆਪ ਸਮਝਦੇ ਰਹੋ, ਗੁਸਤਾਖੀ ਮੁਆਫ ਨਾ ਤੁਹਾਡਾ ਸਿਰ ਮੱਥੇ। ਆਰਟਿਸਟ ਮਤਲਬ ਕਿਉਂਕਿ ਕੈਮਰੇ ਅੱਗੇ ਕੰਮ ਕਰ ਰਹੇ ਆ, ਕੁਝ ਨਵੇਂ ਆਰਟਿਸਟ ਵੀ ਹੁੰਦੇ ਨੇ। ਜੇ ਕੋਈ ਕੁਤਾਹੀ ਹੋ ਗਈ ਉਹਦੇ ਲਈ ਮੈਂ ਰਾਜਵਿੰਦਰ ਜੀ ਪਾਸੋਂ ਮੁਆਫੀ ਚਾਹੁੰਦਾ ਔਰ ਅੱਗੇ ਤੋਂ ਆਰਟਿਸਟ ਵਧੀਆ ਢੰਗ ਨਾਲ ਕਰਨਗੇ। ਸਾਨੂੰ ਖੜੇ ਮੱਥੇ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਗੁਰਵਿੰਦਰ ਕਹਿੰਦੇ ਬਹੁਤ ਹੋ ਗਿਆ ਹੁਣ, ਮਤਲਬ ਹੁਣ ਆਪਾਂ ਕੋਈ ਸਵਾਲ ਮੇਰੇ ਖਿਆਲ ਸਾਰੇ ਸਾਥੀਆਂ ਦੇ ਕੋਈ ਹੋਰ ਸਵਾਲ ਆਇਆ ਨਹੀਂ, ਸਾਰਿਆਂ ਨੇ ਪ੍ਰਸ਼ੰਸਾ ਹੀ ਕੀਤੀ ਹੈ। ਸੋ ਰਾਜਵਿੰਦਰ ਜੀ ਆਪਾਂ ਸਮਾਪਤੀ ਵੱਲ ਵੱਧਦੇ ਹਾਂ। ਹੁਣ ਤੁਸੀਂ ਕੋਈ ਗੱਲ ਆਪਣੇ ਵੱਲੋਂ ਕਹਿਣੀ ਚਾਹੁੰਦੇ ਹੋ? ਤੁਹਾਡੇ ਕੋਲੇ ਖੁੱਲੀ ਖੇਡ ਆ, ਜਿਵੇਂ ਕਹਿੰਦੇ ਹੁੰਦੇ ਨਾ ਮਾਈਕ ਤੁਹਾਡੇ ਹੱਥ 'ਚ ਆਉਣ, ਜੋ ਜੀ ਕਰਦਾ ਆਪਦੇ ਵੱਲੋਂ ਕੋਈ ਗੱਲ ਮੇਰੇ ਤੋਂ ਰਹਿ ਗਈ ਹੋਏ ਕਰਨਾ ਨਹੀਂ, ਤੁਸੀਂ ਕਰੋ ਹੁਣ ਗੱਲ। ਤਾਂ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ। ਮੈਨੂੰ ਜਿਹੜਾ ਹੈ ਬਹੁਤ ਵਧੀਆ ਤੁਸੀਂ ਪੇਸ਼ ਕੀਤਾ, ਬਹੁਤ ਬਾਕਮਾਲ ਤੁਸੀਂ ਜਿਹੜਾ ਹੈ ਮੰਚ ਸੰਚਾਲਨ ਹੋ। ਦੂਸਰਾ ਸੁਨਹਿਰੀ ਬੋਲ ਜਿਹੜੇ ਨੇ ਡਾਕਟਰ ਦਵਿੰਦਰ ਸ਼ਰਮਾ ਜੀ ਸਾਡੀ ਬਹੁਤ ਵੱਡੀ ਸ਼ਖਸੀਅਤ ਨੇ। ਮੈਂ ਉਹਨਾਂ ਦੇ ਸਾਰੇ ਹੀ ਨਾਟਕ ਪੜ੍ਹੇ ਹੈਗੇ ਨੇ, ਉਹਨਾਂ ਨੇ ਆਸ਼ੀਰਵਾਦ ਦਿੱਤਾ। ਔਰ ਫੇਸਬੁੱਕ ਦੇ ਉੱਤੇ ਜਿਹੜੀਆਂ ਸਾਰੀਆਂ ਵੱਡੀਆਂ ਸ਼ਖਸੀਅਤਾਂ ਦੀ ਤਾਂ ਸਬੀਸ਼ ਰਮਨ ਢਿੱਲੋਂ, ਬਲਕਾਰ ਸਿੱਧੂ ਜੀ, ਕਮਲੇਸ਼ ਚੋਪਲ ਜੀ, ਠੀਕ ਆ, ਬਲਜੀਤ ਮੋਗਾ ਜੀ, ਜਿਹਨੇ ਵੀ ਮਤਲਬ ਕਿ ਮੈਂ ਗੱਲ ਕਰ ਸਕਾਂ, ਸਾਰੀ ਸਾਡੇ ਸਤਿਕਾਰਯੋਗ ਨੇ ਜਿਨ੍ਹਾਂ ਨੇ ਵੀ ਉਸ ਪੇਸ਼ਕਾਰੀ ਨੂੰ ਐਪਰੀਸ਼ੀਏਟ ਕੀਤਾ। ਔਰ ਖਾਸ ਕਰਕੇ ਹਰਮੀਤ ਜੀ ਹੋਰਾਂ ਦੀ ਟਿੱਪਣੀ ਦੇ ਕਰ ਸਕਦੇ ਚਲੋ ਬਹੁਤ ਬਹੁਤ ਫੇਸਬੁੱਕ ਉੱਤੇ ਜਿਹੜੇ ਔਰ ਮੈਂ ਜਿਹੜਾ ਹੈਗਾ ਸ਼ੁਕਰੀਆ ਅਦਾ ਕਰੂੰਗਾ ਮੇਰਾ ਦੋਸਤ ਹੈ ਮਨੀ ਪਾਠਕ, ਜਿਹਨਾਂ ਦੁਕਾਨ ਦੇ ਉੱਤੇ ਐਸਐਨ ਸ਼ਾਪ ਦੇ ਉੱਤੇ ਬੈਠ ਕੇ ਸਮਰਾਲੇ ਦੇ ਵਿੱਚ ਇਹ ਇੰਟਰਵਿਊ ਤੁਹਾਡੇ ਤੱਕ ਪਹੁੰਚ ਰਹੀ ਹੈ। ਕਿਉਂਕਿ ਜਦੋਂ ਨਾਟਕ ਸ਼ੂਟ ਕੀਤਾ ਸੀ ਉਦੋਂ ਵੀ ਮੇਰੇ ਉਸ ਭਰਾ ਨੇ, ਛੋਟੇ ਵੀਰ ਨੇ ਗੁਰਵਿੰਦਰ ਜੀ ਤੱਕ ਪਹੁੰਚਦਾ ਕੀਤਾ। ਤੇ ਜੇ ਹੁਣ ਮੈਨੂੰ ਜਿਹੜੇ ਹੈਗੇ ਨੇ ਇੰਟਰਨੈਸ਼ਨਲ ਲੈਵਲ ਤੇ ਜਾਂ ਨੈਸ਼ਨਲ ਲੈਵਲ ਦੇ ਉੱਤੇ ਲੋਕ ਸੁਣ ਰਹੇ ਨੇ, ਦੇਖ ਰਹੇ ਨੇ, ਤਾਂ ਇਹ ਮੇਰੇ ਪਿਆਰੇ ਵੀਰ ਮਨੀ ਪਾਠਕ ਹੋਰਾਂ ਦਾ ਜਿਹੜਾ ਹੈ ਮੈਂ ਉਚੇਚੇ ਤੌਰ ਦੇ ਉੱਤੇ ਸ਼ੁਕਰੀਆ ਕਰਦਾ ਹਾਂ। ਬਹੁਤ ਬਹੁਤ ਸ਼ੁਕਰੀਆ ਮਨੀ ਪਾਠਕ ਕਿ ਇੱਕ ਬਹੁਤ ਵਧੀਆ ਜਿਹੜਾ ਹੈ ਮੈਨੂੰ ਜਗ੍ਹਾ ਦਿੱਤੀ, ਕਿਉਂਕਿ ਇੱਥੇ ਵਾਈਫਾਈ ਜਿਵੇਂ ਕਹਿੰਦੇ ਨੇ ਨੈਟ ਜਿਹੜਾ ਹੈ ਚੱਲ ਰਿਹਾ ਵਾ, ਤਾਂ ਇੱਕ ਆਪਣੇ ਜਿਹੜਾ ਹੈ ਸਾਂਝ ਬਣ ਕੇ। ਸੋ ਥੈਂਕ ਯੂ ਗੁਰਵਿੰਦਰ ਭਾਜੀ ਅਗੇਨ। ਵਰਚੁਅਲ ਮੰਚ ਜ਼ਿੰਦਾਬਾਦ, ਰੰਗ ਮੰਚ ਜ਼ਿੰਦਾਬਾਦ, ਔਰ ਵੀਰ ਜਗਦੀਪ ਹੋਰੀ ਵੀ ਜ਼ਿੰਦਾਬਾਦ ਤੇ ਤੁਸੀਂ ਵੀ ਜ਼ਿੰਦਾਬਾਦ। ਥੈਂਕ ਯੂ। ਸੋ ਸਾਥੀਓ, ਰਾਜਵਿੰਦਰ ਹੋਰਾਂ ਵਰਗੇ ਸਾਥੀ ਨਾਲ ਗੱਲ ਕਰਨੀ ਹੋਵੇ ਤਾਂ ਸਾਨੂੰ ਮਿਲਦਾ 2-3 ਘੰਟੇ ਚਾਹੀਦੇ ਹੁੰਦੇ ਆ। ਹਜੇ ਅਸੀਂ ਸਿਰਫ ਇਹਨਾਂ ਦੇ ਥੀਏਟਰ ਵਾਲੀ ਫੀਲਡ ਦੀ ਗੱਲ ਕੀਤੀ ਆ। ਮੀਡੀਆ ਦਾ ਕੰਮ ਜਿਹੜਾ ਕੈਮਰੇ ਵਾਲਾ ਉਹ ਸਾਰਾ ਹੀ ਰਹਿ ਗਿਆ। ਮੈਂ ਉਹਦੇ ਬਾਰੇ ਸਵਾਲ ਪੁੱਛਣਾ ਸੀਗਾ ਇਹਨਾਂ ਨੂੰ। ਜ਼ਲਜ਼ਲਾ ਨਾਟਕ ਆਉਂਦਾ ਹੁੰਦਾ ਸੀ ਟੀਵੀ ਤੇ ਬਹੁਤ ਸਾਲ ਪਹਿਲਾਂ ਸੀਰੀਅਲ 'ਚ, ਉਹਦੇ 'ਚ ਇਹਨਾਂ ਨੇ ਬਹੁਤ ਨਿੱਕੇ ਜਿਹੇ ਇੱਕ ਬੱਚੇ ਦਾ ਕਰੈਕਟਰ ਕੀਤਾ ਸੀ 8-9 ਸਾਲ ਦਾ, ਸ਼ਾਇਦ ਤੁਹਾਡੇ ਚੇਤਿਆਂ 'ਚ ਹੋਵੇ। ਬਹੁਤ ਪ੍ਰਸਿੱਧ ਸੀਰੀਅਲ ਸੀਗਾ, ਟੀਵੀ ਤੇ ਆਉਂਦਾ ਹੁੰਦਾ। ਜ਼ਲਜ਼ਲਾ, ਨਸੀਹਤ, ਤੜਕਦੇ ਰਿਸ਼ਤੇ, ਅਨੇਕਾਂ ਫਿਲਮਾਂ ਦੇ ਵਿੱਚ ਕੰਮ ਕੀਤਾ। ਉਹਦੇ ਲਈ ਮੈਨੂੰ ਲੱਗਦਾ ਫਿਰ ਕਿਤੇ ਦੂਜਾ ਸੈਸ਼ਨ ਲਾਵਾਂਗੇ। ਜਿਹੜਾ ਮੀਡੀਆ ਦਾ ਕੰਮ ਹੈ ਇਹਨਾਂ ਦਾ ਕਾਫੀ ਲੰਮਾ ਚੌੜਾ ਕੰਮ ਹੈ। ਰਾਜਵਿੰਦਰ ਜੀ ਬਹੁਤ ਹੀ ਖੂਬਸੂਰਤ ਤੇ ਨਿੱਠ ਕੇ ਗੱਲਾਂ ਹੋਈਆਂ। ਸਾਨੂੰ ਚੰਗਾ ਲੱਗਦਾ ਜਿਹੜੇ ਸੱਚੀ ਮੁੱਚੀ ਇਸ ਤਰ੍ਹਾਂ ਜ਼ਮੀਨ ਨਾਲ ਜੁੜ ਕੇ ਰੰਗਕਰਮੀ ਰੰਗਮੰਚ ਕਰ ਰਹੇ ਆ। ਵੀ ਮੰਚ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਅੱਜ ਆਪਾਂ ਇੱਥੇ ਵਿਚਾਰ ਚਰਚਾ ਜਿਹੜੀ ਹੈ ਖਤਮ ਕਰਦੇ ਹਾਂ। ਥੈਂਕ ਯੂ। ਸੋ ਦੋਸਤੋ, ਅੱਜ ਆਪਣਾ ਜਿਹੜਾ ਇਹ 24ਵਾਂ ਦਿਨ ਆ ਜਿਹੜਾ ਇਹ ਸਮਾਪਤ ਹੋਇਆ। ਕੱਲ ਅਸੀਂ ਫੇਰ ਠੀਕ 8 ਵਜੇ ਜੁੜਾਂਗੇ ਤੁਹਾਡੇ ਨਾਲ ਵੀ ਮੰਚ ਦੇ 25ਵੇਂ ਦਿਨ। ਕੱਲ ਸਾਡੇ ਨਾਲ ਜਿਹੜੀ ਸ਼ਖਸੀਅਤ ਜੁੜ ਰਹੀ ਆ ਉਹ ਵੀ ਬੜੀ ਮਾਇਨਾਜ਼ ਹਸਤੀ ਆ, ਜਿਨ੍ਹਾਂ ਦੇ ਸੁਨਹਿਰੀ ਬੋਲ ਸਾਡੇ ਨਾਲ ਹੋਣਗੇ। ਮੈਡਮ ਡਾਕਟਰ ਕਮਲੇਸ਼ ਉੱਪਲ ਜੀ, ਪੰਜਾਬੀ ਯੂਨੀਵਰਸਿਟੀ ਤੋਂ ਰਿਟਾਇਰਡ ਨੇ, ਥੀਏਟਰ ਐਂਡ ਟੈਲੀਵਿਜ਼ਨ ਵਿਭਾਗ ਤੋਂ। ਉਹਨਾਂ ਦੇ ਸੁਨਹਿਰੀ ਬੋਲ ਹੋਣਗੇ, ਉਹ ਆਸ਼ੀਰਵਾਦ ਵਜੋਂ ਬੋਲ ਸਾਡੇ ਨਾਲ ਸਾਂਝੇ ਕਰਨਗੇ। ਉਹ ਜਿਹੜੇ ਰੰਗਕਰਮੀ ਹੋਣਗੇ ਸਾਡੇ ਨਾਲ ਉਹ ਹੋਣਗੇ ਮੈਡਮ ਰਮਨ ਢਿੱਲੋਂ।
ਰਮਨ ਢਿੱਲੋਂ ਹੋਣਗੇ, ਔਰ ਜਿਹੜੇ ਮੇਰੇ ਵਾਲੀ ਭੂਮਿਕਾ ਮੰਚ ਸੰਚਾਲਨ ਦੀ ਨਿਭਾਉਣਗੇ ਸਾਡੇ ਬਹੁਤ ਹੀ ਪਿਆਰੇ ਵੀਰ ਡਾਕਟਰ ਸੁਰਿੰਦਰ ਮੰਡ। ਇਹ ਕੱਲ ਦਾ ਪ੍ਰੋਗਰਾਮ ਹੈ ਤੇ ਕੱਲ ਜ਼ਰੂਰ ਜੁੜਨਾ, ਬਹੁਤ ਖੂਬਸੂਰਤ ਗੱਲਾਂ ਹੋਣਗੀਆਂ। ਜਿਉਂਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਆਗਾਜ਼ ਰਹੋ। ਰੰਗਮੰਚ ਜ਼ਿੰਦਾਬਾਦ। रस्ते नू रस्ते कट रहे, रस्ते नू रस्ते कट रहे, अगों तुरन लई राह नहीं, वादे वादे साहां तक निभण दे, पल पर दा वसा नहीं। इथों जावांगे किस पासे, तोड़ा परसी वफा साडी, बचे मर के रत्ती मां से। तुरे हाँ के राह ते, रूहां अंदर गुनाह नहीं, वादे वादे साहां तक निभण दे, पल पर दा वसा नहीं। थला विच भटकदी तेनू जू वगदी नदी मिल जाए, जा पतझड़ भोग दे जंगल दे, एक बूटे ते फुल खिल जाए, मना दे मौसमां नू रुत दी, उगदी कदे सलाह नहीं, वादे वादे साहां तक निभण दे, पल पर दा वसा नहीं।